60 ਤੋਂ ਅੱਗੇ ਪਾਠ ਕਰਨਾ ਹੈ। ਮਾਰੂ ਰਾਗ ਵਿੱਚ ਤੀਜੀ ਪਾਤਸ਼ਾਹੀ ਧੰਨ ਧੰਨ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ ਸੋਹਲਿਆਂ ਦੇ ਪਾਠ ਚੱਲ ਰਹੇ ਹਨ, ਜਿਸ ਵਿੱਚ 19ਵੇਂ ਸੋਹਲੇ ਦੇ 3 ਪਦਿਆਂ ਤੱਕ ਦੇ ਕੱਲ ਪਾਠ ਹੋਏ ਸਨ। ਅੱਜ ਅੱਗੋਂ ਪਾਠ ਕਰਨਾ। ਸਤਿਗੁਰ ਸੇਵਿਐ ਸਹਿਜ ਆਨੰਦਾ, ਹਿਰਦੈ ਆਏ ਉਠਾ ਗੋਵਿੰਦਾ। ਸਹਿਜੇ ਭਗਤ ਕਰੇ ਦਿਨ ਰਾਤੀ, ਆਪੇ ਭਗਤ ਕਰਾਇੰਦਾ। ਸਤਿਗੁਰ ਸੇਵਿਐ ਸਹਿਜ ਆਨੰਦਾ, ਹਿਰਦੈ ਆਏ ਉਠਾ ਗੋਵਿੰਦਾ। ਸਹਿਜੇ ਭਗਤ ਕਰੇ ਦਿਨ ਰਾਤੀ, ਆਪੇ ਭਗਤ ਕਰਾਇੰਦਾ। ਸਤਿਗੁਰ ਸੇਵਿਐ। ਸੇਵਾ ਦੇ ਉੱਤੇ ਬਹੁਤ ਬਾਬਤ ਗੱਲ ਹੋ ਚੁੱਕੀ ਹੈ। ਸੇਵਿਆ, ਗੁਰੂ ਦੀ ਗੱਲ ਸਮਝਿਆ, ਸ਼ਬਦ ਨੂੰ ਵਿਚਾਰਿਆ, ਸ਼ਬਦ ਨੂੰ ਮੰਨਿਆ। ਗੁਰੂ ਸਾਹਿਬ ਕਹਿੰਦੇ ਨੇ ਕੀ ਪ੍ਰਾਪਤ ਹੁੰਦਾ ਹੈ। ਗੁਰੂ ਦੀ ਗੱਲ ਪੜ੍ਹ ਲਈ, ਸੁਣ ਲਈ, ਸਮਝ ਲਈ, ਬੁੱਝ ਲਈ। ਕਹਿੰਦੇ ਮਨ ਵੀ ਲੈ, ਮੰਨਿਆ, ਤੈਨੂੰ ਪ੍ਰਾਪਤ ਕੀ ਹੋਏਗਾ? ਸਹਿਜ ਆਨੰਦਾ। ਸਹਿਜ, ਸਹਿਜ ਵਾਲਾ ਆਨੰਦ, ਸੁਭਾਵਕ ਹੀ ਆਨੰਦ ਬਣਿਆ ਰਹੇਗਾ, ਖੇੜਾ ਬਣਿਆ ਰਹੇਗਾ। ਸਦੀਵ ਵਾਲਾ। ਹੁਣ ਸਹਿਜ ਅਵਸਥਾ ਬਾਰ ਬਾਰ ਆ ਰਹੀ ਹੈ, ਬਾਰ ਬਾਰ ਅਸੀਂ ਰਲ ਮਿਲ ਕੇ ਸਹਿਜ ਆਨੰਦ ਆਪਸ ਵਿੱਚ ਸਾਂਝ ਪਾਉਂਦੇ ਹਾਂ ਕਿ ਕੁਝ ਸਮਝ ਆ ਜਾਏ, ਕੁਝ ਮੇਰੇ ਵੀ ਪੱਲੇ ਪੈ ਜਾਏ। ਸਹਿਜ ਬਾਬਤ, ਸਹਿਜ ਅਵਸਥਾ ਅਸੀਂ ਧਿਆਨ ਦਈਏ ਨਾ। ਅਸੀਂ ਸੰਸਾਰੀ ਜੀਵ ਹਾਂ। 9 ਗੋਲਕਾਂ ਬਾਹਰ ਮੁਖੀ ਕਹਿ ਲਈਏ, ਬਾਹਰ ਤੋਂ ਪ੍ਰਭਾਵਿਤ ਹੁੰਦੀਆਂ ਤੇ ਬਾਹਰ ਤੋਂ ਇੰਝ ਸਮਝੀਏ, ਬਾਹਰ ਜੋ ਦੇਖਦੇ ਆ, ਸੁਣਦੇ ਆ, ਜੋ ਬੋਲਦੇ ਆ, ਉਹਦਾ ਪ੍ਰਭਾਵ ਸਾਡੇ ਮਨ ਤੇ ਪੈਂਦਾ। ਤੇ ਬਾਹਰ ਦਾ ਕੂੜ ਅੱਖਾਂ ਦੇ ਰਾਹੀਂ, ਕੰਨਾਂ ਦੇ ਰਾਹੀਂ ਮਨ ਵਿੱਚ ਇਕੱਠਾ ਹੁੰਦਾ ਰਹਿੰਦਾ। ਮਾਇਆ ਪ੍ਰਭਾਵ ਪਾਉਂਦੀ ਏ ਤੇ ਅਸੀਂ ਮਾਇਆ ਦੇ ਪ੍ਰਭਾਵ ਦੇ ਆਧਾਰ ਤੇ ਕਾਰ ਵਿਹਾਰ ਕਰਨ ਲੱਗ ਪੈਂਦੇ। ਜਦੋਂ ਸੱਚ ਦੀ ਰੱਤਾ ਮਾਤਰ ਸਮਝ ਆਉਣ ਲੱਗ ਪਵੇ, ਫਿਰ ਮਨ ਜਿਹੜਾ ਹੈ ਇੱਕ ਤਰ੍ਹਾਂ ਦੀ ਮਨ ਜਿਹੜਾ ਹੈ ਚਾਹੁੰਦਾ ਕਿ ਮੈਂ, ਮਨ ਨੂੰ ਇਹ ਸਮਝ ਆਉਣ ਲੱਗ ਪੈਂਦੀ ਹੈ ਕਿ ਇਹ ਜਿਹੜੀ ਬਾਹਰ ਮੈਨੂੰ ਦਿਸ ਰਹੀ ਹੈ ਗੰਦਗੀ ਹੈ। ਫਿਰ ਮਨ ਇਹ ਸੋਚਣ ਲੱਗ ਪੈਂਦਾ, ਚਾਹੁੰਦਾ ਹੈ ਕਿ ਮੈਂ ਗੰਦਗੀ ਨਾ ਇਕੱਠੀ ਕਰਾਂ। ਅੱਖਾਂ ਦੇ ਰਾਹੀਂ ਮੈਨੂੰ ਗੰਦਗੀ ਦਿਸ ਰਹੀ ਹੈ, ਇਹ ਗੰਦਗੀ ਮੈਂ ਨਾ ਚੁੱਕਾਂ। ਇੱਕ ਤਰ੍ਹਾਂ ਦੇ ਅੰਦਰ ਮਨ ਦੇ ਵਿੱਚ ਇੰਝ ਕਹਿ ਲਈਏ ਇੱਕ ਯੁੱਧ ਜਿਹਾ ਆਰੰਭ ਹੋ ਜਾਂਦਾ ਹੈ। ਕਦੀ ਮਨ ਜਿੱਤ ਜਾਂਦਾ ਹੈ ਸੱਚ ਵਾਲੇ ਪੱਖ ਤੋਂ, ਕਦੀ ਮਨ ਹਾਰ ਜਾਂਦਾ ਹੈ ਉਨ ਵਿਕਾਰਾਂ ਦੀ ਅਧੀਨਗੀ ਵਿੱਚ। ਕਾਮ ਨੂੰ ਅੰਦਰ ਚੁੱਕ ਹੀ ਲੈਂਦਾ ਹੈ, ਕਿਧਰੇ ਨਾ ਕਿਧਰੇ ਕ੍ਰੋਧ ਪ੍ਰਭਾਵ ਪਾ ਹੀ ਜਾਂਦਾ। ਗੁਰੂ ਸਾਹਿਬ ਕਹਿੰਦੇ ਨੇ ਸਤਿਗੁਰ ਸੇਵਿਆ, ਸੇਵਿਆਂ, ਸੇਵਾ ਕੀਤਿਆਂ। ਜਦੋਂ ਤੂੰ ਹਿਰਦੇ ਨਾਲ, ਹਿਰਦੇ ਵਿੱਚ ਗੁਰੂ ਦੇ ਬੋਲਾਂ ਨੂੰ ਵਸਾ ਲੇਗਾ, ਉਸ ਚਾਨਣ ਵਿੱਚ ਤੂੰ ਜਦੋਂ ਤੂੰ ਵਿਚਰਨ ਲੱਗ ਪਏਗਾ, ਕਹਿੰਦਾ ਫਿਰ ਤੂੰ ਹਾਰੇਗਾ ਨਹੀਂ ਵਿਕਾਰਾਂ ਤੋਂ। ਪਹਿਲਾਂ ਗੰਦਗੀ ਦਿਸਦੀ ਸੀ, ਹਮੇਸ਼ਾ ਹੀ ਚੁੱਕ ਲੈਂਦਾ ਸੀ। ਜਦੋਂ ਸੱਚ ਨਾਲ ਜੁੜਨਾ ਕੀਤਾ, ਫਿਰ ਕਦੀ ਤੂੰ ਚੁੱਕੀ, ਕਦੀ ਨਹੀਂ ਚੁੱਕੀ। ਭਾਵ ਕਦੀ ਤੂੰ ਜਿੱਤ ਗਿਆ, ਕਦੀ ਹਾਰ ਵੀ ਗਿਆ। ਕਦੀ ਕ੍ਰੋਧ ਨੂੰ ਤੂੰ ਵਸ ਕਰ ਲਿਆ, ਕਦੀ ਤੂੰ ਕ੍ਰੋਧ ਦੇ ਵਸ ਵਿੱਚ ਹੋ ਗਿਆ। ਲੇਕਿਨ ਹੁਣ ਜਦੋਂ ਸਤਿਗੁਰ ਦੀ ਬਾਣੀ ਜਦੋਂ ਪੂਰੀ ਤਰ੍ਹਾਂ ਤੋਂ ਤੇਰੇ ਹਿਰਦੇ ਵਿੱਚ ਵਸ ਗਈ ਤੇ ਹੁਣ ਮੈਲ ਨਜ਼ਰ ਹੀ ਨਹੀਂ ਆਉਂਦੀ। ਹੁਣ ਮਨ ਉਸ ਟੀਸੀ ਤੇ ਪਹੁੰਚ ਗਿਆ, ਉਸ ਅਵਸਥਾ ਤੇ ਪਹੁੰਚ ਗਿਆ ਜਿੱਥੇ ਵਿਕਾਰ ਆਪਣਾ ਪ੍ਰਭਾਵ ਹੀ ਨਹੀਂ ਪਾਉਂਦੇ। ਹੁਣ ਉਹ ਸ਼ਾਂਤੀ ਵਾਲੀ ਅਵਸਥਾ ਤੇ ਪਹੁੰਚ ਗਿਆ, ਉਸ ਟਿਕਾਅ ਵਿੱਚ ਪਹੁੰਚ ਗਿਆ। ਹੁਣ ਮੈਲ ਨਜ਼ਰ ਹੀ ਨਹੀਂ ਆਉਂਦੀ। ਮੈਲ ਵਾਲੇ ਬੋਲ ਜ਼ਬਾਨ ਤੋਂ ਨਿਕਲਦੇ ਹੀ ਨਹੀਂ, ਕਿਉਂਕਿ ਅੰਦਰ ਮੈਲ ਰਹਿ ਨਹੀਂ ਗਈ। ਸਾਡੇ ਜਿਹੋ ਜਿਹਾ ਸਾਡਾ ਮਨ ਹੁੰਦਾ, ਉਹੋ ਜਿਹਾ ਸਾਨੂੰ ਸੰਸਾਰ ਬਾਹਰੋਂ ਦਿਸਦਾ। ਜਾਂ ਇੰਝ ਅਗਰ ਅਸੀਂ ਕਹਿ ਲਈਏ, ਜਿਹੋ ਜਿਹਾ ਸਾਡਾ ਅੰਦਰੋਂ ਮਨ ਹੁੰਦਾ ਹੈ, ਅਸੀਂ ਉਹੋ ਜਿਹਾ ਸੰਸਾਰ ਬਣਾ ਲੈਂਦੇ ਹਾਂ। ਜਿਹੋ ਜਿਹਾ ਅਸੀਂ ਅੰਦਰ ਸੰਸਾਰ ਬਣਾਉਂਦੇ ਹਾਂ, ਬਾਹਰ ਦਾ ਸੰਸਾਰ ਵੀ ਅਸੀਂ ਉਹੋ ਜਿਹਾ ਬਣਾ ਲੈਂਦੇ ਹਾਂ। ਜਦੋਂ ਅੰਦਰ ਵਿਕਾਰ ਹਨ, ਜਦੋਂ ਅੰਦਰ ਡਰ ਹਨ, ਜਦੋਂ ਅੰਦਰ ਗੰਦਗੀ ਹੈ, ਮੈਲ ਹੈ, ਸਾਨੂੰ ਬਾਹਰ ਵੀ ਉਹੀ ਦਿਸਣ ਲੱਗ ਪੈਂਦਾ ਹੈ। ਤੇ ਜਦੋਂ ਤੱਕ ਅੰਦਰ ਮੈਲ ਹੈ,
ਬਾਹਰ ਮੈਲ ਦਿਸਦੀ ਏ, ਬਾਹਰੋਂ ਮੈਲ ਚੁੱਕਦੇ ਹਾਂ ਤੇ ਉਨਾ ਹੀ ਸਾਡਾ ਮਨ ਰੋਗੀ ਹੁੰਦਾ ਹੈ, ਉਨਾ ਹੀ ਸਾਡਾ ਤਨ ਰੋਗੀ ਹੁੰਦਾ ਹੈ। ਗੁਰੂ ਸਾਹਿਬ ਕਹਿ ਰਹੇ ਨੇ ਹੁਣ ਸਤਿਗੁਰੂ ਦੇ ਬੋਲ ਅੰਦਰ ਵਸ ਗਏ ਹਨ, ਹੁਣ ਸਹਿਜ ਵਾਲਾ ਆਨੰਦ ਅੰਦਰ ਬਣ ਗਿਆ, ਖਿੜਾਵ ਬਣ ਗਿਆ ਅੰਦਰ, ਹੁਣ ਸ਼ਾਂਤੀ ਵਾਲਾ ਅਵਸਥਾ ਬਣ ਗਈ ਹੈ, ਟਿਕਾਅ ਵਾਲੀ ਅਵਸਥਾ ਬਣ ਗਈ ਹੈ। ਹਿਰਦੇ ਆਏ ਉਠਾ ਗੋਬਿੰਦਾ, ਕਹਿੰਦੇ ਨੇ ਹੁਣ ਹਿਰਦਾ ਸਾਫ਼ ਹੋ ਗਿਆ। ਹੁਣ ਹੁਣ ਪ੍ਰਮਾਤਮਾ ਦੇ ਟਿਕਣ ਦੇ ਲਈ ਆਸਨ ਤਿਆਰ ਹੋ ਗਿਆ। परमात्मा ने हिरदे विच टिकना सी, पर हिरदे विच गंदगी इतनी सी कि परमात्मा वस ही नहीं रहा सी। असी ध्यान दईए ना, अगर कोई सानू कवे साडे कोल कोई बेशकीमती समान होए, कोई कवे कि यह किकरां दे बदले अपना बेशकीमती समान सानू दे दे, ते असी उहनू कवांगे तू सानू मूर्ख समझ रखिया है। मैनू अपने समान की कीमत पता है, मेरा समान जिहड़ा है बहुत कीमती है। तू मैनू चाहता कि है बिल्कुल इंज कह लीए टिबरियां दे बदले या किकरां दे बदले या बिना कीमत दे मैं तेनू अपना समान दे देवां। मैं मूर्ख नहीं हाँ। असी इमीजिएटली दुनियावी पक्ष तो यह जवाब देवांगे, लेकिन एक्चुअल विच रोजाना असी इहो करदे हां, सानू पता नहीं लगता। वो परमात्मा दे बोल बेशकीमती बोल हैं। वो परमात्मा इंज कह लीए बेशकीमती है, लेकिन रत्ता मात्र काम आंदा है, किकर आंदे हैं, असी उदे बदले छड़ देंदे हां परमात्मा नू। क्रोध आंदा है, असी छड़ देंदे हां। इंज समझिए टिबरियां दे बदले असी हीरे बेशकीमती अमोलक हीरियां नू असी वेच आंदे हां, दे आंदे हां। गुरु साहब कह रहे हैं सतगुर सेविए सहज आनंदा, कहते जदों सहज वाला आनंद बन जाएगा ना, जदों केवल तेरी समझ विच नहीं कि सच समझ विच ही नहीं आएगा, जदों तेरे मन विच भी सच वस जाएगा, जदों अंदरों मैल जी पूरी तरह तो हट जाएगी, कहते फिर हिरदे आए उठा गोविंदा, उठा तो पावे वस जाना। हिरदे विच परमात्मा वस जाएगा, फिर मन की अवस्था बनेगी सब गोविंद है, सब गोविंद है, गोबिंद बिन नहीं कोई, सहजे भगत करे दिन राती। हुण जदों अंदर जदों परमात्मा वस गया ते दिने भी ते राती भी, समय के आधार ते दिन रात नूं लईए ते 24 घंटे हो गया, दिन भी ते रात भी 24 घंटे सुचेत रहेगा। दिन राती भक्ति तो पाओ, ऐ नहीं है कि चौकड़ी मार के दिन रात बैठ गया, अखा मीट के बैठ गया। दिन रात तो ऐ भी भाव नहीं है कि वाहिगुरु वाहिगुरु का जाप 24 घंटे करता रहा या जपजी साहब का पाठ 24 घंटे करता रहा। 24 घंटे भगती करन तो भाव ऐ वे कि गुरु की जो सिक्ख्या मिली है, वो सिक्ख्या लैके सुचेत हो गया, मन जागृत हो गया। हुण वो सिक्ख्या छड्डण नूं तैयार नहीं, मन ने सिक्ख्या नूं कस के पकड़ लिया है। फिर अंदिन सहजे भगत करे, सुभावक ही भगत करे दिन राती। भगत दे तत्ते नूं सियारी है, भगती का जिक्र है। दिन राती नूं समय के आधार ते 24 घंटे ते दिन रात नूं असी जे अंधेरा ते रोशनी करके लै लईए, जिंदगी दे उतार चढ़ाव वेले भी, सुखां वेले भी ते दुखां वेले भी जिंदगी विच उतार चढ़ाव आने ही आने हैं। असी कई बारी इस पक्ष भी तक सोचते हैं कि हाँ फलाने बंदे ने ते बड़ी नाम जपिया सी, बड़ी भगती कीती सी, उन्नू यह तकलीफ क्यों सहनी पई। जिंदगी विच सुख और दुख आने ही आने हैं। शरीर है, शरीर दी जेड़े समस्यावां हन जिंदगी दे अंदर, वो चाहते या ना चाहते आणगे ही आणगे। लेकिन जेड़े सच नाल जुड़ बैठते हैं, वो जदों सुख आते हैं तां भी सच नाल जुड़े रहते हैं, जदों दुख आते हैं तां भी सच नाल जुड़े रहते हैं। उन्हां नूं संसार दी शरीरिक दुख तकलीफ सच तो डावाडोल नहीं कर सकते। तत्ती तवियां ते भी बहना पै जाए तां भी वो विचलित नहीं होते। सहजे भगत करें दिन राती, आपे भगत कराएंदा। मन जिहड़ा उस परमात्मा दे नाल जुड़ बैठा है, वो मन दे विच परमात्मा वस गया ते मानो परमात्मा आप ही हुण बोल रहा है। हुण मन ते लीन हो गया परमात्मा दे विच।
ਹੁਣ ਮਨ ਦੇ ਜਿਹੜੇ ਭੈੜੇ ਫੁਰਨੇ ਸੀ ਉਹ ਮੁੱਕ ਗਏ ਹਨ ਤੇ ਹੁਣ ਪ੍ਰਮਾਤਮਾ ਬੋਲ ਰਿਹਾ ਹੈ। ਪ੍ਰਮਾਤਮਾ ਦੇ ਹੁਕਮ ਵਿੱਚ ਹੀ ਹੈ ਵਰਤਿਆ ਹੈ, ਖੇਡ ਵਰਤੀ ਹੈ ਤੇ ਉਸ ਦੇ ਹੁਕਮ ਵਿੱਚ ਮਾਨੋ ਪ੍ਰਮਾਤਮਾ ਆਪ ਹੀ ਭਗਤੀ ਕਰਾ ਰਿਹਾ, ਆਪ ਹੀ ਸੱਚ ਦੇ ਬੋਲ ਬੁਲਾ ਰਿਹਾ ਹੈ। ਸਹਿਜੇ ਭਗਤ ਕਰੇ ਦਿਨ ਰਾਤੀ, ਆਪੇ ਭਗਤ ਕਰਾਇੰਦਾ। ਜੀ ਅਰਵਿੰਦਰ ਵੀ ਜੀ। ਹਾਂ, ਅਸੀਂ ਕੱਲ ਤੋਂ ਦੇਖਿਆ ਸੀ ਜਿਵੇਂ 16 ਸਾਹਿਬ ਜੀ ਸਟਾਰਟ ਹੋਏ ਸਨ ਬਈ ਰੱਬ ਦੇ ਨਾਲ, ਬਈ ਗੁਰੂ ਸਾਨੂੰ ਰੱਬ ਦੀ ਸੋਝੀ ਬਖਸ਼ਣ ਵਾਲਾ ਕੰਮ ਜਿਹੜਾ ਹੈ ਨਾ, ਵੀ ਜਿਹਨੂੰ ਰੱਬ ਕਹਿੰਦਾ ਹੈ ਵੀ ਹਰ ਜੀਓ ਦਾਤਾ ਅਗਮ ਅਥਾਹਾ, ਉਸ ਤਿਲ ਨਾ ਤਮਾਏ ਵੇ ਪ੍ਰਵਾਹਾ, ਤਿਸ ਨੂੰ ਅਪੜ ਨਾ ਸਕੈ ਕੋਏ। ਬਈ ਰੱਬ ਕੈਸਾ ਹੈ ਜਿਹਨੂੰ ਜਿਕਾ ਕਹਿੰਦਾ ਬਈ ਫਿਰ ਕਹਿੰਦਾ ਕਿ ਜੋ ਕੁਝ ਕਰੇ ਸੋ ਨੇਚੋ ਹੋਈ। ਰੱਬ ਜੋ ਕਰਨਾ ਚਾਹੇ ਹੁੰਦਾ ਹੈ। ਤਿਸ ਬਿਨ ਦਾਤਾ, ਉਸ ਤੋਂ ਇਲਾਵਾ ਹੋਰ ਕੋਈ ਦਾਤਾ ਹੈ ਹੀ ਨਹੀਂ। ਮਤਾ ਤੂੰ ਸਮਝੇ ਕਿ ਇੱਕ ਤੋਂ ਥਾਂ ਅੜਨ ਵੀ ਉਹ ਕਹਿੰਦੇ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ। ਕਹਿੰਦਾ ਜਿਸ ਨੂੰ ਨਾਮ ਦਾਨ ਕਰੇ ਸੋ ਪਾਏ, ਗੁਰ ਸ਼ਬਦੀ ਮਿਲਾਇਂਦਾ। ਫਿਰ ਵੀ ਕਹਿੰਦੇ ਸਾਰੀ ਦੁਨੀਆ ਕਹਿ ਲਓ ਵੀ 14 ਭਵਨ ਤੇਰੇ ਹੱਟ ਨਾਲੇ, ਵੀ ਸਾਰੀ ਦੁਨੀਆ ਜੋ ਤੂੰ ਦ੍ਰਿਸ਼ਟਮਾਨ ਦੁਨੀਆ ਜਿਹੜੀ ਹੈ ਉਹ ਸਾਰੇ ਮਾਨੋ ਤੇਰੀਆਂ ਹੱਡੀਆਂ ਨੇ, ਜਿੱਥੋਂ ਬੰਦੇ ਆਪਣੇ ਕੋਈ ਨਾ ਕੋਈ ਸੌਦਾ ਖਰੀਦਦੇ ਪਏ ਨੇ। ਲੇਕਿਨ ਸਤਿਗੁਰੂ ਨੇ ਮੈਨੂੰ ਉਹ ਪ੍ਰਮਾਤਮਾ ਮੇਰੇ ਅੰਦਰ ਵਸਦਾ ਦਿਖਾ ਦਿੱਤਾ ਹੈ। ਵੀ ਗੁਰੂ ਨੇ ਮੇਰੇ ਬਾਹਰ ਢੂੰਡਣ ਤੇ ਅਬ ਛੂਟ ਪੜੀ, ਗੁਰ ਘਰ ਹੀ ਮੈਂ ਬਤਾਇਆ ਥਾ। ਜੋ ਨਾਮ ਦਾ ਵਪਾਰ ਕਰਦਾ ਹੈ ਨਾ, ਵੀ ਗੁਰੂ ਦੇ ਸ਼ਬਦ ਦੇ ਰਾਹੀਂ, ਉਹ ਉਸ ਪਰਮਾਤਮਾ ਦੇ ਨਾਲ ਸਾਂਝ ਪਲਦਾ। ਗੁਰੂ ਸਾਨੂੰ ਅੱਜ ਜਾ ਕੇ ਲੈ ਕੇ ਚੱਲ ਰਹੇ ਨੇ, ਕਹਿੰਦੇ ਸਤਿਗੁਰੂ ਸੇਵਿਆ ਸਹਿਜ ਆਨੰਦਾ। ਜਿਸ ਬੰਦੇ ਨੇ, ਅਸੀਂ ਸਹਿਜ ਕਹਿ ਰਹੇ ਹਾਂ ਇੰਟੂਟਿਵਨੈਸ ਨੂੰ, ਉਹਦਾ ਜੀਵਨ ਇੱਕ ਜਿਹੜਾ ਜੀਵਨ ਹੈ ਨਾ, ਵੀ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਦੋ, ਇਹ ਕੋਈ ਫਿਜ਼ੀਕਲ ਪਲੇਸ ਨਹੀਂ ਹੈ। ਇਹ ਤੇ ਮਨ ਦੀ ਉਹ ਅਵਸਥਾ ਹੈ ਜਿੱਥੇ ਮਨ ਹਮੇਸ਼ਾ ਟਿਕਿਆ ਰਹੇ। ਕਹਿੰਦੇ ਜੇ ਤੂੰ ਸਤਿਗੁਰੂ ਦੀ ਸੇਵਾ ਕਰਦਾ ਰਹੇਗਾ, ਉਹ ਜੇ ਤੂੰ ਬਾਣੀ ਦੀ ਵਿਚਾਰ ਕਰਦਾ ਰਹੇਗਾ ਨਾ, ਕਹਿੰਦੇ ਸਤਿਗੁਰੂ ਸੇਵਿਆ, ਤੇਰੇ ਜੀਵਨ ਵਿੱਚ ਇੱਕ ਹੋਰ ਸ਼ਬਦ ਆਉਂਦਾ, ਕਹਿੰਦਾ ਜਿਨ ਗੁਰ ਸੇਵਿਆ ਤਿਸ ਭਉ ਨਾ ਵਿਆਪੈ, ਜਿਨ ਗੁਰ ਸੇਵਿਆ ਤਿਸ ਦੁੱਖ ਨਾ ਸੰਤਾਪੈ। ਗੁਰੂ ਨੇ ਤੇਰੀ, ਕਹਿੰਦੇ ਵੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ। ਗੁਰੂ ਨੇ ਤੇਰੀ ਸਟੇਟ ਆਫ ਮਾਈਂਡ ਜਿਹੜੀ ਹੈ ਨਾ, ਉਹ ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਵੀ ਉਹ ਗੁਰੂ ਨੇ ਤੇਰਾ ਮਾਈਂਡ ਉਹਨੇ ਨਾਲ ਚੇਂਜ ਕਰ ਦੇਣਾ। ਵੀ ਸਤਿਗੁਰੂ ਦੀ ਸੇਵਾ ਕੀਤਿਆਂ ਆਨੰਦ ਤੇਰੇ ਜੀਵਨ ਦਾ ਸਹਿਜ ਬਣ ਜਾਏਗਾ। ਹੁਣ ਸਾਡੇ ਜੀਵਨ ਦਾ ਸਹਿਜ ਕੀ ਹੈ? ਚਿੰਤਾ ਫਿਕਰ ਜਿਹੜੇ ਨੇ ਨਾ, ਅਸੀਂ ਇਸ ਤੋਂ ਪਹਿਲਾਂ ਅੰਦਰ ਵੀ ਆਏ ਸੀ ਕਿ ਵੀ ਜਿਹੜਾ ਉਹ ਗਣਤ ਗਣ ਹੈ, ਉਹ ਸਾਡੇ ਜੀਵਨ ਦਾ ਸਹਿਜ ਬਣ ਚੁੱਕਾ ਹੋਇਆ, ਜਿਹੜਾ ਗਿਣਤੀਆਂ ਮਿੰਤੀਆਂ ਕਰਨੀਆਂ। ਕਹਿੰਦਾ ਲੇਕਿਨ ਜੇ ਤੂੰ ਗੁਰੂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ, ਬਾਣੀ ਦੇ ਵਿਚਾਰ ਕਰਨੀ ਸ਼ੁਰੂ ਕਰ ਦਿੱਤੀ, ਕਹਿੰਦਾ ਇਹ ਆਨੰਦਮਈ ਜੀਵਨ, ਇਹ ਤੇਰੇ ਜੀਵਨ ਦਾ ਸਹਿਜ, ਇਹ ਹਮੇਸ਼ਾ ਆਨੰਦ ਤੇਰੇ ਜੀਵਨ ਵਿੱਚ ਖੇੜਾ ਤੇਰੇ ਜੀਵਨ ਵਿੱਚ ਹਮੇਸ਼ਾ ਬਣਿਆ ਰਹੇਗਾ। ਕਹਿੰਦਾ ਹਿਰਦੇ ਆਏ ਉਠਾ ਗੋਵਿੰਦਾ। ਉਹ ਕਿਉਂਕਿ ਅਸੀਂ ਕਹਿੰਦੇ ਦੇਖੋ ਰੱਬ ਤੇ ਜਿਹੜਾ ਨਾ ਉਹਦੇ ਗੁਣ ਸਰੂਪ ਵੀ ਹੈ, ਉਹ ਨਾਮ ਵਿੱਚ ਵੀ ਵਰਤਦਾ ਹੈ। ਤੇ ਫਿਰ ਜਦੋਂ ਤੂੰ ਗੁਰੂ ਦੀ ਸੇਵਾ ਕਰੇਗਾ ਨਾ, ਫਿਰ ਉਹ ਕਹਿੰਦਾ ਵੀ ਤੱਤੀ ਵਾਹ ਨਾ ਲੱਗ ਗਈ ਜਿਨ ਮਨ ਉਠਾ ਆਏ ਜੀਓ। ਪਹਿਲਾਂ ਕਹਿੰਦੇ ਨੇ ਵੀ ਉਹਨੂੰ ਸਹਿਜ ਆਨੰਦ ਹੋ ਜਾਏਗਾ। ਜਿਸ ਹਿਰਦੇ ਵਿੱਚ ਪਰਮਾਤਮਾ ਰੱਬੀ ਗੁਣ ਆ ਕੇ ਟਿਕ ਜਾਣ, ਜਿਹਦਾ ਮਾਈਂਡ ਸੈਟ ਗੁਰੂ ਨੇ ਚੇਂਜ ਕਰ ਦਿੱਤਾ ਹੈ ਨਾ, ਉਹ ਕਹਿੰਦਾ ਹਿਰਦੇ ਆਏ। ਗੁਰੂ ਦੀ ਸੇਵਾ ਕਰਨ ਦੇ ਨਾਲ ਉਹ ਪਰਮਾਤਮਾ ਪਾਓ, ਉਹ ਰੱਬੀ ਗੁਣ, ਕਹਿੰਦਾ ਇਸ ਦੇਹੀ ਅੰਦਰ 5 ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅੰਮ੍ਰਿਤ ਲੂਟੈ। ਇਹ ਵਿਕਾਰ ਸਾਡੇ ਜੀਵਨ ਚ ਅੰਮ੍ਰਿਤ ਜੋ ਮਰਦਾ ਨਹੀਂ, ਉਹ ਕੇਵਲ ਤੇ ਕੇਵਲ ਪਰਮਾਤਮਾ ਹੈ। ਜੋ ਸਦੀਵ ਹੋਣ ਵਾਲਾ ਜੋ ਹੈ ਨਾ, ਉਹ ਕੇਵਲ ਤੇ ਕੇਵਲ ਪਰਮਾਤਮਾ ਹੈ। ਲੇਕਿਨ ਇਹ ਵਿਕਾਰ ਸਾਡੇ ਜੀਵਨ ਵਿੱਚੋਂ ਪਰਮਾਤਮਾ ਨੂੰ ਬਾਹਰ ਕੱਢੀ ਜਾਂਦੇ। ਇੱਕ ਦਿਨ ਵੀ ਜੇ ਤੂੰ ਗੁਰੂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਨਾ, ਫਿਰ ਉਹ ਪਰਮਾਤਮਾ ਹਮੇਸ਼ਾ ਵਾਸਤੇ ਜਿਹੜੀ ਨਾ ਉਹ ਤੇਰੇ ਹਿਰਦੇ ਵਿੱਚ ਆ ਕੇ ਨਾ, ਉਹ ਜਿਹੜੀ ਨਾ ਵੀ ਤੁਰਿਆ ਅਵਸਥਾ ਸਤਿਗੁਰ ਤੇ ਹਰ ਜਾਨ, ਫਿਰ ਤੂੰ ਪਰਮਾਤਮਾ ਦੇ ਨਾਲ ਸਾਂਝ ਪਾ ਲੇਗਾ। ਤੇਰੇ ਜੀਵਨ ਵਿੱਚੋਂ ਖੇੜਾ ਕਦੀ ਜਾਏਗਾ ਨਹੀਂ। ਕਹਿੰਦਾ ਐਸਾ ਬੰਦਾ, ਕਹਿੰਦਾ ਸਹਿਜੇ ਭਗਤ ਕਰੇ ਦਿਨ ਰਾਤੀ। ਉਹ ਭਗਤੀ, ਪਰਮਾਤਮਾ ਦੀ ਭਗਤੀ ਜਿਹੜੀ ਹੈ ਨਾ, ਉਹਦਾ ਹਰ ਕਰਮ ਜਿਹੜਾ ਹੈ ਨਾ, ਉਹ ਭਗਤੀ ਬਣ ਜਾਏਗਾ। ਦੇਖੋ ਸ਼ਬਦ ਆਂਦਾ, ਕਹਿੰਦੇ ਨੇ ਗੁਰਮੁਖ ਹੱਸੈ ਗੁਰਮੁਖ ਰੋਵੈ, ਜੇ ਗੁਰਮੁਖ ਕਰੇ ਸਾਈ ਭਗਤ ਹੋਵੇ। ਗੁਰੂ ਦੇ ਅਨੁਯਾਈ ਹੋ ਕੇ, ਗੁਰੂ ਕੋਲੋਂ ਅਗਵਾਈ ਲੈ ਕੇ ਜ਼ਿੰਦਗੀ ਦਾ ਹਰ ਕੀਤਾ ਹੋਇਆ ਕੰਮ ਭਗਤੀ ਬਣ ਜਾਏਗਾ। ਔਰ ਜੇ ਤੂੰ ਗੁਰੂ ਕੋਲੋਂ ਅਗਵਾਈ ਨਹੀਂ ਲਿੱਤੀ, ਫਿਰ ਆਪਣੇ ਮਨ ਦੀ ਮਰਜ਼ੀ ਨਾਲ ਜੇ ਭਗਤੀ ਕਰਨਾ, ਕਹਿੰਦੇ ਨੇ ਮਨ ਮੁਖ ਭਗਤ ਕਰੇ ਬਿਨ ਸਤਿਗੁਰ ਭਗਤ ਨਾ ਹੋਈ ਰਾਮ। ਜਿਹੜਾ ਬੰਦਾ ਗੁਰੂ ਤੋਂ ਗੱਲ ਟੋੜਦੇ ਪਏ ਨੇ, ਸਾਨੂੰ ਰੱਬ ਦੇ ਨਾਲ ਸਾਂਝ ਪਾਉਣਾ ਚਾਹੁੰਦੇ ਨੇ, ਕਹਿੰਦੇ ਜਿਹੜੇ ਬੰਦੇ ਸਤਿਗੁਰੂ ਦੀ ਸੇਵਾ ਕਰਾਂਗੇ, ਉਹਨਾਂ ਦੇ ਜੀਵਨ ਵਿੱਚ ਪਰਿਵਰਤਨ ਕੀ ਆਏਗਾ। ਉਹਨਾਂ ਦੇ ਜੀਵਨ ਵਿੱਚ ਸਹਿਜ ਆਨੰਦ ਬਣਿਆ ਰਹੇਗਾ। ਗੁਣ ਸਰੂਪ ਪਰਮਾਤਮਾ ਉਹਨਾਂ ਦੇ ਹਿਰਦੇ ਵਿੱਚ ਹਮੇਸ਼ਾ ਟਿਕਿਆ ਰਹੇਗਾ। ਉਹਨਾਂ ਦਾ ਜ਼ਿੰਦਗੀ ਦਾ ਹਰ ਕਰਮ
ਜੇ ਸਹਿਜ ਵਿੱਚ ਹੋਣਾ ਹੈ ਤੇ ਹਰ ਕਰਮ ਜਿਹੜਾ ਨਾ ਉਹਨਾਂ ਦਾ ਹਰ ਕਰਮ ਭਗਤੀ ਬਣ ਜਾਏਗਾ। ਸਹਿਜੇ ਭਗਤ ਕਰੇ ਦਿਨ ਰਾਤੀ। ਇੱਥੇ ਹਮੇਸ਼ਾ ਜੋ ਕੰਮ ਕਰੇਗਾ ਉਹ ਕਿਉਂਕਿ ਗੁਰੂ ਦੀ ਅਗਵਾਈ ਵਿੱਚ ਹੋਏਗਾ, ਉਹਦਾ ਕੀਤਾ ਹੋਇਆ ਹਰ ਕੰਮ ਮਨੋਂ ਭਗਤੀ ਬਣ ਜਾਏਗਾ। ਉਹ ਆਪਣੇ ਬੱਚੇ ਵੀ ਪਾਲਦਾ ਪਿਆ, ਬੱਚਿਆਂ ਨੂੰ ਸਕੂਲ ਵੀ ਭੇਜਦਾ ਪਿਆ, ਉਹ ਬੱਚਿਆਂ ਦੇ ਨਾਲ ਖੇਡਦਾ ਵੀ ਪਿਆ, ਤੇ ਉਹ ਕਹਿੰਦਾ ਉਹਦਾ ਹਰ ਕੰਮ ਜਿਹੜਾ ਨਾ ਉਹ ਭਗਤੀ ਬਣ ਜਾਏਗਾ। ਕਹਿੰਦੇ ਆਪੇ ਭਗਤ ਕਰਾਏਂਦਾ। ਇੱਥੇ ਕਿਉਂਕਿ ਗੱਲ ਜਿਹੜੀ ਗੁਰੂ ਤੋਂ ਲੈ ਕੇ ਸ਼ੁਰੂ ਕਰਦੇ ਪਏ ਨੇ ਵੀ ਸਤਿਗੁਰੂ ਸੇਵੈ, ਇਹ ਪਰਿਵਰਤਨ ਕਿਵੇਂ ਆਣੇ ਨੇ ਤੇਰੇ ਜੀਵਨ ਅੰਦਰ? ਸਤਿਗੁਰੂ ਤੋਂ, ਸਤਿਗੁਰੂ ਦੀ ਸੇਵਾ ਦੇ ਨਾਲ ਇਹ ਤੇਰੇ ਜੀਵਨ ਵਿੱਚ ਪਰਿਵਰਤਨ ਆਣੇ ਨੇ। ਤੇ ਸਤਿਗੁਰੂ ਤੇਰੇ ਕੋਲ ਇਹ ਵਾਲੀ ਭਗਤੀ ਕਰਵਾਉਂਦਾ, ਆਪੇ ਭਗਤ ਕਰਾਏਂਦਾ। ਕਹਿੰਦੇ ਵੀ ਸਤਿਗੁਰ ਤੇ ਗੁਣ ਉਪਜੈ ਜਾਂ ਪ੍ਰਭ ਮੇਲੇ ਸੋਏ। ਗੁਰੂ ਨੇ ਇਹ ਵਾਲੀ ਭਗਤੀ ਤੇਰੇ ਕੋਲੋਂ ਕਰਵਾਨੀ ਹੈ, ਕਿਉਂਕਿ ਗੁਰੂ ਨੇ ਨਾ ਸਤਿਗੁਰ ਸਾਗਰ ਗੁਣ ਨਾਮ ਕਾ, ਸਤਿਗੁਰੂ ਕੋਲ ਸਤਿਗੁਰੂ ਬੋਹਲ ਹਰ ਨਾਮ ਕਾ ਵੀ ਆਂਦਾ ਪਿਆ। ਸਤਿਗੁਰੂ ਕੋਲ ਨਾਮ ਦੀ ਦਾਤ ਹੈ ਤੇ ਭਗਤੀ ਕਰਨਾ ਹੈ ਕੀ? ਕਹਿੰਦੇ ਵਿਨ ਗੁਣ ਕੀਤੇ ਭਗਤ ਨਾ ਹੋਏ। ਗੁਣ ਭਰਪੂਰ ਜੀਵਨ ਹੀ ਭਗਤੀ ਵਾਲਾ ਜੀਵਨ ਹੈ। ਜੇ ਜੀਵਨ ਵਿੱਚ ਗੁਣ ਨਹੀਂ ਨੇ ਤੇ ਭਗਤੀ ਨਹੀਂ ਹੈ, ਤੇ ਗੁਰੂ ਜਿਹਨੂੰ ਗੁਣ ਦੇਈ ਜਾਂਦਾ ਪਿਆ ਨਾਲ ਦੇ ਨਾਲ। ਇੱਥੇ ਤਾਂ ਕਹਿੰਦੇ ਨੇ ਆਪੇ ਭਗਤ ਕਰਾਏਂਦਾ। ਗੁਰੂ ਜਿਹੜਾ ਹੈ ਨਾ ਉਹ ਤੈਨੂੰ ਗੁਣਾਂ ਦੀ ਦਾਤ ਬਖਸ਼ ਕੇ ਤੇ ਤੇਰਾ ਜੀਵਨ ਐਸਾ ਹੋ ਜਾਂਦਾ ਹੈ ਕਿ ਤੇਰੇ ਜੀਵਨ ਦਾ ਹਰ ਪਲ ਮਾਨੋ ਤੇਰੇ ਕੋਲ ਉਹ ਭਗਤੀ ਹੁੰਦੀ ਹੋਵੇ। ਹਾਂਜੀ ਵੀਰ ਜੀ। ਬਿਲਕੁਲ ਵੀਰ ਜੀ, ਗੁਣਾਂ ਦਾ ਹਿਰਦੇ ਵਿੱਚ ਵਸਾਣਾ ਹੀ, ਗੁਣਾਂ ਨਾਲ ਸਾਂਝ ਪੈ ਜਾਏ ਤੇ ਅਸਲ ਭਗਤੀ ਹੋਈਓ ਹੈ। ਬਿਨਾਂ ਗੁਣਾਂ ਦੇ ਭਗਤੀ ਨਹੀਂ ਹੋ ਸਕਦੀ। ਬੜੀ ਖੂਬਸੂਰਤੀ ਨਾਲ ਆਪ ਜੀ ਨੇ ਦੱਸਣਾ ਕੀਤਾ, ਧੰਨਵਾਦ ਆਪ ਜੀ ਦਾ। इकबाल ਵੀਰ जी, अगर आप जी विचार देना चाहो तो प्लीज ऑन करके विचार दिया जाए जी। हाँ जी, खालसा वाहिगुरू। शब्द है सतगुरु सेवै सहज आनंदा। गुरु की शरण पै जाइए, सतगुरु नूं शरणा कर दईए, सतगुरु के गुण हिरदे विच टिका लईए, सहज उपज जाता है, सहज आनंद, सहज से आनंद प्राप्त हो जाता है। क्योंकि गुरु की सेवा दे विच यही बल है कि गुरु जिहड़ा हैगा ਜਦੋਂ ਉਹਦੀ सेवा की उन्होंने गुणों को उचारना करती तो सहज उपजदा ਉਹਦੇ ਵਿੱਚ। गुणों को हिरदे च वसांदियां सहज बनता है। ये गुरु की समर्था कला है। गुरु किवें मन की अवस्था को चेंज कर दिंदा है गुणों के राही। इस करके जो सतगुरु की शरण पै जाइए तो जीव इस्त्री के रूप ये हिरदे विच सहज ते आनंद बनता है। हृदय आए बुठा गोबिंद। हुण गोबिंद जिहड़ा आउंदा आए बुठा प्रगट कुंदो हुंदा हिरदे च सुते सुत प्रगट हो जाता। वो किवें हुंदा? जदों सहज आनंद आंदा जिस दे अंदर नाम वसदा है। जदों नाम वस जांदा तां सतगुरु प्रगट हो जाता। गुण वसते हैं नस वंजो किल विखो करता घर आए। जो जीव के अंदर गुण वस जाते हैं तो अपगुण नस जाते हैं। उदों की है? सतगुरु वसया होया हुंदा है। बुठा हिरदे आए बुठा गोबिंदा वसया होया हुंदा है। सहजे भगत करे दिन रात, सहजे भगत करे भाव के सहज दे विच जिहड़ा जीव जदों सहज आनंद प्राप्त कर लैंदा है वो फिर दिन राती प्रेमा भगती दे विच टिकिया रहिंदा है, वसिया प्रगट होया रहिंदा है। अपने आप नूं गुरु की शरण पै के गुरु के द्वार का पांधी बन जाता है। भगत करे दिन राती, जदों ओहदी भगती भाव के हर पल दिन रात ओह गुणां दे विच ही गुणा मन बच कर्म अपने गुणा के अनुसार करता है। मन के कर्म, बचना के कर्म, रसना के कर्म, ये जिहड़े दिन राती गुणा वाले करता है वो सहज अवस्था में टिकिया रहिंदा है। आपे भगत कराएंदा। ते जदों जीव गुण कै गुणी समावणियां वाली अवस्था प्राप्त कर लैंदा है ਉਹਦਾ रूप हो जाता है, ना कि वह आप ही बन जाता है। असी गुरु दे रब दे गुण धारण करके उस गुणा दे पांधी बन सकते हैं, ना कि असी वो गुण हो सकते हैं भी वो गुण ही बन जाइए। गुणा दे पांधी बनना
ਕਿਉਂਕਿ ਜਦ ਤੱਕ ਸਵਾਸ ਹੈ, ਜੀਵਨ ਹੈ, ਅਸੀਂ ਉਹਦਾ ਰੂਪ ਹੋ ਸਕਦੇ ਹਾਂ। ਉਹਦੀ ਭਗਤੀ ਦੇ ਨਾਲ ਉਹ ਜਿਹੜਾ ਪਦ ਹੈ ਉਹ ਪ੍ਰਾਪਤ ਕਰ ਸਕਦੇ ਹਾਂ। ਸਾਡਾ ਮੂਲ ਰੂਪ ਦੇ ਵਿੱਚ ਅਸੀਂ ਰੱਬ ਨਹੀਂ ਬਣ ਸਕਦੇ, ਮੂਲ ਰੂਪ ਦੇ ਵਿੱਚ ਅਸੀਂ ਗੁਰੂ ਨਹੀਂ ਬਣ ਸਕਦੇ। ਮੂਲ ਰੂਪ ਦੇ ਵਿੱਚ ਗੁਰੂ ਔਰ ਰੱਬ ਜਿਹੜਾ ਹੈਗਾ, ਜਿਹਦੇ ਗੁਣ ਅਸੀਂ ਧਾਰਨ ਕਰਦੇ ਹਾਂ ਜਾਂ ਜਿਹਦੇ ਗੁਣਾਂ ਨੂੰ ਅਸੀਂ ਚੇਤੇ ਕਰਦੇ ਹਾਂ, ਹਿਰਦੇ 'ਚ ਵਸਾਉਣ ਦਾ ਯਤਨ ਕਰਦੇ ਹਾਂ, ਉਹ ਗੁਣ ਰੂਪ ਹੋ ਸਕਦੇ ਹਾਂ। ਜਦੋਂ ਅਸੀਂ ਗੁਣ ਰੂਪ ਹੋ ਜਾਂਦੇ ਹਨ ਤੇ ਉਹ ਸਾਡੇ ਹਿਰਦੇ ਵਿੱਚ ਆ ਵਸਦਾ ਹੈ ਤੇ ਆਪੇ ਭਗਤ ਕਰਾਏਂਦਾ। ਤੇ ਉਹ ਪ੍ਰਮਾਤਮਾ ਜਿਹੜਾ ਅਕਾਲ ਪੁਰਖ ਹੈ ਉਹ ਆਪ ਪ੍ਰਗਟ ਹੋਇਆ ਹੁੰਦਾ ਜੀਵਾਂ ਤੋਂ ਆਪਣੀ ਭਗਤੀ ਆਪ ਹੀ ਕਰਾਉਂਦਾ। ਹਾਂਜੀ ਵੀਰ ਜੀ, ਆਪ ਜੀ ਨੇ ਬੜੀ ਬਰੀਕ ਗੱਲਾਂ ਵੀ ਕੀਤੀਆਂ ਵਿੱਚ। ਧੰਨਵਾਦ ਆਪ ਜੀ ਦਾ। ਜੀ ਭੂਆ ਜੀ। ਹਾਂਜੀ, ਸਤਿਗੁਰ ਸੇਵਿਆ ਸਹਿਜ ਆਨੰਦਾ, ਹਿਰਦੇ ਆਏ ਉਠਾ ਗੋਬਿੰਦਾ। ਇਹ ਉਸ ਮਨ ਦੀ ਅਵਸਥਾ ਦੀ ਗੱਲ ਕਰ ਰਹੇ ਕਿ ਜਿਹੜਾ ਮਨ ਉਸ ਸਤਿਗੁਰੂ, ਉਸ ਇੱਕ ਦਾ ਗਿਆਨ, ਉਸ ਦੇ ਹੁਕਮ ਨੂੰ ਮੰਨ ਕੇ ਉਸ ਨੂੰ ਆਪਣੇ ਮਨ ਦੇ ਅੰਦਰ ਵਸਾ ਲਿੱਤਾ ਹੈ, ਟਿਊਨਡ ਕਰ ਲਿੱਤਾ ਹੈ। ਮਨ ਨੇ ਉਸ ਨੂੰ ਇੰਪਲੀਮੈਂਟ ਕੀਤਾ, ਉਹਦੇ ਸਾਰੇ ਗੁਣਾ, ਉਹਦੇ ਸਿੱਖਿਆ, ਉਹਦੇ ਹੁਕਮ ਦੇ ਰਾਹੀਂ ਚੱਲ ਕੇ ਉਸ ਨੂੰ ਇੰਪਲੀਮੈਂਟ ਕਰਕੇ ਟਿਊਨਡ ਕਰ ਲਿੱਤਾ ਹੈ। ਤਾਂ ਫਿਰ ਐਕਸਪੀਰੀਅੰਸ ਕਰਦਾ ਹੈ। ਕਿਹੜੀ ਚੀਜ਼ ਐਕਸਪੀਰੀਅੰਸ? ਸਹਿਜ ਆਨੰਦ ਦਾ। ਮਨ ਜਿਹੜਾ ਡੋਲਦਾ ਨਹੀਂ ਹੈ, ਜੋ ਸੁੱਖਾਂ ਦੇ ਵਿੱਚ ਹੈ, ਜੋ ਚੜ੍ਹਦੀ ਕਲਾ ਹੈ, ਉਹ ਤਦ ਐਕਸਪੀਰੀਅੰਸ ਕਰਦਾ ਜਦੋਂ ਮਨ ਪੂਰੀ ਤਰ੍ਹਾਂ ਭਿੱਜ ਗਿਆ ਉਹਦੇ ਗੁਣਾਂ ਦੇ ਵਿੱਚ, ਉਹਦੀ ਸਿੱਖਿਆ ਦੇ ਵਿੱਚ। ਜਿਹੜਾ ਮਨ ਟੋਟਲੀ ਇੱਕ ਵਨਨੈਸ ਦੇ ਨਾਲ ਟਿਊਨਡ ਹੋ ਚੁੱਕਾ ਹੈ। ਸਹਿਜੇ ਭਗਤ ਕਰੇ ਦਿਨ ਰਾਤੀ। ਫਿਰ ਇਹੀ ਜੋ ਮਨ ਭਿੱਜਿਆ ਹੋਇਆ ਹੈ, ਜੋ ਟਿਊਨਡ ਹੋਇਆ ਹੈ, ਜਿਸਨੇ ਐਕਸਪੀਰੀਅੰਸ ਕੀਤਾ ਹੈ ਚੜ੍ਹਦੀ ਕਲਾ, ਅਡੋਲਤਾ, ਸੁੱਖ ਦਾ, ਫਿਰ ਉਹ ਦਿਨ ਰਾਤੀ ਉਸੇ ਵਿੱਚ ਹੀ ਉਹ ਆਪਣੇ ਪੂਰਾ ਪਰਿਵਾਰ, ਆਪਣੀ ਪੂਰੀ ਸ੍ਰਿਸ਼ਟੀ, ਆਪਣੇ ਇੰਦਰੀਆਂ, ਆਪਣੇ ਅੰਗਾਂ, ਆਪਣੇ ਔਰਗਨਸ ਨੂੰ ਵੀ ਉਹੀ ਟਿਊਨਡ ਕਰਦਾ ਹੈ। ਉਹਨਾਂ ਨੂੰ ਵੀ ਆਪਣੇ ਨਾਲ ਟਿਊਨ ਕਰ ਲੈਂਦਾ, ਉਸਦੀ ਦੀ ਭਗਤੀ ਦੇ ਵਿੱਚ ਹੀ, ਉਹਦੇ ਗੁਣਾਂ ਦੇ ਵਿੱਚ ਹੀ, ਉਹਦੇ ਸਿੱਖਿਆ ਦੇ ਵਿੱਚ। ਹਾਂਜੀ, ਬਿਲਕੁਲ ਸ਼ਾਰਟ ਟੂ ਦਾ ਪੁਆਇੰਟ ਆਪ ਜੀ ਨੇ ਅੰਦਰ ਦੇ ਮਨ ਦੇ ਬਾਰੇ ਸਮਝਾਣਾ ਕੀਤਾ ਕਿ ਮਨ ਅੰਦਰ ਦੀ ਕਿਸ ਤਰ੍ਹਾਂ ਕਾਰ ਵਿਹਾਰ ਕਰਦਾ ਹੈ। ਹਾਂ, ਧੰਨਵਾਦ ਭੂਆ ਜੀ। ਜੀ ਸੁਖਵਿੰਦਰ ਵੀਰ ਜੀ। ਹਾਂਜੀ ਵੀਰ ਜੀ। ਵੀਰ ਜੀ, ਇੱਥੇ ਜਿਹੜੀ ਗੱਲ ਆ ਰਹੀ ਨਾ, ਇੱਕ ਦੇਖੋ ਇੱਥੇ ਸਤਿਗੁਰੂ ਜੀ ਨੇ ਇੱਕ ਤਾਂ ਗੱਲ ਕੀਤੀ ਹੈ ਗੋਵਿੰਦਾ ਦੀ ਗੱਲ ਕਰ ਰਹੇ ਨੇ ਸਤਿਗੁਰੂ ਜੀ, ਇੱਕ ਫਿਰ ਗੱਲ ਕਰ ਰਹੇ ਨੇ ਉੱਪਰ ਸਤਿਗੁਰੂ ਸੇਵਿਆ। ਨੀਚੇ ਉੱਪਰ ਤਾਂ ਗੱਲ ਕਰ ਰਹੇ ਨੇ ਸਤਿਗੁਰੂ ਦੀ ਸੇਵਾ ਦੇ ਨਾਲ, ਥੱਲੇ ਕਹਿੰਦੇ ਨੇ ਮਨ ਵਿੱਚ ਆ ਕੇ ਕੌਣ ਵਸਿਆ? ਕਹਿੰਦੇ ਗੋਵਿੰਦਾ ਆ ਕੇ ਵਸਿਆ। ਸੇਵਾ ਤਾਂ ਹੋ ਰਹੀ ਹੈ ਸਤਿਗੁਰੂ ਜੀ ਦੀ ਤੇ ਮਨ ਵਿੱਚ ਆ ਕੇ ਵਸ ਰਿਹਾ ਗੋਵਿੰਦਾ। ਇਹ ਅਸੀਂ ਇਹਦੇ ਵਿੱਚ ਭਰਮ ਨਹੀਂ ਕਰਨਾ ਕਿ ਇਸ ਗੁਰਬਾਣੀ ਦੇ ਵਿੱਚ ਰੱਬੀ ਹੁਕਮਾਂ ਨੂੰ ਹੀ ਸਤਿਗੁਰੂ ਆਖਿਆ ਜਾਂਦਾ ਹੈ, ਰੱਬੀ ਹੁਕਮਾਂ ਨੂੰ ਹੀ, ਨਾਮ ਨੂੰ ਹੀ ਸਤਿਗੁਰੂ ਆਖਿਆ ਜਾਂਦਾ ਹੈ, ਤੇ ਇਹ ਜਿਹੜੇ ਕੀ ਕਹਿੰਦੇ ਬਾਣੀ, ਸ਼ਬਦ, ਨਾਮ ਨੂੰ ਹੀ ਗੋਬਿੰਦ ਆਖਿਆ ਜਾਂਦਾ ਹੈ। ਜਿਸ ਨੂੰ ਆਖਦੇ ਨਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇੱਕ ਪਾਸੇ ਇਸ ਤਰ੍ਹਾਂ ਆਖਦੇ ਨੇ, ਦੂਜੇ ਪਾਸੇ ਸਤਿਗੁਰੂ ਜੀ ਕਹਿੰਦੇ ਨੇ ਗੁਰਮੁਖ ਰਹਿਆ ਸਮਾਈ, ਘਟ ਘਟ ਮੈਂ ਹਰ ਜੂ ਬਸੈ। ਇਹ ਲਫ਼ਜ਼ ਅਲੱਗ-ਅਲੱਗ ਯੂਜ਼ ਕਰਦੇ ਨੇ ਤੇ ਅਸੀਂ ਇਹਦੇ ਵਿੱਚ ਸਿਰਫ ਭਰਮ ਨਹੀਂ ਕਰਨਾ, ਇਹਨਾਂ ਦਾ ਭਾਵ ਅਰਥ ਇੱਕੋ ਹੀ ਹੈ। ਜਿਹੜਾ ਮਨ ਵਿੱਚ ਆ ਕੇ ਗੋਬਿੰਦ ਵਸਦਾ ਹੈ, ਦੇਖੋ ਗੋਬਿੰਦ ਪਰਮਾਤਮਾ ਵਾਸਤੇ ਵੀ ਆਉਂਦਾ ਨੇ। ਗੁਰਬਾਣੀ ਵਿੱਚ ਗੋਬਿੰਦ ਇਹ ਵੀ ਕਹਿੰਦੇ ਨੇ ਸਾਧੋ ਗੋਬਿੰਦ ਕੇ ਗੁਣ ਗਾਓ। ਲੇਕਿਨ ਇਹ ਵਸਦਾ ਕਿਵੇਂ ਹੈ? ਸਾਡਾ ਸਵਾਲ ਇਹ ਹੋਣਾ ਚਾਹੀਦਾ। ਦੇਖੋ ਇੱਥੇ ਸਤਿਗੁਰੂ ਜੀ ਨਾ ਬੜੀ ਉੱਚੀ ਅਵਸਥਾ ਦੱਸ ਰਹੇ, ਹਿਰਦੇ ਆਏ ਉਠਾ ਗੋਬਿੰਦਾ। ਸਾਡੇ ਸਾਰਿਆਂ ਦਾ ਅਸੀਂ ਚਾਹੁੰਦੇ ਕਿਉਂ ਆ, ਕਿਉਂ ਭਗਤੀ ਕਰਨਾ ਚਾਹੁੰਦੇ ਹਾਂ, ਕਿਉਂ ਅਸੀਂ ਸੇਵਾ ਗੁਰੂ ਦੀ ਕਰਨਾ ਚਾਹੁੰਦੇ ਹਾਂ? ਸਾਡਾ ਏਮ ਹੋਣਾ ਚਾਹੀਦਾ ਕਿ ਸਾਡੇ ਮਨ ਦੇ ਵਿੱਚ ਆ ਕੇ ਗੋਬਿੰਦ ਪਰਮਾਤਮਾ, ਜਿਸ ਨੂੰ ਵੀ ਅਸੀਂ ਰੱਬ ਕਹਿੰਦੇ ਹਾਂ, ਉਹ ਆ ਕੇ ਵਸੇ, ਸਾਡੇ ਹਿਰਦੇ ਵਿੱਚ ਵਸੇ। ਇਹ ਸਾਡਾ ਏਮ ਹੋਣਾ ਚਾਹੀਦਾ ਜ਼ਿੰਦਗੀ ਦਾ। ਔਰ ਉਹਦਾ ਤਰੀਕਾ ਸਤਿਗੁਰੂ ਜੀ ਦੱਸ ਰਹੇ ਨੇ। ਇੱਕ ਜਗ੍ਹਾ ਸਤਿਗੁਰੂ ਜੀ ਹੋਰ ਜੋ ਨਿਯਮ ਹੈ, ਕੀ ਕਹਿੰਦਾ ਹੁਕਮ ਹੈ, ਕਦੀ ਵੀ ਨਹੀਂ ਬਦਲਦਾ, ਉਹ ਸਤਿਗੁਰੂ ਸਾਡੇ ਨਾਲ ਸ਼ੇਅਰ ਕਰਦੇ ਸਨ। ਕਹਿੰਦੇ ਹਨ ਮਨ ਸਤ ਭਾਏ, ਮਨ ਸਤ ਭਾਏ ਭਗਤ ਗੋਵਿੰਦਾ। ਇੱਥੇ ਵੀ ਲਫ਼ਜ਼ ਆ ਰਿਹਾ ਬਾਰ-ਬਾਰ, ਭਗਤ ਵੀ ਆ ਰਿਹਾ ਤੇ ਗੋਵਿੰਦਾ ਲਫ਼ਜ਼ ਵੀ ਆ ਰਿਹਾ। ਲੇਕਿਨ ਉਸ ਤੋਂ ਪਹਿਲਾਂ ਕਹਿੰਦੇ ਨੇ ਤੁਸੀਂ ਭਗਤੀ ਕਦੋਂ ਕਰ ਪਾਓਗੇ? ਤੁਹਾਨੂੰ ਗੋਬਿੰਦ ਕਦੋਂ ਤੁਹਾਡੇ ਮਨ ਵਿੱਚ ਵਸਿਆ? ਗੋਬਿੰਦ ਦੀ ਭਗਤੀ ਕੀ ਹੈ? ਕਹਿੰਦੇ ਉੱਥੋਂ ਸਟਾਰਟ ਹੋਗੀ ਜਦੋਂ ਮਨ ਸਤ ਭਾਏ। ਅਸੀਂ ਸਤ ਨੂੰ ਪਹਿਲਾਂ ਪਰਮੇਸ਼ਰ ਕਰਕੇ ਮੰਨਾਂਗੇ, ਜਿਸ ਨੂੰ ਗੁਰਬਾਣੀ ਆਖਦੇ ਨਾ ਸਤ ਗੁਰ ਪਰਮੇਸ਼ਰ ਮੇਰਾ।
ਸਤਿਗੁਰ ਕੀ ਬਾਣੀ ਸਤ ਸਰੂਪ ਹੈ। ਅਸੀਂ ਸਤ ਤੇ ਭਰੋਸਾ ਲਿਆਵਾਂਗੇ ਤੇ ਸਤ ਸਾਨੂੰ ਪਸੰਦ ਆਏਗਾ। ਸਤ ਹੀ ਸੁਆਮੀ ਹੈ ਜਗਤ ਦਾ। ਸਤ 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 ਪ੍ਰਭ ਸੁਆਮੀ। ਉਹ ਸਤ ਹੀ, ਸਤ ਨੂੰ ਹੀ ਉਹਦਾ ਪਰਾਪੁਰਬਲਾ ਨਾਮ ਆਖਦੇ ਨੇ। ਮਨ ਸਤ ਸਤਨਾਮ ਤੇਰਾ ਪਰਾਪੁਰਬਲਾ। ਜਿਹੜਾ ਸਤ ਲਫ਼ਜ਼ ਗੁਰਬਾਣੀ ਵਿੱਚ ਪ੍ਰਮਾਤਮਾ ਦਾ ਨਾਮ ਸਤ ਦੱਸਿਆ ਗਿਆ ਹੈ। ਕਹਿੰਦੇ ਤੇਰਾ ਏਕ ਨਾਮ ਸੋਈ ਨਾਮ ਸਤ ਪਾਇਓ ਗੁਰ ਅਮਰ ਪ੍ਰਕਾਸ਼। ਇਹ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਨਾ, ਜਿਸ ਨਾਲ ਅਸੀਂ ਤਾਂ ਗੁਰਬਾਣੀ ਤਾਂ ਕਹਿੰਦੀ ਗੁਰੂ ਦੀ ਸਾਰੀ ਮਤ ਗੁਰ ਗਿਆਨ ਪਦਾਰਥ ਨਾਮ ਹੈ। ਇਹ ਉਹਦਾ ਸਰੂਪ ਹੈ। ਇੱਕ ਉਹਦਾ ਨਾਮ ਜੋ ਹੈ ਨਾ ਪਰਾਪੁਰਬਲਾ, ਉਹ ਹੈ ਸਤ। ਜੋ ਇਸ ਪ੍ਰਮਾਤਮਾ ਨੂੰ, ਸਤ ਸਰੂਪ ਪ੍ਰਮਾਤਮਾ ਨੂੰ, ਗੁਣ ਸਰੂਪ ਪ੍ਰਮਾਤਮਾ ਨੂੰ, ਰੱਬੀ ਗੁਣਾ ਰੂਪੀ ਪ੍ਰਮਾਤਮਾ ਨੂੰ ਭਾਉਂਦਾ ਹੈ, ਪਸੰਦ ਕਰਦਾ ਹੈ, ਉਹੀ ਭਗਤੀ ਹੈ। ਗੁਰਬਾਣੀ ਕਹਿੰਦੇ ਤਾਂ ਹੀ ਸੇਵੇਗਾ ਨਾ ਕੋਈ। ਅਗਰ ਕੋਈ ਕਿਸੇ ਨੂੰ ਪਸੰਦ ਹੀ ਨਹੀਂ ਕਰਦਾ, ਉਹਦੀ ਗੱਲ ਸੁਣਨੀ ਪਸੰਦ ਨਹੀਂ ਕਰਦਾ, ਉਹਦੇ ਕੋਲ ਬੈਠ ਕੇ ਉਹਦੀ ਸੇਵਾ ਕਿਵੇਂ ਕਰੇਗਾ? ਕਿਵੇਂ ਅਸੀਂ ਸੇਵਾ ਕਰ ਸਕਦੇ ਹਾਂ ਸਤਿਗੁਰੂ ਜੀ? ਅਗਰ ਸਾਨੂੰ ਸਤਿਗੁਰੂ ਜੀ ਦੇ ਬਾਣੀ ਨਹੀਂ ਪਸੰਦ, ਬਾਣੀ ਦੇ ਸਿਧਾਂਤ ਨਹੀਂ ਪਸੰਦ, ਸਤਿਗੁਰੂ ਦੀ ਸੇਵਾ ਨਹੀਂ ਹੋ ਪਾਏਗੀ। ਸਤਿਗੁਰੂ ਜੀ ਕਹਿੰਦੇ ਨੇ ਹਿਰਦੇ ਵਿੱਚ ਪਰਮਾਤਮਾ ਨੂੰ, ਗੋਬਿੰਦ ਨੂੰ ਵਸਾਉਣਾ ਚਾਹੁੰਦੇ, ਤੁਸੀਂ ਚਾਹੁੰਦੇ ਹੋ ਤੁਹਾਡੇ ਅੰਦਰ ਗੋਬਿੰਦ ਵਸੇ? ਕਹਿੰਦੇ ਗੋਬਿੰਦ ਹੈ ਸਤਿਗੁਰ ਕੀ ਬਾਣੀ। ਜਪ ਮਨ ਮੇਰੇ ਗੋਬਿੰਦ ਕੀ ਬਾਣੀ। ਇਹ ਗੋਬਿੰਦ ਕੀ ਬਾਣੀ ਹੈ, ਗੋਬਿੰਦ ਹੀ ਹੈ, ਇਹ ਬਾਣੀ ਹੀ ਨਿਰੰਕਾਰ ਹੈ, ਬਾਣੀ ਹੀ ਗੋਬਿੰਦ ਹੈ। ਤੂੰ ਮਨ ਸਤਿਗੁਰੂ ਦੀ ਸੇਵਾ ਕਰ, ਗੋਬਿੰਦ ਦੀ ਸੇਵਾ ਕਰ। ਗੋਬਿੰਦ ਦੀ ਸੇਵਾ ਕੀ ਹੈ? ਬਾਣੀ ਦੀ ਸੇਵਾ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਇਹ ਗੋਬਿੰਦ ਕੀ ਬਾਣੀ ਹੈ। ਔਰ ਇਸ ਨੂੰ ਸੇਵਨ ਦੇ ਨਾਲ ਕੀ ਹੋਏਗਾ? ਇਸ ਨੂੰ ਕਹਿੰਦੇ ਤੇਰੇ ਅੰਦਰ ਸਹਿਜ ਅਵਸਥਾ ਬਣੇਗੀ, ਜਿਸ ਨੂੰ ਆਪਾਂ ਸੁਨ ਸਮਾਦ ਵੀ ਆਖਦੇ ਨੇ ਗੁਰਬਾਣੀ ਚ, ਉਸ ਨੂੰ ਸਹਿਜ ਸਮਾਦ ਵੀ ਆਖਦੇ ਨੇ। ਸੁਨ ਸਮਾਦ ਲਗਾਏਗਾ, ਸਹਿਜ ਸਮਾਦ ਵੀ ਲਗਾਏਗਾ, ਉਹ ਵੀ ਇੱਕੋ ਗੱਲ ਵਿੱਚ ਆਉਂਦਾ ਹੈ। ਇਹਦੇ ਨਾਲ ਹੀ ਤੇਰੇ ਅੰਦਰ ਨਾਨਕ ਭਗਤਾ ਸਦਾ ਵਿਗਾਸ, ਜਿਸ ਨੂੰ ਆਖਦੇ ਨੇ ਨਾ ਆਨੰਦ ਭਇਆ ਮੇਰੀ ਮਾਏ, ਉਹ ਤਾਂ ਹੀ ਆਖਿਆ ਉਹਨਾਂ ਸਾਰਿਆਂ ਨੇ। ਜਦੋਂ ਉਹਨਾਂ ਨੂੰ ਆਨੰਦ ਕਦੋਂ ਪਿਆ? ਜਦੋਂ ਸਤਿਗੁਰਤਾ ਪਾਇਆ ਸਹਿਜ ਸੇਤੀ। ਉਹਨਾਂ ਨੇ ਸਤਿਗੁਰੂ ਦੀ ਮੱਤ ਦੇ ਨਾਲ ਸਹਿਜ ਪ੍ਰਾਪਤ ਕੀਤਾ, ਤਾਂ ਹੀ ਉਹਨਾਂ ਨੇ ਆਖਿਆ ਆਨੰਦ ਭਇਆ ਮੇਰੀ ਮਾਏ। ਉਰੇ ਵੀ ਆਖ ਰਹੇ ਨੇ ਸਹਿਜ ਦੇ ਨਾਲ ਹੀ ਆਨੰਦ ਲਫ਼ਜ਼ ਆ ਰਿਹਾ। ਇਸੇ ਨੂੰ ਨਾ ਇੱਕ ਗੁਰਬਾਣੀ ਦਾ ਹੋਰ ਸਿਧਾਂਤ ਹੈ। ਕਹਿੰਦੇ ਨੇ ਆਪਣੇ ਬਾਲਕ ਆਪ ਰੱਖਿਆਨ ਪਾਰ ਬ੍ਰਹਮ ਗੁਰਦੇਵ। ਕਹਿੰਦੇ ਜਿਹੜਾ ਸਾਡਾ ਗੁਰੂ ਪਾਰ ਬ੍ਰਹਮ ਗੁਰਦੇਵ ਹੈ ਨਾ, ਉਹ ਆਪਣੇ ਬਾਲਕਾਂ ਨੂੰ ਕਿਵੇਂ ਰੱਖਦਾ ਹੈ? ਅੱਗੇ ਤੁਕ ਵਿੱਚ ਕਹਿੰਦੇ ਨੇ ਸੁਖ ਸਹਿਜ ਆਨੰਦ ਭਏ ਪੂਰਨ ਭਈ ਸੇ। ਇਹੀ ਉਹਨਾਂ ਦੀ ਸੇਵਾ ਪੂਰੀ ਹੋਣ ਦਾ। ਸੇਵਾ ਪੂਰੀ ਕਦੋਂ ਮੰਨੀ ਜਾਂਦੀ ਹੈ? ਸਾਨੂੰ ਅਸੀਂ ਸਮਝੀਏ ਸਾਨੂੰ ਪਰਮਾ ਪਰਮੇਸ਼ਰ ਕਿਸ ਤਰ੍ਹਾਂ ਰੱਖਦਾ ਹੈ। ਉਹ ਇਸ ਤਰ੍ਹਾਂ ਰੱਖਦਾ ਹੈ, ਅਗਰ ਸਾਡੇ ਮਨ ਵਿੱਚ ਸਹਿਜ ਦਾ, ਆਨੰਦ ਦਾ ਸੁਖ ਪ੍ਰਗਟ ਹੋਇਆ, ਸ਼ਾਂਤ ਪ੍ਰਗਟ ਹੋਈ, ਸ਼ਾਂਤੀ ਜਿਸ ਨੂੰ ਕਹਿੰਦੇ ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਅਗਰ ਇਹ ਆ ਗਈ, ਇਹੀ ਹੈ ਪ੍ਰਮਾਤਮਾ ਦੀ ਰੱਖਿਆ। ਪ੍ਰਮਾਤਮਾ ਇਸ ਤਰ੍ਹਾਂ ਆਪਣੇ ਬਾਲਕਾਂ ਦੀ ਰੱਖਿਆ ਕਰਦਾ ਹੈ। ਇਹ ਉਹਦਾ ਰੱਖੋ, ਐਸਾ ਆਪਾਂ ਕਹਿੰਦੇ ਰਾਖਾ ਏਕ ਹਮਾਰਾ स्वामी। ਕਿਸ ਤਰ੍ਹਾਂ ਰੱਖਦਾ ਹੈ? ਸਾਨੂੰ ਸੁੱਖ ਦਿੰਦਾ ਹੈ, ਸਹਿਜ ਸੁੱਖ ਦਿੰਦਾ ਹੈ, ਆਨੰਦ ਦਿੰਦਾ ਹੈ, ਸ਼ਾਂਤ ਦਿੰਦਾ ਹੈ, ਸ਼ਾਂਤੀ ਦਿੰਦਾ ਹੈ। ਇਹੀ ਹੈ ਪ੍ਰਮਾਤਮਾ ਦੀ ਰੱਖਿਆ। ਅਗਰ ਸਾਡੇ ਅੰਦਰ ਸ਼ਾਂਤੀ ਹੈ, ਸਹਿਜ ਹੈ, ਸੁੱਖ ਹੈ, ਆਨੰਦ ਹੈ, ਇसी ਕਰਕੇ ਇसी ਨੂੰ ਕੋਈ ਸਮਝੀਏ ਕਿ ਸਤਿਗੁਰੂ ਕਹਿੰਦੇ ਤੁਹਾਡੀ ਸੇਵਾ ਪੂਰੀ ਹੋ ਗਈ। ਇਹ ਵੀ ਸੇਵਾ ਪੂਰੀ ਹੋਣ ਦੀ ਨਿਸ਼ਾਨੀ ਹੈ। ਸੁਖ ਸ਼ਾਂਤ ਸਹਿਜ ਆਨੰਦ ਪਏ ਪੂਰਨ ਭਈ ਸੇਵ, ਜਿਸ ਨੂੰ ਕਹਿੰਦੇ ਨੇ ਸਤਿਗੁਰ ਸੇਵਿਆ। ਇਹੀ ਪੂਰਨ ਭਈ ਸੇ ਪੂਰਨ ਸੇਵਾ ਪੂਰੀ ਹੋਣ ਦੀ ਨਿਸ਼ਾਨੀ ਕਿ ਸਾਡੇ ਚ ਸਹਿਜ ਆਨੰਦ ਸ਼ਾਂਤ ਸੁਖ ਪ੍ਰਗਟ ਹੋਣ। ਉਹ ਇਸੇ ਨੂੰ ਹੀ ਕਹਿੰਦੇ ਨੇ ਜਦੋਂ ਸਾਡੇ ਅੰਦਰ ਸਹਿਜ ਪ੍ਰਗਟ ਹੋਏਗਾ, ਆਨੰਦ ਪ੍ਰਗਟ ਹੋਏਗਾ, ਸਤਿਗੁਰੂ ਦੀ ਮੱਤ ਪ੍ਰਗਟ ਹੋਏਗੀ, ਇਸੇ ਨੂੰ ਹੀ ਕਹਿੰਦੇ ਨੇ ਹਿਰਦੇ ਵਿੱਚ ਗੋਬਿੰਦ ਉੱਠਾ, ਗੋਬਿੰਦ ਵਸ ਗਿਆ। ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦ, ਹਰ ਕਰ ਕਿਰਪਾ ਮਨ ਵਸ ਜੀਓ। ਮਨ ਵਿੱਚ ਨਾਮ ਵਸਦਾ ਹੈ, ਮਨ ਵਿੱਚ ਗੁਰੂ ਦੀ ਮੱਤ ਵਸਦੀ ਹੈ। ਗੁਰੂ ਦੀ ਮੱਤ ਹੀ ਪਰਮਾਤਮਾ ਹੈ ਔਰ ਗੁਰੂ ਮਨ ਸਾਡੇ ਵਿਚਾਰ ਹੀ ਮਨ ਹੈ। ਗੁਰੂ ਦੇ ਵਿਚਾਰ ਜਦੋਂ ਆ ਜਾਂਦੇ ਅੰਦਰ ਤਾਂ ਮਨ ਹੁੰਦੇ ਨਹੀਂ, ਮਨ ਵਿਚਾਰ ਹੀ ਹੈ ਰਹਿਣਗੇ ਜਾਂ ਨਾਮ ਵਿਚਾਰ। ਹਉਮੈ ਵਾਲੇ ਵਿਚਾਰਾਂ ਨੂੰ ਕਹਿੰਦੇ ਨੇ ਹਉਮੈ ਕਰਤਾ। ਉਹਦੇ ਨਾਲ ਨੁਕਸਾਨ ਕੀ ਹੁੰਦਾ? ਜਦੋਂ ਹਉਮੈ ਕਰਤਾ ਬਣਦਾ ਸਾਡੇ ਸ੍ਰਿਸ਼ਟੀ ਦਾ, ਹਉਮੈ ਕਰਤਾ ਸਭ ਜਗ ਮੁਆ, ਗੁਰ ਬਿਨ ਘੋਰ ਅੰਧਾਰ ਹੋ ਜਾਂਦਾ ਅੰਦਰ ਸਾਡੇ। ਤੇ ਜਦੋਂ ਸਤਿਗੁਰੂ ਜੀ ਸੇਵਨ ਦੇ ਨਾਲ ਸਾਨੂੰ ਨਾਮ ਪ੍ਰਾਪਤ ਹੁੰਦਾ ਹੈ, ਉਸ ਦੇ ਨਾਲ ਕੀ ਹੁੰਦਾ? ਸਾਡੇ ਅੰਦਰ ਸਤਿਗੁਰੂ ਜੀ ਆਪ ਕਰਤਾ ਬਣ ਜਾਂਦੇ ਨੇ। ਉਹ ਆਪ ਕਰਤਾ ਬਣ ਕੇ ਇਸ ਸਾਰੀ ਬੋਡੀ ਤੋਂ ਵੀ ਫਿਰ ਉਹ ਆਪ ਭਗਤੀ ਕਰਵਾਉਂਦੇ ਨੇ, ਜਿਸ ਨੂੰ ਕਹਿੰਦੇ ਨੇ ਸਹਿਜੇ ਭਗਤ ਕਰੇ ਦਿਨ ਰਾਤੀ। ਉਹ ਆਪ ਜਦੋਂ ਸਤਿਗੁਰੂ ਜੀ ਦੀ ਸਿੱਖਿਆ, ਸਤਿਗੁਰੂ ਦੀ ਮੱਤ ਸਾਡੇ ਅੰਦਰ ਵਸ ਜਾਂਦੀ ਨੇ, ਜਿਸ ਨੂੰ ਕਹਿੰਦੇ ਨੇ ਹਿਰਦੈ ਆਏ ਉੱਠਾ ਗੋਬਿੰਦਾ। ਦੇਖੋ ਗੋਬਿੰਦ ਹੈ,
ਅਸੀਂ ਪ੍ਰਮਾਤਮਾ ਨੂੰ ਕਹਿੰਦੇ ਹਾਂ, ਲੇਕਿਨ ਉਹ ਹਿਰਦੇ ਵਿੱਚ ਆ ਕੇ ਵਸ ਸਕਦਾ ਹੈ। ਗੁਰਬਾਣੀ ਕਹਿੰਦੀ ਵਸ ਸਕਦਾ ਹੈ, ਪ੍ਰਮਾਤਮਾ ਸਾਡੇ ਹਿਰਦੇ 'ਚ ਵਸ ਸਕਦਾ ਹੈ। ਜਦੋਂ ਪ੍ਰਮਾਤਮਾ ਹਿਰਦੇ 'ਚ ਵਸਦਾ ਫਿਰ ਪ੍ਰਮਾਤਮਾ ਹੀ ਸਾਰਾ ਕੁਝ ਅੰਦਰ ਕਰਵਾਉਂਦਾ। ਮਨ ਸੱਤ ਭਾਏ ਕੀਤਾ ਸੀ, ਸੱਤ ਨੂੰ ਪਸੰਦ ਕੀਤਾ ਸੀ, ਸਤਿਗੁਰੂ ਦੀ ਸੇਵਾ ਸ਼ੁਰੂ ਕੀਤੀ, ਭਗਤ ਗੋਵਿੰਦਾ ਪ੍ਰਾਪਤ ਹੋ ਗਈ, ਭਗਤੀ ਪ੍ਰਾਪਤ ਹੋ ਗਈ। ਇਹੀ ਭਗਤ ਹੈ, ਵਿਣ ਗੁਣ ਕੀਤੇ ਭਗਤ ਨਾ ਹੋਏ। ਗੁਣੀ ਸਰੂਪ ਪ੍ਰਮਾਤਮਾ ਨੂੰ ਅੰਦਰ ਵਸਾ ਲਿਆ। ਗੁਣਾਂ ਨੂੰ ਅੰਦਰ ਵਸਾਣਾ ਹੀ ਪ੍ਰਮਾਤਮਾ ਨੂੰ ਅੰਦਰ ਵਸਾਣਾ ਹੈ। ਇਹ ਦੋ ਚੀਜ਼ਾਂ ਨਹੀਂ ਹੈ। ਕਦੀ ਆਪਾਂ ਸੋਚਦੇ ਹਾਂ ਕਿ ਨਹੀਂ, ਗੁਣ ਨੂੰ ਅਸੀਂ ਅੰਦਰ ਵਸਾ ਸਕਦੇ ਹਾਂ, ਲੇਕਿਨ ਪ੍ਰਮਾਤਮਾ ਨੂੰ ਅੰਦਰ ਨਹੀਂ ਵਸਾ ਸਕਦੇ, ਪ੍ਰਮਾਤਮਾ ਦਾ ਰੂਪ ਨਹੀਂ ਹੋ ਸਕਦਾ। ਗੁਣਾਂ ਨੂੰ ਅੰਦਰ ਵਸਾਣਾ ਹੀ ਪ੍ਰਮਾਤਮਾ ਨੂੰ ਅੰਦਰ ਵਸਾਣਾ ਹੈ। ਇੱਕੋ ਹੀ ਭਾਵ ਵਿੱਚ ਆਉਂਦਾ ਹੈ। ਸਾਡੇ ਗੁਣ ਜਿਹੜੇ ਰੱਬੀ ਗੁਣਾਂ ਨੂੰ ਹੀ ਗੁਰੂ ਆਖਦੇ ਨੇ, ਰੱਬੀ ਗੁਣਾਂ ਨੂੰ ਹੀ ਪ੍ਰਮਾਤਮਾ ਆਖਦੇ ਨੇ। ਗੁਣ ਵਸੇ ਰੱਬ ਵਸਿਆ, ਗੁਣ ਬਾਹਰ ਅਵਗੁਣ ਵਸੇ, ਅਵਗੁਣ ਅੰਦਰ ਆਏ, ਜੰਮ ਦੀ ਪੂਰੀ ਬਣ ਗਈ। ਗੁਣਾਂ ਨੂੰ ਵਸਾਣਾ ਹੀ ਪ੍ਰਮਾਤਮਾ ਨੂੰ ਵਸਾਣਾ ਹੈ। ਇਸ ਦੇ ਨਾਲ ਕੀ ਹੋਏਗਾ? ਸਹਿਜੇ ਭਗਤ ਕਰੇ ਦਿਨ ਰਾਤੀ। ਹੁਣ 24 ਘੰਟੇ ਜਿਹੜਾ ਸਾਡੇ ਅੰਦਰਲਾ ਕੀ ਕਹਿੰਦਾ ਜਿਹੜਾ ਸਾਡਾ ਸਿਸਟਮ ਹੈ, ਸਾਨੂੰ ਬੁਰੇ ਖਿਆਲ ਨਹੀਂ ਆਉਂਦੇ ਨੇ। ਸੁਨ ਅਵਸਥਾ ਵਿੱਚ ਕੀ ਹੁੰਦੇ? ਸਿਰਫ ਸਤਿਗੁਰੂ ਜੀ ਦੇ ਵਿਚਾਰਾਂ ਤੋਂ, ਰੱਬੀ ਵਿਚਾਰਾਂ ਤੋਂ ਸਿਵਾਏ ਹੋਰ ਕੋਈ ਵਿਚਾਰ ਅੰਦਰ ਐਂਟਰ ਨਹੀਂ ਕਰਦੇ। ਆਉਂਦੇ ਨੇ, ਉਹ ਇਤਨੀ ਅੱਛੀ ਦ੍ਰਿੜਤਾ, ਸਹਿਜ ਅਡੋਲਤਾ ਅੰਦਰ ਕੀ ਕਹਿੰਦੇ ਜਾਗਰਤ ਹੋ ਜਾਂਦੀ ਹੈ ਕਿ ਸਾਡੇ ਅੰਦਰ ਬੁਰੇ ਵਿਚਾਰ ਟਿਕ ਨਹੀਂ ਸਕਦੇ। ਉਹ ਅੰਦਰ ਅਸੀਂ ਉਸ ਸਾਨੂੰ ਵਾਸਾ ਦਿੰਦੇ ਹੀ ਨਹੀਂ, ਕਿਉਂਕਿ ਅੰਦਰ ਤਾਂ ਹੁਣ ਗੋਬਿੰਦ ਵਸਿਆ ਹੋਇਆ। ਜਦੋਂ ਸਾਡੇ ਅੰਦਰ ਗੋਬਿੰਦ ਵਸਦਾ, ਕੋਈ ਜਗ੍ਹਾ ਨਹੀਂ ਹੈ ਅਵਗੁਣਾ ਵਾਸਤੇ। ਅੰਦਰ ਭਾਂਡਾ ਇੱਕੋ ਹੈ, ਭਾਂਡੇ ਵਿੱਚ ਜਾਂ ਤਾਂ ਨਾਮ ਦੀ ਪਦਾਰਥ ਵਸ ਸਕਦਾ, ਜਾਂ ਗੋਬਿੰਦ ਵਸ ਸਕਦਾ, ਜਾਂ ਅਵਗੁਣ ਵਸ ਸਕਦੇ। ਅੰਦਰ ਹੁਣ ਜਗ੍ਹਾ ਹੀ ਨਹੀਂ ਹੈ ਅਵਗੁਣਾ ਵਾਸਤੇ। ਇਸੇ ਨੂੰ ਕਹਿੰਦੇ ਨੇ ਸਹਿਜੇ ਭਗਤ ਕਰੇ ਦਿਨ। ਹੁਣ ਕੋਈ ਵਿਚਾਰ ਅੰਦਰ ਨਹੀਂ ਟਿਕ ਸਕਦਾ। ਹਾਂ, ਹੁਣ ਉਹਦੇ ਬਾਅਦ ਕੀ ਕਹਿੰਦੇ? ਸਤਿਗੁਰੂ ਕਹਿੰਦੇ ਨੇ ਇਹ ਸਤਿਗੁਰੂ ਨਾਲ ਚੱਲੇਗਾ। ਜਦੋਂ ਸਾਡੇ ਅੰਦਰ ਅਸੀਂ, ਜਿਸ ਨੂੰ ਗੁਰਬਾਣੀ ਇਹ ਅਵਸਥਾ ਕਹਿੰਦੇ ਨੇ ਸਹਿਜੇ ਭਗਤ ਕਰੇ ਦਿਨ, ਫਿਰ ਉਸ ਤੋਂ ਬਾਅਦ ਕਹਿੰਦੇ ਨੇ ਆਪੇ ਭਗਤ ਕਰਾਏਗਾ। ਕਹਿੰਦੇ ਫਿਰ ਉਹ ਅਵਰਾ ਨਾਮ ਜਪਾਉਣ ਵਾਲੇ ਪਾਸੇ ਜਾਂਦਾ। ਆਪ ਜਪੋ ਅਵਰਾ ਨਾਮ ਜਪਾਓ, ਇਸੇ ਨੂੰ ਕਹਿੰਦੇ ਆਪੇ ਭਗਤ ਕਰਾਏਗਾ। ਉਹ ਪਰਉਪਕਾਰ ਕਰਦਾ ਹੈ। ਲੇਕਿਨ ਪਰਉਪਕਾਰ ਅਸੀਂ ਨਾ ਦੇਖੋ, ਅਸੀਂ ਸਮਝੀਏ, ਅਸੀਂ ਅਗਰ ਆਪ ਨਾਮ ਜਪ ਕੇ ਅਗਰ ਸਾਡੇ ਅੰਦਰ ਗੋਬਿੰਦ ਵਸ ਗਿਆ ਤਾਂ ਉਹਦੇ ਨਾਲ ਅਸੀਂ ਦੁਨੀਆ ਨੂੰ ਫਿਰ ਵੀ ਨਹੀਂ ਜਪਾ ਸਕਦੇ। ਇਹ ਲਾਅ ਨਹੀਂ ਹੈ। ਗੁਰਬਾਣੀ ਕਹਿੰਦੀ ਹੈ ਆਪੇ ਬੀਜ ਆਪੇ ਹੀ ਖਾਓ। ਜਿਸ ਨੇ ਜਪਣਾ ਹੈ ਨਾ ਪ੍ਰਮਾਤਮਾ ਨੂੰ, ਉਹਨੂੰ ਆਪੇ ਜਪਣਾ ਪਏਗਾ। ਇੱਕ ਬੰਦਾ ਦੂਜਿਆਂ ਨੂੰ ਨਹੀਂ ਜਪਾ ਸਕਦਾ। ਅਸੀਂ ਕਿਸ ਤਰ੍ਹਾਂ ਦੁਨੀਆ ਨੂੰ ਜੇ ਮੈਂ ਰੱਬੀ ਹੁਕਮਾਂ ਵਿੱਚ ਚੱਲ ਰਿਹਾ, ਮੈਂ ਕਿਸ ਤਰ੍ਹਾਂ ਦੁਨੀਆ ਨੂੰ ਚਲਾ ਸਕਦਾ? ਨਹੀਂ ਚੱਲ ਸਕੇਗੀ ਦੁਨੀਆ। ਮੇਰੇ ਬਾਹਰਲੀ ਦੁਨੀਆ ਮੇਰੇ ਮੁਤਾਬਕ ਨਹੀਂ ਚੱਲ ਪਾਏਗੀ। ਆਪੇ ਭਗਤ ਕਿਸ ਨੂੰ ਭਗਤ ਕਰਾ ਸਕਦੇ ਆ? ਸਾਡੇ ਇਤਿਹਾਸ ਵਿੱਚ ਜੋ ਲਿਖਿਆ ਗਿਆ ਹੈ, ਇਤਿਹਾਸ ਵਿੱਚ ਵੀ ਦੱਸਿਆ ਗਿਆ ਕਿ ਜਿਨ੍ਹਾਂ ਦੇ ਨਾਮ ਤੇ ਇਹ ਬਾਣੀ, ਜਿਨ੍ਹਾਂ ਦੇ ਨਾਮ ਤੇ ਉਹਨਾਂ ਨੇ ਨਾਮ ਦਿੱਤੇ, ਉਹਨਾਂ ਦੇ ਤਾਂ ਬੱਚੇ ਤੱਕ ਵੀ ਉਹਨਾਂ ਦੇ ਕਹਿਣੇ ਵਿੱਚ ਨਹੀਂ ਸਨ। ਤੇ ਕਿਵੇਂ ਭਗਤ ਕਰਵਾਉਂਦੇ ਆ? ਬਾਹਰਲੀ ਭਗਤਾਂ ਦੀ ਗੱਲ ਨਹੀਂ ਚੱਲ ਰਹੀ। ਇਹ ਅੰਦਰਲੇ ਵਸਤੇ ਜੀ ਜਾਂਦੇ, ਉਹ ਸਾਰੇ ਉਹਦੇ ਕਹਿਣੇ ਵਿੱਚ ਆ ਜਾਂਦੇ ਹਨ। ਬਾਹਰਲੀ ਦੁਨੀਆ ਦਾ ਕੋਈ ਇਨਸਾਨ, ਈਵਨ ਕਿ ਸਾਡੇ ਭੈਣ ਭਰਾ, ਕਲੋਜ਼ ਮਾਤਾ ਪਿਤਾ, ਹੋ ਸਕਦਾ ਮੇਰੀ ਵਾਈਫ, ਮੇਰੇ ਬੱਚੇ ਵੀ ਮੇਰੇ ਕਹਿਣਾ ਵਿੱਚ ਨਾ ਹੋਣ, ਚਾਹੇ ਅਸੀਂ ਭਗਤੀ ਕਰੀਏ ਜਾਂ ਨਾ ਕਰੀਏ। ਤੇ ਗੁਰਬਾਣੀ ਤਾਂ ਕਹਿੰਦੀ ਹੈ, ਕਹਿੰਦੇ ਸਾਰੇ ਜੀ ਜੰਤ ਪੂਰਾ ਸੰਸਾਰ ਤੇਰਾ ਭਗਤੀ ਦੇ ਵਿੱਚ ਆ ਜਾਣਾ। ਅੱਛਾ, ਗੁਰਬਾਣੀ ਪਤਾ ਕੀ ਕਹਿੰਦੀ? ਕਹਿੰਦੀ ਹੋਰ, ਕਹਿੰਦੇ ਦੇਖੋ, ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾ। ਕਦੋਂ? ਕਹਿੰਦੇ ਜਦੋਂ ਹਰ ਨਾਮ ਮਨ ਭਿੰਨਾ, ਜਦੋਂ ਸਾਡਾ ਮਨ ਨਾਮ ਵਿੱਚ ਭਿੱਜ ਜਾਂਦਾ ਹੈ ਨਾ, ਨਾਮ ਵਿੱਚ ਮਰਜ ਹੋ ਜਾਂਦਾ, ਨਾਮ ਵਿੱਚ ਸਮਾ ਜਾਂਦਾ, ਕਹਿੰਦਾ ਉਦੋਂ ਇਹ ਸਾਡਾ ਮਨ, ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾ ਹੋ ਜਾਂਦਾ। ਸਾਰੀ ਸ੍ਰਿਸ਼ਟੀ ਇਹਦੇ ਅੰਡਰ ਕੰਟਰੋਲ 'ਚ ਹੋ ਜਾਂਦੀ ਹੈ। ਕਹਿੰਦੀ ਮਨ ਜੀਤੇ ਜਗ ਜੀਤ ਹੋ ਜਾਂਦਾ ਹੈ। ਅੰਦਰਲਾ ਜਗ ਤਾਂ ਜਿੱਤਿਆ ਜਾ ਸਕਦਾ ਜੇ ਅਸੀਂ ਸਮਝਾਂਗੇ ਨਾ ਵੀ ਗੁਰਬਾਣੀ ਅੰਦਰਲੇ ਜਗ ਦੀ ਗੱਲ, ਉਹ ਤਾਂ ਇਹਦੇ ਭਾਣੇ ਵਿੱਚ ਆ ਜਾਂਦੀ ਹੈ। ਇਹਦੇ ਅਕੋਰਡਿੰਗ ਗੱਲ ਮੰਨ ਕੇ ਇਹਦੇ ਨਾਲ ਜਿਵੇਂ ਇਹ ਭਗਤੀ ਕਰਦਾ, ਉਹ ਵੀ ਭਗਤ ਕਰ ਲੱਗਦੇ। ਪਰ ਬਾਹਰਲੀ ਦੁਨੀਆ ਨਹੀਂ ਭਗਤੀ ਕਰਦੀ। ਅਗਰ ਅਸੀਂ ਜੁੜਾਂਗੇ ਰੱਬ ਜੀ ਦੇ ਨਾਲ, ਪਰ ਬਾਹਰਲੇ ਨਹੀਂ ਭਗਤ ਕਰਨਗੇ, ਇਹ ਗੁਰਬਾਣੀ ਦੀਆਂ ਤੁਕਾਂ ਫਿਰ ਝੂਠੀਆਂ ਸਾਬਤ ਹੋ ਜਾਣਗੀਆਂ। ਬਾਹਰਲੀ ਦੁਨੀਆ ਨਹੀਂ ਸਾਡੇ ਕਹਿਣੇ ਵਿੱਚ ਆ ਸਕਦੀ। ਅਗਰ ਅਸੀਂ ਜੁੜਾਂਗੇ, ਔਰ ਕੋਈ ਵੀ ਅਗਰ ਇੱਥੇ ਜਿਹੜੇ ਰੱਬੀ ਭਗਤ, ਜਿਤਨੇ ਭਗਤ ਹੋਏ ਹਨ, ਜਿਤਨੇ ਅਸੀਂ ਕਹਿੰਦੇ ਨੇ ਮਹਾਪੁਰਸ਼ ਹੋਏ ਹਨ, ਉਹਨਾਂ ਦੇ ਕਹਿਣੇ 'ਚ ਦੁਨੀਆ ਨਹੀਂ ਆਈ। ਅੱਜ ਤੱਕ ਵੀ ਦੁਨੀਆ, ਉਹਨਾਂ ਨੇ ਇਤਨੇ ਪਿਆਰੇ ਇਹ ਬਾਣੀ ਸਾਡੇ ਐਕਸਪੀਰੀਅੰਸ ਆਪਣੇ ਨਾਲ, ਸਾਡੇ ਨਾਲ ਸ਼ੇਅਰ ਕਰਕੇ ਗਏ। ਇਹਨਾਂ ਨੂੰ ਕੌਣ ਮੰਨ ਰਿਹਾ? ਨਹੀਂ ਮੰਨ ਰਿਹਾ। ਨਹੀਂ ਉਹਨਾਂ ਦੇ ਅਕੋਰਡਿੰਗ ਕੋਈ ਭਗਤ ਕਰ ਰਿਹਾ। ਹਾਂ, ਉਹਨਾਂ ਦੇ ਅੰਦਰਲੇ ਜੀ ਜੰਤ ਸਨ, ਅੰਦਰਲਾ ਜਿਹੜਾ ਸੰਸਾਰ ਸੀ, ਉਹ ਉਹਨਾਂ ਦੇ ਨਾਲ ਟਿਊਨਡ ਹੋ ਚੁੱਕਾ ਸੀ। ਉਹ ਉਹਨਾਂ ਦੇ ਅਕੋਰਡਿੰਗ ਭਗਤ ਕਰ ਰਿਹਾ ਸੀ। ਸਤਿਗੁਰੂ ਜੀ ਅੰਦਰਲੇ ਜੀ ਜਨਤਾ ਨੂੰ ਉਹ ਫਿਰ ਆਪੇ ਭਗਤ ਕਰਾਏਦਾ, ਉਹ ਗੱਲ ਚੱਲ ਰਹੀ ਹੈ। ਹਾਂਜੀ।
विजी लगता है सतबीर विजी का नेटवर्क प्रॉब्लम है और शायद या लेफ्ट कर गए ने या की चक्कर है। सतबीर विजी आप जी यस सतबीर विजी आप जी हट गए सीगे को होस्ट तो ये सतबीर विजी विजी आ हाँ गए जी, आप हाँ हाँ जी, हाँ जी, हाँ, मेरा ऑफ होके ऑन होया ना, ਤੇ मैं फिर अपने आप ओपन नहीं कर पा ਰਿਹਾ ਸੀ। हाँ जी सुखविंदर भी जी, आप जी ने बड़ी ਬਰੀਕੀ ਦੇ ਨਾਲ ਡਿਟੇਲ ਵਿੱਚ ਸਮਝਾਣਾ ਕੀਤਾ। ਧੰਨਵਾਦ ਆਪ ਜੀ ਦਾ। ਗੁਣਾਂ ਨਾਲ ਸਾਂਝ ਪੈਣਾ ਹੀ ਪ੍ਰਮਾਤਮਾ ਦੇ ਨਾਲ ਸਾਂਝ ਪੈਣਾ ਹੈ। ਗੁਣ ਹੀ ਪ੍ਰਮਾਤਮਾ ਦੇ ਰੂਪ ਪ੍ਰਮਾਤਮਾ ਗੁਣਾਂ ਦੇ ਰੂਪ ਵਿੱਚ ਵਿਚਰ ਰਿਹਾ। ਬੜੀ ਡਿਟੇਲ ਬੜੀ ਬਰੀਕੀ ਨਾਲ ਆਪ ਜੀ ਨੇ ਸਮਝਾਣਾ ਕੀਤਾ। ਧੰਨਵਾਦ ਆਪ ਜੀ ਦਾ। ਸਤਿਗੁਰ ਸੇਵੇ ਸੇ ਵਡ ਭਾਗੀ, सहज पाए सच्ची लिव लागी। सचो सच कमावे सद ही, सच्चे मेल मिलाएंदा। ਸਾਡਾ ਇੱਕ ਪਤਾ ਹੈ ਜੀ ਵਿਚਕਾਰ ਸਤਿਗੁਰ ਤੇ ਵਿਛੜੇ ਤਿੰਨੀ ਦੁੱਖ ਪਾਇਆ। सतगुरु ते विछड़े विजी ओ वाला अच्छा माफी चाहना। सतगुर ते विछड़े तिनी दुख पाया, अनदिन मारिए दुख सवाया। मथे काले महल न पावे, दुखी विच दुख पाएंदा। सतगुर ते विछड़े तिनी दुख पाया। कहंदे जेड़े सतगुर तो विछड़ गए, ਜਿਹੜੇ ਸਤਗੁਰ ਤੋਂ ਵਿਛੜੇ ਉਹਨਾਂ ਦਾ ਜੀਵਨ ਕਿਹੜਾ ਬਣ ਗਿਆ। ਉਹਨਾਂ ਦਾ ਜੀਵਨ ਮਾਨੋ ਵਿਕਾਰਾਂ ਦੀ ਗੁਲਾਮੀ ਵਿੱਚ ਪਹੁੰਚ ਗਿਆ। ਹਉਮੈ ਵਾਲਾ ਜੀਵਨ ਬਣ ਗਿਆ, ਮਹਿਲ ਵਾਲਾ ਜੀਵਨ ਬਣ ਗਿਆ। ਉਹਨਾਂ ਦਾ ਜੀਵਨ ਰੋਗਾਂ ਵਾਲਾ ਬਣ ਗਿਆ, ਹਾਏ ਹਾਏ ਵਾਲਾ ਬਣ ਗਿਆ। ਅਸੀਂ ਧਿਆਨ ਦਈਏ ਨਾ, ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਆਉਂਦੇ ਹਨ, ਤਕਲੀਫਾਂ ਆਉਂਦੀਆਂ ਹਨ, ਕਲੇਸ਼ ਆਉਂਦੇ ਹਨ, ਅਸੀਂ ਦੋਸ਼ ਦੂਜਿਆਂ ਨੂੰ ਦਿੰਦੇ ਹਾਂ। ਗੁਰੂ ਸਾਹਿਬ ਸਮਝਾ ਰਹੇ ਹਨ ਦੋਸ਼ ਕਿਸੇ ਹੋਰ ਦਾ ਨਹੀਂ। ਧਿਆਨ ਦੇ, ਸਤਿਗੁਰ ਤੇ ਵਿਛੜੇ, ਸਤਿਗੁਰ ਤੋਂ ਵਿਛੜ ਗਿਆ ਇਸ ਲਈ ਤੂੰ ਤਕਲੀਫ ਪਾ ਰਿਹਾ। ਸਤਿਗੁਰ ਤੇ ਵਿਛੜੇ ਤਿਨੀ ਦੁੱਖ ਪਾਇਆ। ਕਹਿੰਦੇ ਆਤਮਕ ਮੋਤੇ ਮਰਨ ਲੱਗ ਪਿਆ, ਦੁੱਖ ਤੋਂ ਪਾਓ ਆਤਮਕ ਮੌਤ ਮਰਨ ਲੱਗ ਪਿਆ। ਤੇ ਹੁਣ ਇਸੇ ਲਈ ਤੂੰ ਦੁੱਖਾਂ ਵਿੱਚ ਹੈ, ਇਸੇ ਲਈ ਤੇਰੀ ਜ਼ਿੰਦਗੀ ਵਿੱਚ ਕਲੇਸ਼ ਹਨ, ਇਸੇ ਲਈ ਤੂੰ ਤਕਲੀਫਾਂ ਵਿੱਚ ਹੈ, ਇਸੇ ਲਈ ਤੂੰ ਰੋਗਾਂ ਵਿੱਚ ਹੈ। ਅਨਦਿਨ ਮਾਰੀਏ ਦੁੱਖ ਸਬਾਇਆ, ਅਨਦਿਨ ਮਾਰੀਏ। ਕਹਿੰਦੇ ਨੇ ਉਹਨਾਂ ਦਾ ਫਿਰ ਕੀ ਜੀਵਨ ਬਣਦਾ ਹੈ। ਅਨਦਿਨ ਮਾਰੀਏ, ਹਰ ਵਕਤ ਉਹਨਾਂ ਨੂੰ ਮਾਰ ਪੈਂਦੀ ਹੈ। ਫਿਰ ਉਹਨਾਂ ਨੂੰ ਹਰ ਪਾਸੇ ਉਹਨਾਂ ਨੂੰ ਤਕਲੀਫਾਂ ਮਾਨੋ ਉਹਨਾਂ ਨੂੰ ਚੋਟਾਂ ਪਹੁੰਚਾਉਂਦੀਆਂ। ਕਦੀ ਕਾਮ ਉਹਨਾਂ ਨੂੰ ਠੇਡੇ ਮਾਰਦਾ ਹੈ, ਕਦੀ ਕ੍ਰੋਧ ਉਹਨਾਂ ਨੂੰ ਠੇਡੇ ਮਾਰਦਾ ਹੈ। ਹਰ ਵਕਤ ਅਨਦਿਨ ਮਾਰੀਏ। ਇਨ ਵਿਕਾਰਾਂ ਦੀ ਗੁਲਾਮੀ ਵਿੱਚ ਸੰਸਾਰ ਵਿੱਚ ਕਾਰ ਵਿਹਾਰ ਕਰਦੇ ਹਨ। ਉਹਨਾਂ ਦੇ ਮੂੰਹ ਤੋਂ ਵਿਕਾਰ ਬੋਲਦੇ ਹਨ। ਜਦੋਂ ਵਿਕਾਰ ਉਹਨਾਂ ਦੇ ਮੁਖ ਤੋਂ ਬਾਹਰ ਨਿਕਲਦੇ ਹਨ ਤੇ ਮਾਨੋ ਸੰਸਾਰ ਤੋਂ ਉਹਨਾਂ ਨੂੰ ਜਿਹੜੀਆਂ ਚੋਟਾਂ ਪੈਂਦੀਆਂ ਹਨ, ਕਿਉਂਕਿ ਵਿਕਾਰਾਂ ਦੀ ਅਧੀਨਗੀ ਵਿੱਚ ਕਾਰ ਕਰ ਰਹੇ ਹਨ। ਅਨਦਿਨ ਮਾਰੀਏ, ਅਨਦਿਨ ਫਿਰ ਉਹਨਾਂ ਨੂੰ ਚੋਟਾਂ ਪੈ ਰਹੀਆਂ ਹਨ। ਔਰ ਜ਼ਿੰਦਗੀ ਕਿਹੋ ਜਿਹੀ ਬਣ ਗਈ ਹੈ, ਦੁੱਖ ਸਬਾਇਆ। ਮਾਨੋ ਤ੍ਰਿਸ਼ਨਾ ਦੀ ਅਗਨੀ ਦੇ ਕੁੰਡ ਵਿੱਚ ਗਿਰੇ ਹੋਏ ਹਮੇਸ਼ਾ ਦੁੱਖਾਂ ਵਿੱਚ ਸੜਦੇ ਰਹਿੰਦੇ ਹਨ ਔਰ ਉਹਦੇ ਵਿੱਚੋਂ ਨਿਕਲਣ ਦਾ ਰਾਹ ਨਹੀਂ ਲੱਭਦਾ ਉਹਨਾਂ ਨੂੰ। ਅਨਦਿਨ ਮਾਰੀਏ ਦੁੱਖ ਸਵਾਇਆ, ਮੱਥੇ ਕਾਲੇ ਮਹਿਲ ਨਾ ਪਾਵੇ, ਦੁਖੀ ਵਿੱਚ ਦੁੱਖ ਪਾਇੰਦਾ। ਮੱਥੇ ਕਾਲੇ, ਮੱਥੇ ਕਾਲੇ ਤੋਂ ਪਾਵੇ ਮੂੰਹ ਕਾਲਾ ਹੋ ਜਾਣਾ। ਪਾਓ ਵਿਕਾਰਾਂ ਦੀ ਅਧੀਨਗੀ ਵਿੱਚ ਜਦੋਂ ਕਾਰ ਵਿਹਾਰ ਕਰਦੇ ਹਨ ਤੇ ਬੇਪਤ ਹੁੰਦੇ ਹਨ। ਹਰ ਜਗ੍ਹਾ ਤੋਂ ਠੇਡੇ ਖਾਣਾ, ਬੇਪਤ ਹੋਣਾ। ਮਹਿਲ ਨਾ ਪਾਵੇ, ਮਹਿਲ ਤੋਂ ਕੀ ਪਾਵੇ। ਵੈਸੇ ਦੁਨਿਆਵੀ ਅੱਖਰਾਂ ਵਿੱਚ ਅਸੀਂ ਮਹਿਲ ਅਸੀਂ ਸਮਝੀਏ ਨਾ, ਮਹਿਲ ਅਸੀਂ ਦੁਨਿਆਵੀ ਅੱਖਰ ਨੂੰ ਕਿਸੇ ਵੱਡੇ ਮਕਾਨ ਨੂੰ ਅਸੀਂ ਕਹਿੰਦੇ ਹਾਂ ਮਹਿਲ ਹੈ। ਜਿਹੜੇ ਇੱਟਾਂ ਪੱਥਰਾਂ ਦਾ ਮਕਾਨ ਬਣਿਆ ਹੋਇਆ ਵੱਡਾ, ਉਹਨੂੰ ਅਸੀਂ ਮਹਿਲ ਕਹਿੰਦੇ ਹਾਂ। ਹੁਣ ਮਹਿਲ ਨਾ ਪਾਵੇ ਤੇ ਅਸੀਂ ਉਹੀਓ ਦ੍ਰਿਸ਼ਟਾਂਤ ਮਨ ਵਿੱਚ ਬਣਾ ਲੈਂਦੇ ਹਾਂ ਕਿ ਸ਼ਾਇਦ ਪ੍ਰਮਾਤਮਾ ਕਿਧਰੇ ਦਰਬਾਰ ਵੱਡਾ ਮਹਿਲ ਬਣਾ ਕੇ ਬੈਠਾ ਹੈ, ਅਸੀਂ ਉੱਥੇ ਤੱਕ ਪਹੁੰਚਣਾ ਹੈ। ਅਸੀਂ ਗੁਰਦੁਆਰਾ ਵੀ ਜਿਹੜਾ ਨਾ ਬਿਲਡਿੰਗ ਨੂੰ ਸਮਝ ਲੈਂਦੇ ਹਾਂ। ਅਸੀਂ ਗੁਰਦੁਆਰਾ ਬਿਲਡਿੰਗ ਨੂੰ ਕਹਿੰਦੇ ਹਾਂ, ਪਰ ਗੁਰਦੁਆਰੇ ਦਾ ਜ਼ਿਕਰ ਜਦੋਂ ਵੀ ਆਉਂਦਾ ਹੈ ਨਾ, ਗੁਰਦੁਆਰੇ ਤੋਂ ਕੀ ਪਾਵੇ,
ਗੁਰੂ ਦੇ ਚਰਨਾਂ ਵਿੱਚ ਬੈਠਣਾ ਗੁਰਦੁਆਰੇ ਜਾਣਾ ਹੈ, ਗੁਰੂ ਦੇ ਸ਼ਬਦ ਨਾਲ ਜੁੜਨਾ ਗੁਰਦੁਆਰਾ ਹੈ। ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇੱਕ ਬਿਲਡਿੰਗ ਵਿੱਚੋਂ ਹਟਾ ਕੇ ਦੂਜੀ ਬਿਲਡਿੰਗ ਵਿੱਚ ਕਰ ਦਿੱਤਾ ਜਾਏ ਤੇ ਅਸੀਂ ਕਹਿੰਦੇ ਹਾਂ ਹੁਣ ਪੁਰਾਣੀ ਬਿਲਡਿੰਗ ਵਿੱਚ ਗੁਰਦੁਆਰਾ ਨਹੀਂ ਹੈ, ਨਵੀਂ ਬਿਲਡਿੰਗ ਵਿੱਚ ਗੁਰਦੁਆਰਾ ਹੈ। ਭਾਵ ਗੁਰੂ ਦਾ ਸ਼ਬਦ ਹੀ ਗੁਰਦੁਆਰਾ ਹੈ। ਗੁਰੂ ਦੇ ਸ਼ਬਦ ਨਾਲ ਜੁੜਨਾ ਹੀ ਜਿਹੜੀ ਹੈ ਮਹਿਲ ਨਾ ਪਾਵੇਂ ਜਿਹੜਾ ਜ਼ਿਕਰ ਆ ਰਿਹਾ ਹੈ, ਭਾਵ ਉਹਨਾਂ ਦੀ ਸੁਰਤ ਪ੍ਰਮਾਤਮਾ ਦੇ ਚਰਨਾਂ ਵਿੱਚ ਨਹੀਂ ਜੁੜ ਪਾ ਰਹੀ, ਉਹ ਟਿਕਾਣਾ ਨਹੀਂ ਮਿਲ ਪਾ ਰਿਹਾ, ਸੱਚ ਦਾ ਟਿਕਾਣਾ ਨਹੀਂ ਮਿਲ ਪਾ ਰਿਹਾ, ਉਹ ਸਹਿਜ ਵਾਲੀ ਅਵਸਥਾ ਨਹੀਂ ਬਣ ਪਾ ਰਹੀ। ਮੱਥੇ ਕਾਲੇ ਮਹਿਲ ਨਾ ਪਾਵੇ, ਦੁੱਖ ਹੀ ਵਿੱਚ ਦੁੱਖ ਪਾਉਂਦਾ, ਦੁੱਖ ਹੀ ਵਿੱਚ ਕਹਿੰਦੇ ਦੁੱਖਾਂ ਦੇ ਵਿੱਚ ਹੀ ਪਿਆ ਹੋਇਆ ਤੇ ਦੁੱਖ ਪਾਉਂਦਾ ਤੇ ਦੁੱਖ ਹੀ ਦੁੱਖ ਪਾਉਂਦਾ। ਜਿਸ ਤਰ੍ਹਾਂ ਅਸੀਂ ਉਦਾਹਰਨ ਦੇ ਤੌਰ ਤੇ ਸੂਅਰ ਦਾ ਜ਼ਿਕਰ ਵੀ ਗੁਰਬਾਣੀ ਵਿੱਚ ਆਉਂਦਾ ਹੈ ਨਾ, ਅਸੀਂ ਸੂਅਰ ਦਾ ਅਸੀਂ ਧਿਆਨ ਤੱਕੀਏ ਨਾ, ਅਕਸਰ ਕਿਚੜ ਦੇ ਵਿੱਚ ਬੈਠਾ ਹੁੰਦਾ, ਗੰਦਗੀ ਵਿੱਚ ਬੈਠਾ ਹੁੰਦਾ, ਗੰਦਗੀ ਖਾਂਦਾ ਰਹਿੰਦਾ ਹੈ, ਗੰਦਗੀ ਖਾਂਦਾ ਹੈ ਤੇ ਗੰਦਗੀ ਹੀ ਉਗਲਦਾ ਹੈ। ਸੂਅਰ ਦੀ ਜ਼ਿੰਦਗੀ ਇਹੋ ਹੈ ਕਿ ਗੰਦਗੀ ਵਿੱਚ ਬੈਠਾ। ਹੁਣ ਅਸੀਂ ਕਿਹੜੀ ਗੰਦਗੀ ਵਿੱਚ ਬੈਠੇ ਹਾਂ, ਉਹ ਗੰਦਗੀ ਵੈਸੇ ਨਹੀਂ ਨਜ਼ਰ ਆ ਰਹੀ, ਲੇਕਿਨ ਵਿਕਾਰਾਂ ਦੀ ਗੰਦਗੀ ਵਿੱਚ ਅਸੀਂ ਬੈਠੇ ਹਾਂ, ਵਿਕਾਰ ਹੀ ਬੋਲ ਰਹੇ ਹਾਂ, ਵਿਕਾਰ ਹੀ ਸੁਣ ਰਹੇ ਹਾਂ ਤੇ ਵਿਕਾਰਾਂ ਦਾ ਹੀ ਜੀਵਨ ਬਣ ਰਿਹਾ ਤੇ ਨਤੀਜਾ ਦੁੱਖ ਹੀ ਦੁੱਖ ਪ੍ਰਾਪਤ ਹੋ ਰਿਹਾ, ਦੁੱਖ ਹੀ ਵਿੱਚ ਦੁੱਖ ਪਾਉਂਦਾ। ਜੀ ਹਰਵਿੰਦਰ ਵੀ ਜੀ। ਦੇਖੋ ਅਸੀਂ ਇਹਦਾ ਜਿਹੜਾ ਇਸ ਤੋਂ ਉਤਲਾ ਪਦਾ ਹੈ ਨਾ, ਉਹਦੇ ਅੰਦਰ ਵੀ ਸਤਿਗੁਰੂ ਦੇ ਨਾਲ ਜੁੜਿਆ ਕੀ ਹੋਏਗਾ। ਕਹਿੰਦੇ ਨੇ ਇਫ ਯੂ ਡੂ ਦਿਸ ਦੈਨ ਦਿਸ, ਇਫ ਯੂ ਡੋਂਟ ਡੂ ਦਿਸ ਦੈਨ ਵਾਟ। ਦਾ ਪਹਿਲਾ ਪਦਾ ਕੀ ਕਹਿ ਰਿਹਾ ਹੈ, ਸਤਿਗੁਰੂ ਸੇਵਿਆ ਸਹਿਜ ਆਨੰਦਾ, ਹਿਰਦੇ ਆਏ ਉਠਾ ਗੋਵਿੰਦਾ, ਸਹਿਜੇ ਭਗਤ ਕਰੇ ਦਿਨ ਰਾਤੀ। ਜਿਹਨੇ ਗੁਰੂ ਦੀ ਸੇਵਾ ਕੀਤੀ ਉਹਦੇ ਜੀਵਨ ਵਿੱਚ ਇਹ ਕੁਝ ਆਏਗਾ। ਅੱਛਾ, ਜਿਹਨੇ ਨਹੀਂ ਕੀਤੀ, ਗੁਰੂ ਨੇ ਉਹ ਪੱਖ ਵੀ ਨਾਲ ਰੱਖ ਕੇ ਚੱਲਣਾ ਹੈ। ਅਸੀਂ ਕਹਿੰਦੇ ਵੀ ਸਤਿਗੁਰ ਤੇ ਵਿਛੜੇ ਜਿਹੜੇ ਬੰਦੇ ਸਤਿਗੁਰੂ, ਅੱਛਾ ਨੇ ਸਤਿਗੁਰ ਹੈ ਗਿਆਨ, ਸਤਿਗੁਰ ਹੈ ਪੂਜਾ, ਸਤਿਗੁਰੂ ਸੇਵੀ ਅਵਰ ਨਾ ਦੂਜਾ। ਸਤਿਗੁਰੂ ਤੇ ਮੇਰਾ ਗਿਆਨ ਸਰੂਪ ਹੈ, ਸਤਿਗੁਰ ਹੈ ਗਿਆਨ। ਤੇ ਇਹ ਰੱਬੀ ਗਿਆਨ ਤੋਂ ਟੁੱਟਿਆ ਹੋਇਆ ਜਿਹੜਾ ਜੀਵਨ ਹੈ ਨਾ, ਇਹ ਗੁਰੂ ਕੋਲੋਂ ਅਗਵਾਈ ਨਹੀਂ ਲੈਂਦਾ ਪਿਆ। ਜਿਹੜਾ ਬੰਦਾ ਹੁਣ ਆਪਣੇ ਮਨ ਦੀ ਅਗਵਾਈ ਵਿੱਚ ਜੋ ਹੁਣ ਉਹ ਆਪਣਾ ਜੀਵਨ ਬਤੀਤ ਕਰਦਾ ਪਿਆ, ਕਹਿੰਦੇ ਸਤਿਗੁਰ ਤੇ ਵਿਛੜੇ ਤਿੰਨੀ ਦੁੱਖ ਪਾਇਆ। ਕਹਿੰਦੇ ਨੇ ਜਿਤਨੇ ਨਰਕ ਸੇ ਮਨਮੁਖ ਭੋਗ ਹੈ, ਗੁਰਮੁਖ ਲੇਪ ਨਾ ਮਾਸਾ ਹੈ। ਜਿਨ੍ਹਾਂ ਨੇ ਤੇ ਗਿਆਨ ਸਰੂਪ ਗੁਰੂ ਦੀ ਸੇਵਾ ਕੀਤੀ, ਉਹਨਾਂ ਦਾ ਜੀਵਨ ਗੁਰੂ ਕਹਿੰਦਾ ਪਿਆ ਉੱਤੇ ਕਹਿ ਕੇ ਆਏ ਨੇ ਸਾਨੂੰ ਵੀ ਉਹ ਸਹਿਜ ਆਨੰਦ ਦਾ ਆਨੰਦ ਉਹਨਾਂ ਦੇ ਜੀਵਨ ਦਾ ਸਹਿਜ ਹੀ ਹੈ। ਉਹ ਕਦੀ ਵੀ ਅਸੀਂ ਜਦੋਂ ਇਤਿਹਾਸਿਕ ਪੱਖ ਵੀ ਦੇਖਣੇ ਪਿਆ, ਜੇ ਗੁਰੂ ਸਾਹਿਬ ਕੋਲੋਂ ਵੀ ਜੇ ਆਨੰਦਪੁਰ ਸਾਹਿਬ ਦਾ ਕਿਲਾ ਛੁੱਟ ਗਿਆ ਹੈ ਜਾਂ ਬੱਚੇ ਸ਼ਹੀਦ ਹੋਏ ਨੇ, ਗੁਰੂ ਸਾਹਿਬ ਕਦੀ ਵੀ ਢਹਿੰਦੀ ਕਲਾ ਵਿੱਚ ਨਹੀਂ ਗਏ। ਉਹਨਾਂ ਦੇ ਜੀਵਨ ਵਿੱਚ ਉਹ ਖਿੜਾ ਹਮੇਸ਼ਾ ਚੜ੍ਹਦੀ ਕਲਾ ਵਾਲੀ ਅਵਸਥਾ ਹਮੇਸ਼ਾ ਜਿਹੜੀ ਉਹ ਬਣੀ ਰਹੀ ਹੈ। ਕਹਿੰਦੇ ਸਤਿਗੁਰ ਜਿਲ ਕਿ ਜਿਹੜੇ ਸਤਿਗੁਰ ਤੋਂ ਵਿਛੜੇ ਹੋਏ ਨੇ, ਸਤਿਗੁਰ ਤੋਂ ਵਿਛੜਨਾ ਕੀ ਹੈ? ਅਸੀਂ ਕਹਿੰਦੇ ਸਤਿਗੁਰ ਹੈ ਗਿਆਨ, ਤੇ ਸਤਿਗੁਰ ਤੋਂ ਜਿਹੜਾ ਪਾਓ ਇਹ ਰੱਬੀ ਗਿਆਨ ਜਿਹੜੇ ਟੁੱਟ ਜਾਂਦੇ ਨੇ ਨਾ, ਕਹਿੰਦੇ ਜੋ ਜੀ ਹਰ ਤੇ ਵਿਛੜੇ ਸੇ ਸੁਖ ਨਾ ਵਸਨ ਪੈਣ। ਜਿਹੜੇ ਬੰਦੇ ਰੱਬ ਤੋਂ, ਗੁਰੂ ਦੇ ਗਿਆਨ ਤੋਂ ਟੁੱਟ ਕੇ ਆਪਣੀ ਮਨ ਦੀ ਅਗਵਾਈ ਵਿੱਚ ਕਰਮ ਕਰਨਾ ਸ਼ੁਰੂ ਕਰ ਦਿੰਦੇ ਨੇ। ਮੈਨੂੰ ਪਤਾ ਠੀਕ ਹੈ, ਝੂਠ ਬੋਲਣਾ ਪੈਂਦਾ ਹੈ, ਵੀ ਇਹ ਵੀ ਕਰਨਾ ਪੈਂਦਾ, ਦੁਨੀਆਦਾਰੀ ਦਿਖਾਵਾ ਵੀ ਕਰਨਾ ਪੈਂਦਾ, ਸਾਰਾ ਕੁਝ ਨਾ ਅਸੀਂ ਉਹਨੂੰ ਫਿਰ ਜਸਟੀਫਾਈ ਵੀ ਕਰਨੇ ਆ, ਕੁਝ ਕੰਮ ਕਹਿੰਦੇ ਕਰਨੇ ਪੈਂਦੇ ਨੇ। ਉਹ ਫਿਰ ਉਹਨੂੰ ਗੁਰੂ ਕੋਲੋਂ ਗਿਆਨ ਲੈ ਕੇ ਨਹੀਂ ਚੱਲਦਾ ਪਿਆ। ਗੁਰੂ ਕਹਿੰਦੇ ਨੇ ਸਤਿਗੁਰ ਤੇ ਜਿਹੜੇ ਤਿੰਨੀ, ਉਹਨਾਂ ਦਾ ਜੀਵਨ ਪਹਿਲਾਂ ਸੀ ਹਾਂ ਜੁੜਿਆ ਰਹੇਗਾ ਤੇ ਆਨੰਦ ਵਾਲਾ ਜੀਵਨ। ਜੇ ਵਿਛੜਿਆ ਹੋਇਆ ਜੀਵਨ ਕੀ ਕਹਿੰਦੇ ਫਿਰ ਤਿੰਨੀ ਦੁੱਖ ਪਾਇਆ। ਕਹਿੰਦੇ ਅਨ ਦਿਨ ਮਾਰੀਐ ਦੁੱਖ ਸਬਾਇਆ। ਸਬਾਇਆ ਪਾਓ ਹਰ ਕਿਸਮ ਦਾ, ਉਹਨਾਂ ਨੂੰ ਨਾ ਹਰ ਕਿਸਮ ਦਾ। ਅਸੀਂ ਕੋ ਜਿਹੜਾ ਸੋਹਲਾ ਸਾਹਿਬ ਦੀ ਬਾਣੀ ਪੜ੍ਹਨੇ, ਕਹਿੰਦੇ ਨੇ ਸਾਕਤ ਹਰ ਰਸ ਸਾਧ ਨਾ ਜਾਣਿਆ। ਸਾਕਤ ਰੱਬ ਤੋਂ ਟੁੱਟਿਆ ਹੋਇਆ ਬੰਦਾ, ਕਹਿੰਦੇ ਉਹਨੇ ਪਰਮਾਤਮਾ ਦੇ ਭਗਤੀ ਦਾ ਆਨੰਦ ਜਿਹੜਾ ਨਾ ਉਹਨੇ ਸਾਕਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹਉਮੈ ਕੰਡਾ ਹੈ। ਉਹ ਸਮਝਦੇ ਨੇ ਕਿ ਨਹੀਂ ਮੈਂ ਠੀਕ ਹਾਂ, ਮੈਨੂੰ ਪਤਾ ਹੈ, ਗੁਰੂ ਤੇ ਕਹਿੰਦਾ ਲੇਕਿਨ ਮੈਨੂੰ ਇਹ ਕਰਨਾ ਪਏਗਾ, ਇਹ ਮੈਨੂੰ ਕਰਨਾ ਪਏਗਾ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹਉਮੈ ਕੰਡਾ ਹੈ। ਕਹਿੰਦੇ ਜੋ ਚਲੈ ਚੁਭ ਹੈ ਦੁੱਖ ਪਾਵੇ। ਉਹ ਆਪਣੀ ਜ਼ਿੰਦਗੀ ਵਿੱਚ ਪਰੇਸ਼ਾਨ ਵੀ ਬਹੁਤ ਹੁੰਦੇ ਨੇ, ਜਿਹੜੇ ਇਸ ਪਾਸੇ ਟੁਰਦੇ ਨੇ, ਜਿਹੜਾ ਬਹੁਤ ਦਿਖਾਵਾ ਕਰਤਾ, ਵਿਆਹਾਂ ਤੇ ਲੱਖਾਂ ਰੁਪਇਆ ਖਰਚਾ ਕਰ ਦਿੱਤਾ, ਫਿਰ ਉਹਨਾਂ ਨੂੰ ਸਹੇੜਨਾ ਵੀ ਦੇ ਪਏਗਾ ਬਾਅਦ ਵਿੱਚ। ਉਹਨਾਂ ਨੂੰ ਬੱਚਿਆਂ ਨੂੰ ਪਹਿਲਾਂ ਵਿਗਾੜ ਦਿੱਤਾ, ਹੁਣ ਉਹ ਜਦੋਂ ਜਿਹੜੀ ਉਹ ਹਾਲਤ ਬਣੇਗੀ, ਕਹਿੰਦੇ ਸਾਕਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹਉਮੈ ਕੰਡਾ, ਜੋ ਚਲੇ ਚੁਭੇ ਦੁੱਖ ਪਾਵੇ। ਜਮਕਾਲ ਸਹਿ ਸਿਰ ਡੰਡਾ ਹੈ। ਵੀ ਉਹ ਇੱਕ ਹੋਰ ਸ਼ਬਦ ਕਹਿੰਦੇ ਕਰੇ ਗੁਮਾਨ ਚੁਭੇ ਤਿਸ ਸੂਲਾ। ਸੂਲ ਕੰਡਾ
करे गुमान चुबे तो ससूला को काडन को नाही, ए कंडा होर कोई नहीं काट सकता। कहते अजय सु चोब को बिल बिलाते नरके घोर पचाई। तो इतने अजय भी बंदा ए लाइफ स्टाइल बंदा गुरु तो टुट के, गुरु दे ज्ञान तो टुट के दुखी बहुत है, लेकिन उस दे बावजूद ओ डैना ओ इस रस्ते ओ हटदा नहीं। भी अंदिन मारिया दुख सुबाया, कहते मथे काले उन्हां दे भी कह लो डिसऑनर्ड जिन्हों कह लो पिछे मथे काले, कहते सतगुर ते जो मुंह फेरे मथे तिन काले। जिन्हों ने पाओ वो डिसरिस्पेक्टफुल जीवन जड़ा है ना, वो वाला मथे काले महल ना पावे परमात्मा दी हजूरी। कहते अच्छा मिलेगी किवें? कहते शब्द भेद कोई महल पाए। जे तू शब्द नूं जिंदगी विच एक्सेप्ट कर लिता, शब्द ने तेरी जिंदगी नूं भेद दिता, शब्द तेरी जिंदगी च आके टिक गया। कहते जे प्रभ भावै तां महल बुलावे। जदों तेरा जीवन रब नूं पसंद आ गया ना, फिर रब तेनू अपनी हजूरी विच बुला लैंदा। इत्थे कहंदे ने भी मथे काले महल ना पावे, दुख ही विच दुख पाएंदा। तेरा जीवन अनदिन दुखां विच जिहड़ा ना भी अनदिन दुख कमाउंदे नित जो है जम जाले। क्योंकि वो गुरु दे स्टार्ट कितों किता ने भी सतगुर ते विछड़े। जिहड़े अरसे कहने सतगुर कौन है? सतगुर है ज्ञान। जिन्हां ने जिहड़े बंदे अपने मन की अगुवाई विच टुरना शुरू हो गए, उन्हां दे जीवन का दृष्टांत है ना। हाँ, जिहड़े जुड़े हुए ने, जिन्हां ने सतगुर की सेवा की, वो सानू गुरु पहला समझा के आए ने। हुण जिहड़े टुटे हुए ने, उन्हां दा भी दृष्टांत सानू गुरु साहब ना नाल देंदे पे। हाँ जी धन्यवाद वीर जी। बिल्कुल पिछले पदे विच जुड़ियां दा जिक्र करके समझाना कीता ते इत्थे टुटियां दा जिक्र कीता। ते टुटे क्यों हैं? जिस तरह इंज समझ लिए कई बारी दृष्टांत दिता जाता ना, मेले विच बच्चा अपने पेरेंट्स तो विछड़ गया ते असी इत्थे सच तो विछड़े हुए भटक रहे हैं। ते वो बच्चा दा जीवन किहो जिहा बनदा है जिहड़ा मेले विच विछड़ गया मां प्यो तो ते सारी जिंदगी परिवार नाल नहीं मिल पाया। ते इत्थे साडा सच दा परिवार परमात्मा समझ लईए, गुरु समझ लईए, गुरु दे गुणां नूं समझ लईए ते गुणां तो विछड़ के साडा जीवन उही दुखां वाला बन जाता है कि अपने सच दे परिवार तो असी विछड़ गए। जी इकबाल वीर जी। हाँ जी, सतगुर ते विछड़े तिन्नी दुख पाया। दुख है, एक दुख है, किहड़ा दुख है? विछोड़े दा। जिहड़े सतगुर तो विछड़ जाते हैं उन्होंने विछोड़े का दुख पै जाता। भाव सतगुर तो विछड़े की दुख पाया जी? गुणहीन जीवन हो जाता है, कारी जीवन हो जाता है। इसलिए सतगुर तो विछड़िया ही वड्डा रोग है। जिहड़े जीव सतगुर तो विछड़ जाते हैं वो दुख प्राप्त करते हैं, दुखों में पै जाते हैं, दुख झलते हैं। अन दिन मारियां दुख सवाया। अन दिन राती फिर जदों विछड़े हुए चोटां खांदे, विछड़ चोटां खाए, विछड़े हुए चोटां खांदे हैं, मारिए उन्होंने चोटां पैंदियां, विकारां दीयां चोटां पैंदियां, दुख सवाया। फिर वो सदा सारा ही दुख झलते हैं। किहड़ा किहड़ा दुख झलते हैं? दुख विछोड़ा, विछोड़े का दुख, एक दुख भूख, भुख का दुख, एक दुख सख्तवार जमदूत, विकारां का दुख, एक दुख रोग लगे तन धाए, शरीर नूं रोग लग जाते। ये सारे जिहड़े दुख है जो जीव दे अंदर आ वसदे हैं। मत्थे काले महल ना पावें। मत्थे काले उन्हां दी मत जिहड़ी हैगी आ ਉਹ ਵਿਕਾਰਾਂ वाली हो जाती है। महल ना पावे उसमें परमात्मा की हजूरी प्राप्त नहीं करते। हजूरी की जिमें सुखविंਦਰ वीर जी ने कहा भांडा गुणा वाला, जिहड़े जिथे अंदर हिरदे विच भांडा उहदे भांडे कछ ना समावे। ये जिहड़ा सिद्धा भांडा इहदे विच आके जदों गुण टिक जाते हैं ते परमात्मा वसिया होया हुंदा है। हुण महल ना पावे यही एक महल है, गुणा वाला महल जिहड़ा जिथे परमात्मा वसिया होया है। वो जिहड़ा साडा जीव है, जिंद हैगी है, मन हैगा आ, वो इस गुणा दे विच जदों लिप्त नहीं हुंदा ते महल तो सखना हुंदा। जदों वो भांडे वाले गुणा दे विच लीन हो जाता है ते महल प्राप्त करता है। इसे जिहड़ी मत है वो गुणा दे विच लिप्त नहीं हुंदी। मत्थे काले रहिंदे हन, मैल ना पावे।
मैल नहीं, हजूरी प्राप्त नहीं करते, गुणा विच लीन नहीं हुंदे, दुख ही विच दुख पाए, दुखां विच फिर गरसे होए, विकारां विच गरसे होए, विकारां विच दुख ही प्राप्त होंदे हैं। इसलिए दुखी विच दुख पाएंदा, सदा ही दुख प्राप्त करता रहिंदा, दुख विच गरसिया रहिंदा है, दुख विच गलदा रहिंदा, दुख विच सड़दा रहिंदा। हाँ जी, धन्यवाद वीर जी, आप जी ने ਵੱਖ-ਵੱਖ दुखों का उदाहरण देके बहुत खूबसूरती नाल बिल्कुल शॉर्ट विच समझाना कीता। धन्यवाद आप जी दा। जी भूआ जी। हाँ जी, सतगुर ते विछड़े तिन दुख पाया। साइंटिफिकली प्रूव्ड हो गया है कि भाई देयर कैन नेवर बी अ वैक्यूम, एनर्जीज में कोई वैक्यूम नहीं हो सकता। मन दे अंदर या ते नेगेटिव रहेगा या ते पॉजिटिव एनर्जी रहेगी। जदों मन ने उस एक ਨੂੰ ਵਿਸਾਰ ਦਿੱਤਾ, ਗੁਣਾਂ ਨੂੰ ਵਿਸਾਰ ਦਿੱਤਾ, ਗਿਆਨ ਨੂੰ ਵਿਸਾਰ ਦਿੱਤਾ, ਅਸੀਂ ਕਹਿ ਸਕਦੇ ਹਾਂ ਕਿ ਉਹ ਪੋਜ਼ਿਟਿਵ એનર્ਜੀ ਨਿਕਲ ਗਈ। ਹੁਣ ਮਨ ਦੇ ਅੰਦਰ ਰਹਿ ਗਿਆ ਵੈਕਿਊਮ, ਨਹੀਂ ਹੋ ਸਕਦਾ। ਉਹ ਸਥਾਨ is to be taken over by the vices। ਉਹ ਕਿਹੜੇ ਵਾਈਸਸ ਹੈਗੇ? ਸਾਡੇ ਜਿਤਨੇ ਵੀ ਵਿਚਾਰ, ਗਲਤ ਵਿਚਾਰ, ਜਿਤਨੇ ਵੀ ਸਾਡੇ ਅੰਦਰ ਅਵਗੁਣ ਹਨ, ਉਹ ਪੂਰੀ ਤਰ੍ਹਾਂ ਮਨ ਦੇ ਉੱਪਰ ਆ ਜਾਂਦੇ। ਇਹੀ ਵਾਈਸਸ, ਇਹੀ ਸਾਰੇ ਦੁੱਖ ਹੈਗੇ। ਬਾਹਰ ਦਾ ਕੋਈ ਸਾਨੂੰ ਦੁਖੀ ਨਹੀਂ ਕਰਦਾ। ਇਹ ਜਿਹੜੇ ਅੰਦਰ ਸਾਡੇ ਵਾਈਸਸ, ਅਵਗੁਣ ਹੈਗੇ, ਗਲਤ ਵਿਚਾਰ ਹਨ, ਇਹੀ ਸਾਨੂੰ ਦੁੱਖ ਦਿੰਦੇ ਨੇ, ਕਿਉਂਕਿ ਉਹਨਾਂ ਨੇ ਪੂਰੀ ਤਰ੍ਹਾਂ ਮਨ ਦੇ ਉੱਪਰ ਪ੍ਰਭਾਵ ਪਾ ਦਿੱਤਾ ਹੈ। ਹੁਣ ਇਹੀ ਜਿਹੜੇ ਦੁੱਖ ਹੈਗੇ ਨੇ, ਅੰਦਨ ਮਾਰਿਆ ਦੁੱਖ ਸਭਾਇਆ, ਇਹ ਹੁਣ 24 ਘੰਟੇ ਮਨ ਨੂੰ ਮਾਰਦਾ ਹੈ, ਮਨ ਨੂੰ ਰੋਗੀ ਕਰਦਾ ਹੈ। ਕਿ ਕੌਣ ਰੋਗੀ ਕਰਦਾ? ਇਹੀ ਜਿਹੜੇ ਦੁੱਖ, ਇਹੀ ਜਿਹੜੇ ਵਾਈਸਸ, ਹਰ ਕਿਸਮ ਦੇ ਜਿਹੜੇ ਹੁੰਦੇ ਨੇ, ਇਹੀ ਵਿਚਾਰ ਜਿਹੜੇ ਹੈਗੇ 24 ਘੰਟੇ ਮਨ ਨੂੰ ਰੋਗੀ ਕਰਦੇ ਨੇ, ਮਨ ਨੂੰ ਮਾਰ ਦਿੰਦੇ ਆ। ਵੂੰਡਡ ਦਾ ਮਨ, ਮੱਥੇ ਕਾਲਕ ਮੈਲ ਨਾ ਪਾਵੇ। ਹੁਣ ਇਹ ਕੀ ਹੋ ਗਿਆ ਕਿ ਵਾਈਸਸ ਜਿਹੜੇ ਹੈਗੇ ਇਹ ਇਤਨਾ ਸਾਨੂੰ ਦੁੱਖ ਦਿੰਦੇ ਨੇ ਸਾਡੇ ਮਨ ਦੇ ਉੱਪਰ ਕਿ ਉਹ ਆਪਣਾ ਟਿਕਾਣਾ ਨਹੀਂ ਪਾ ਸਕਦਾ। ਕਿਹੜਾ ਟਿਕਾਣਾ? ਉਹ ਆਪਣੇ ਨਿਜ ਘਰ ਦਾ ਟਿਕਾਣਾ ਨਹੀਂ ਪਾ ਸਕਦਾ, ਕਿਉਂਕਿ ਉਹ ਭਿੱਜਿਆ ਹੋਇਆ ਕਿਸ ਵਿੱਚ? ਅਵਗੁਣਾਂ ਦੇ ਵਿੱਚ, ਅਗਿਆਨਤਾ ਦੇ ਵਿੱਚ। ਫਿਰ ਉਹੀ ਜਿਹੜੇ ਅਗਿਆਨਤਾ, ਜਿਹੜੇ ਵਾਈਸਸ ਹਨ, ਜਿਹੜੇ ਅਵਗੁਣ ਹਨ, ਇਹੀ ਰੋਗ ਹੈ। ਔਰ ਇਹੀ ਰੋਗ ਵਿੱਚ ਦੁੱਖ ਪਾਇਦਾ, ਇਹੀ ਰੋਗ ਫਿਰ ਉਹ ਦੁਖੀ ਕਰਦਾ ਹੈ। ਤਕਰੀਬਨ ਵੀ ਆਰ ਆਲਵੇਜ਼ ਇਨ ਦ ਬਲੇਮ ਗੇਮ ਕਿ ਸਾਨੂੰ ਕੋਈ ਬਾਹਰੋਂ ਦੁੱਖ ਦਿੰਦਾ ਹੈ, ਨਹੀਂ। ਸਾਰੇ ਦੁੱਖ ਸਾਡੇ ਅੰਦਰ ਹਨ। ਇਹੀ ਵਾਈਸਸ ਹੀ ਦੁੱਖ ਹਨ, ਇਹੀ ਵਾਈਸਸ ਹੀ ਰੋਗ ਹਨ, ਔਰ ਇਹੀ ਰੋਗ ਜਿਹੜੇ ਸਾਨੂੰ ਦੁੱਖ ਦਿੰਦੇ ਹਨ। ਹਾਂਜੀ, ਥੈਂਕ ਯੂ ਭੂਆ ਜੀ। ਬਿਲਕੁਲ ਅਸੀਂ ਹੋਰਾਂ ਨੂੰ ਦੋਸ਼ ਦਿੰਦੇ ਹਾਂ, ਜਦਕਿ ਕਸੂਰ ਸਾਡਾ ਆਪਣਾ ਹੁੰਦਾ, ਅਸੀਂ ਉਹ ਸਮਝ ਨਹੀਂ ਪਾਉਂਦੇ। ਭੁਪਿੰਦਰ ਵੀਰ ਜੀ ਨੇ ਜੁਆਇਨ ਕੀਤਾ। ਜੀ ਆਇਆਂ ਨੂੰ ਵੀਰ ਜੀ। ਭੁਪਿੰਦਰ ਵੀਰ ਜੀ, ਭੂਆ ਜੀ ਨੇ ਇੱਕ ਗੱਲ ਕੀਤੀ ਹੈ ਕਿ ਵੈਕਿਊਮ ਨਹੀਂ ਹੋ ਸਕਦਾ ਕਦੀ ਵੀ। ਕਿ ਵਿਰਾਗ ਵਾਲੀ ਅਵਸਥਾ ਨੂੰ ਅਸੀਂ ਵੈਕਿਊਮ ਕਹਿ ਸਕਦੇ ਹਾਂ? ਕਿਉਂਕਿ ਜਦ ਸਾਡੇ ਅੰਦਰ ਮੈਲ ਹੈ ਤਦ ਤੇ ਅਸੀਂ ਨੈਗੇਟਿਵ ਵਿੱਚ ਹਾਂ। ਅਜੇ ਸੱਚ ਨਹੀਂ ਵਸਿਆ, ਪਰ ਵਿਕਾਰ ਛੱਡ ਦਿੱਤੇ, ਵਿਰਾਗ ਪੈਦਾ ਹੋ ਗਿਆ ਮਨ ਦੇ ਵਿੱਚ, ਕਿ ਅਸੀਂ ਉਹਨੂੰ ਵੈਕਿਊਮ ਸਮਝ ਸਕਦੇ ਹਾਂ? ਉਹਨੂੰ ਇਹਨੂੰ ਥੋੜਾ ਜਿਹਾ ਵਿਚਾਰ ਦਿਆ ਜੇ, ਖੋਲਿਆ ਜੇ ਜ਼ਰੂਰ। ਨਹੀਂ, ਜਿਹੜਾ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ। ਸਾਡਾ ਨਾ ਜਦੋਂ ਅਸੀਂ ਪੜ੍ਹਦੇ ਹਾਂ ਨਾ, ਆਖਣ ਜ਼ੋਰ ਚੁੱਪੇ ਨਾ ਜ਼ੋਰ, ਜ਼ੋਰ ਨਾ ਰਾਜ ਮਾਲ ਮਨ ਸ਼ੂਰ। ਸੋ ਮਨ ਨੇ ਤਾਂ ਆਪਣੀ ਕੋਈ ਗੱਲ ਕਰਨੀ ਹੈ, ਪਰ ਜੇ ਇਹਨੂੰ ਸਤਿਗੁਰ ਦੀ ਮੱਤ ਮਿਲ ਜਾਏ ਤਾਂ ਇਹ ਨੀਚ ਤੋਂ ਉੱਤਮ ਬਣ ਜਾਂਦਾ ਹੈ। ਪਰ ਫਿਰ ਵੀ ਸੁਨਿਆ ਤੇ ਦਿੰਦਾ ਹੈ ਨਾ, ਵੈਕਿਊਮ ਤੇ ਬਿਲਕੁਲ ਹੀ ਜ਼ੀਰੋ, ਉਹ ਵਾਲੀ ਅਵਸਥਾ ਹੋਊਗੀ ਜਿਹੜੀ ਬਿਲਕੁਲ ਯੂਸਲੈਸ ਹੈ। ਸੋ ਅਸੀਂ ਵਿਰਾਗ ਜਿਹੜਾ ਕਹਿ ਰਹੇ ਹਾਂ, ਵਿਰਾਗ ਹੈ ਵਿਕਾਰਾਂ ਤੋਂ ਵਿਰਾਗ। ਪਰ ਹੁਣ ਫੁਰਨੇ ਉੱਠਦੇ ਨੇ ਮਨ ਨੂੰ, ਪਰ ਓਨਲੀ ਚੰਗੇ, ਕਿਉਂਕਿ ਉਹਨੇ ਸੰਗਤ ਕੀਤੀ ਹੋਈ ਹੈ ਵਿਜ਼ਡਮ। ਸੋ ਵੈਕਿਊਮ ਦਾ ਤੇ ਮਤਲਬ ਹੀ ਨਹੀਂ। ਜੀ, ਥੈਂਕ ਯੂ ਜੀ। ਥੈਂਕ ਯੂ ਬਹੁਤ ਵੀ ਜੀ। ਅੱਗੇ ਆਪ ਵਿਚਾਰ ਦੇ ਦਿਓ ਜੇ। ਆਪਣਾ 2 ਪਦਿਆਂ ਦਾ ਪਾਠ ਹੋਇਆ ਅੱਜ, ਚੌਥੇ ਤੇ 5ਵੇਂ ਪਦੇ ਦਾ। ਭੁਪਿੰਦਰ ਵੀ ਜੀ। ਜੀ, ਜਿਸ ਮਨ ਦੀ ਅਸੀਂ ਗੱਲ ਪਿੱਛੋਂ ਕਰਦੇ ਆ ਰਹੇ ਹਾਂ, ਮੈਂ ਇਹ ਬੇਨਤੀ ਕਰਾਂਗਾ ਕਿ ਉਹ ਮਨ ਜਿਹੜਾ ਪੂਰੇ ਸ਼ਬਦ ਦੀ ਆਪਣੇ ਪੈਟਰਨ ਹੁੰਦਾ ਹੈ ਨਾ, ਅਸੀਂ ਉਸ ਪੈਟਰਨ ਵਿੱਚ ਹੀ ਰਹਿਣਾ ਹੈ।
ਮੇਰੇ ਮਨ ਨੂੰ ਸਮਝਾਇਆ ਜਾ ਰਿਹਾ, ਮੇਰਾ ਮਨ ਸਮਝ ਰਿਹਾ ਹੈ, ਮੇਰੇ ਮਨ ਨੂੰ ਨੈਗੇਟਿਵਸ ਬਾਰੇ ਅਵੇਅਰ ਕਰਾਇਆ ਜਾ ਰਿਹਾ, ਮੇਰਾ ਮਨ ਉਸ ਪਾਸੋਂ ਚੇਤਨ ਹੋ ਰਿਹਾ ਹੈ, ਮੇਰੇ ਮਨ ਨੂੰ ਨੈਗੇਟਿਵਸ ਦੇ ਆਫਟਰ ਇਫੈਕਟ ਸਮਝਾਏ ਜਾ ਰਹੇ ਨੇ, ਉਸ ਪਾਸੋਂ ਵੀ ਪਰਹੇਜ਼ ਕਰ ਰਿਹਾ ਹੈ। ਤਾਂ ਇਸ ਤਰੀਕੇ ਦੇ ਨਾਲ ਅਸੀਂ ਜਦੋਂ ਆਪਣੇ ਅੰਦਰ ਦੀ ਖੇਡ ਵਿੱਚ ਹੀ ਰਵਾਂਗੇ ਨਾ, ਤਾਂ ਸਾਨੂੰ ਇਹ ਸਾਰੇ ਅੰਦਰ ਦੇ ਹੱਟ, ਅੰਦਰ ਦੇ ਭਾਵਨ, ਅੰਦਰ ਦੀ ਸਾਰੀ ਗੱਲ ਸਮਝ ਆਉਂਦੀ ਜਾਏਗੀ। ਆਪਣੇ ਤੇ ਅਪਲਾਈ ਕਰਨ ਬਾਰੇ ਅਸੀਂ ਸਮਝਣਾ ਹੈ। ਸੋ ਜਦੋਂ ਕੱਲ ਅਖੀਰ ਤੇ ਥੋੜਾ ਜਿਹਾ ਕਿਰਕ ਜੀ ਬਣ ਗਈ ਸੀ, ਉਹ ਸਾਡੇ ਸਾਰਿਆਂ ਵਾਸਤੇ ਠੀਕ ਨਹੀਂ ਹੈ, ਕਿਉਂਕਿ ਜਿਹੜੇ ਸੱਜਣ ਸੁਣ ਰਹੇ ਹਨ ਉਹ ਉਹਨਾਂ ਦੇ ਵਾਸਤੇ ਵੀ ਕਨਫਿਊਜ਼ਨ ਕ੍ਰੀਏਟ ਹੋ ਸਕਦਾ ਹੈ। ਅਲਟੀਮੇਟਲੀ ਅਸੀਂ ਅੰਦਰ ਦੇ ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਣਹਾਰਾ, ਆਪੇ ਦੇਖਿਆ, ਆਪੇ ਬੁਝੇ, ਆਪੇ ਹਮ ਨਜ਼ਾਰਾ, ਅੰਦਰ ਦੀ ਅਸੀਂ ਗੱਲ ਕਰਾਂਗੇ ਤਾਂ ਸਾਡਾ ਜੀਵਨ ਸੁਧਰੇਗਾ। ਜੇ ਬਾਣੀ ਸਾਨੂੰ ਬਾਹਰ ਦਾ ਬਗਲਾ ਦਿਖਾਉਂਦੀ ਹੈ, ਅਲਟੀਮੇਟਲੀ ਮੈਨੂੰ ਉਸ ਬਗਲੇ ਬਾਰੇ ਕੁਝ ਨਹੀਂ ਕਹਿ ਰਹੀ ਹੈ, ਮੇਰੇ ਹਿਪੋਕ੍ਰੇਸੀ ਬਾਰੇ ਮੈਨੂੰ ਸਮਝਾ ਰਹੀ ਹੈ। ਜੇ ਬਾਹਰ ਦੀ ਇੱਲ, ਜਿੱਥੇ ਡਿੱਠਾ ਮਿਰਚ ਕੋ ਇੱਲ ਬੈਠੀ ਆਏ, ਇੱਲ ਦੇ ਬਾਰੇ ਗੱਲ ਕਰਦੇ ਨੇ, ਤਾਂ ਉਸ ਇੱਲ ਨੂੰ ਤੇ ਕੁਦਰਤ ਵੱਲੋਂ ਸੋਹਣੀਆਂ ਅੱਖਾਂ ਮਿਲੀਆਂ ਨੇ, ਉਹ ਬੜੀ ਦੂਰ ਤੱਕ ਦੇਖ ਸਕਦੀ ਹੈ, ਪਰ ਮੈਨੂੰ ਸਮਝਾਇਆ ਤੂੰ ਮੁਰਦਾਰ ਵਾਂਗੂ ਲੋਕਾਂ ਦੇ ਆਗੂ ਨਹੀਂ ਫਰੂਟਣਾ। ਸੋ ਜੋ ਕੁਛ ਵੀ ਗੁਰੂ ਸਾਹਿਬ ਸਿੰਬਲ ਰੁੱਖ ਦੀ ਗੱਲ ਕਰਦੇ ਨੇ ਜਾਂ ਕਿੱਕਰ ਦੀ ਗੱਲ ਕਰਦੇ ਨੇ, ਇਹ ਸਾਰੀਆਂ ਗੱਲਾਂ ਨਾ ਗੁਰੂ ਸਾਹਿਬ ਅਲਟੀਮੇਟਲੀ ਸਾਨੂੰ ਸਮਝਾ ਰਹੇ ਨੇ। ਇਹ ਗੁਰੂ ਸਾਹਿਬ ਦਾ ਬੜਾ ਯੂਨੀਕ ਮੈਥਡ ਹੈ, ਬੜਾ ਕੀਮਤੀ ਹੈ। ਸਾਰੀ ਦੁਨੀਆ ਬਾਹਰਲੇ ਰੱਬ ਦੀ, ਉੱਪਰ ਵਾਲੇ ਰੱਬ ਦੀ, ਅਸਮਾਨ ਦੇ ਰੱਬ ਦੀ ਔਰ ਬਾਹਰਲੇ ਕੋਈ ਲੋਕ ਪਰਲੋਕ ਸਵਰਗ ਨਰਕ ਦੀਆਂ ਗੱਲਾਂ ਕਰਦੀ ਸੀ। ਸੋ ਗੁਰੂ ਸਾਹਿਬ ਮੁੱਲਾ ਕਹੋ ਨਿਆਓ ਖੁਦਾਏ, ਤੈਨੂੰ ਤੇਰਾ ਮਨ ਕਾ ਭਰਮ ਨਾ ਜਾਏ, ਆਪਣੇ ਮਨ ਦੀ ਗੱਲ ਕਰ। ਪੰਡਤ ਨੂੰ ਕਹਿੰਦੇ ਸੀ ਕਹੋ ਪੰਡਤ ਸੂਚਾ ਕੌਣ ਥਾਓ ਜਾ ਬੈਸੋਂ ਹਾਰ ਨੂੰ ਗਾਓ, ਤਾਂ ਫਿਰ ਕਹਿੰਦੇ ਨੇ ਸੋ ਪੰਡਤ ਜੋ ਮਨ ਪਰ ਬੋਧਦਾ ਹੈ। ਫਿਰ ਪੰਡਤ ਵੀ ਅੰਦਰ ਦਾ ਸਮਝਾਉਂਦੇ ਨੇ, ਯੋਗੀ ਵੀ ਅੰਦਰ ਦਾ ਸਮਝਾਉਂਦੇ ਨੇ। ਤੇ ਗੁਰੂ ਸਾਹਿਬ ਦਾ ਅਸੀਂ ਇਹ ਵਾਲਾ ਜਿਹੜਾ ਜਰਨੀ ਹੈ ਨਾ, ਅਲਟੀਮੇਟਲੀ ਬਾਹਰੋਂ ਅੰਦਰ ਆਣਾ ਹੈ। ਮੈਂ ਆਪਣਾ ਅੰਦਰਲਾ ਫਿਕਸ ਕਰਾਂਗਾ, ਫਿਰ ਮੇਰੇ ਕਾਰਨ ਬਾਹਰ ਹੈ ਸਾਰਾ ਸਮਾਜ ਸੁਖੀ ਹੋ ਜਾਏਗਾ। ਗੁਰੂ ਸਾਹਿਬ ਮੈਨੂੰ ਸਿਰਫ ਚੌਕੜਾ ਮਾਰ ਕੇ ਆਪਣੇ ਘਰ ਅੰਦਰ ਮੈਡੀਟੇਸ਼ਨ ਵਾਸਤੇ ਨਹੀਂ ਕਹਿੰਦੇ ਨੇ, ਜਾਂ ਜੰਗਲ ਵਿੱਚ ਛੱਡ ਕੇ ਰਿਨਾਊਂਸਿੰਗ ਕਰਕੇ ਤਪ ਕਰਨ ਵਾਸਤੇ ਪਹਾੜੀਆਂ ਦੇ ਪਿੱਛੇ ਜਾ ਕੇ ਇਸਤਰੀ ਦਾ ਤਿਆਗ ਕਰਕੇ ਉਹ ਵਾਲੀਆਂ ਗੇਮਾਂ ਨਹੀਂ ਸਿਖਾਉਂਦੇ ਨੇ। ਗੁਰੂ ਸਾਹਿਬ ਮੈਨੂੰ ਕਹਿੰਦੇ ਨੇ ਤੂੰ ਪਹਿਲਾਂ ਆਪਣਾ ਅੰਦਰਲਾ ਕਰੈਕਟਰ ਠੀਕ ਕਰ, ਤੇਰੇ ਕਾਰਨ ਇੱਥੇ ਸਾਰਾ ਸਵਰਗ ਬਣ ਜਾਏਗਾ, ਤਾਂ ਤੂੰ ਫਿਰ ਆਪਣਾ ਸਮਾਜ ਵੀ ਠੀਕ ਕਰਨਾ ਹੈ। ਇਸ ਕਰਕੇ ਸਾਰੀ ਖੇਡ ਨਾ ਬਾਹਰਲੀ ਦਿਖਾ, ਇਹਨੂੰ ਇਸ ਟੈਕਨੀਕ ਨੂੰ ਮਿਸਟਿਕ ਕਹਿੰਦੇ ਨੇ। ਵੀ ਬਾਹਰੋਂ ਦੇਖਿਆ ਔਰ ਕੁੱਤਾ ਦੁਆਰੇ ਦੁਆਰ ਸਵਾਨ ਜੋ ਡੋਲਤਾ ਹੈ, ਉਸ ਕੁੱਤੇ ਨੂੰ ਨਹੀਂ ਕੁਝ ਕਹਿ ਰਹੇ ਨੇ, ਮੈਨੂੰ ਸਮਝਾ ਰਹੇ ਨੇ। ਜੇ ਮੈਂ ਕੂਕਰ ਹਰਕਾਇਆ ਹਾਂ ਤਾਂ ਫਿਰ ਮੈਂ ਪਾਗਲ ਕੁੱਤੇ ਵਾਲੀ ਐਕਟਿੰਗ ਕਰ ਰਿਹਾ ਹਾਂ। ਜੇ ਮੈਂ ਦੂਜਿਆਂ ਨੂੰ ਡੋਮੀਨੇਟ ਕਰ ਰਿਹਾ ਹਾਂ, ਜਿਸਕੇ ਅੰਦਰ ਰਾਜਮਾਨ ਸੋ ਨਰਕਪਾਤੀ ਹੋਵਤ ਸਵਾਨ, ਇਸ ਤਰੀਕੇ ਦੇ ਨਾਲ ਹਾਥੀ ਦੀ, ਕੁੱਤੇ ਦੀ, ਕੀੜੇ ਦੀ ਬੜੀ ਗੁਰੂ ਸਾਹਿਬ ਸਾਰੀਆਂ ਮਿਸਾਲਾਂ ਦੇ ਕੇ ਨਾ ਮਨੁੱਖ ਨੂੰ ਸਮਝਾ ਰਹੇ ਨੇ। ਦੁਨੀਆ ਦੇ ਕੋਈ ਵੀ ਮਨੁੱਖ, ਤੂੰ ਐਥਿਸਟ ਹੈ, ਕਮਿਊਨਿਸਟ ਹੈ, ਰੱਬ ਮੰਨਦਾ ਹੈ ਜਾਂ ਨਹੀਂ ਮੰਨਦਾ ਹੈ, ਤੂੰ ਆਪਣੇ ਅੰਦਰ ਜਾ, ਦੇਖ ਤੇਰੇ ਕੋਲ ਅੰਦਰ ਖਜ਼ਾਨਾ ਹੈ, ਕਾਰੀ में अमृत भरपूर है, ਮਨੁੱਖਾ ਸਾਧ ਨਾ ਪਾਏ। ਤੂੰ ਮਿਰਗ ਵਾਂਗੂ ਬਾਹਰ ਨਾ ਪਟਕ, ਦੇਖ ਤੈਨੂੰ ਇਹ ਪੜ੍ਹਾਈ ਕਿੱਥੋਂ ਨਹੀਂ ਮਿਲੇਗੀ, ਨਾ ਸਕੂਲਾਂ ਕਾਲਜਾਂ ਦੀਆਂ ਡਿਗਰੀਆਂ ਤੋਂ ਮਿਲੇਗੀ, ਨਾ ਧਾਰਮਿਕ ਗ੍ਰੰਥਾਂ ਤੋਂ ਮਿਲੇਗੀ, ਨਾ ਤੀਰਥਾਂ ਤੇ ਜਾਣ ਤੋਂ ਮਿਲੇਗੀ, ਨਾ ਕੋਈ ਵਿਚੋਲੇ ਸੰਤ ਬਾਬਿਆਂ ਤੋਂ ਮਿਲੇਗੀ। ਤੇਰੇ ਖਜ਼ਾਨਾ ਅੰਦਰ ਹੈ, ਅੰਦਰ ਦੇ ਉਹਨੂੰ ਸੇਵ, ਫਿਰ ਤੂੰ ਸਹਿਜੇ ਹੀ ਫਿਕਸਅਪ ਹੋ ਜਾਏਗਾ, ਤੈਨੂੰ ਪਲੀਜ਼ਡ ਅਵਸਥਾ ਆਂਦੀ ਜਾਏਗੀ, ਤੂੰ ਹਮੇਸ਼ਾ ਆਨੰਦ ਵਿੱਚ ਰਹੇਗਾ, ਕਿਉਂਕਿ ਤੈਨੂੰ ਹਿਰਦੇ ਵਸਿਆ ਪਰਬ੍ਰਹਮ ਨਜ਼ਰ ਆਣਾ ਸ਼ੁਰੂ ਹੋ ਜਾਏਗਾ। ਹਿਰਦੇ ਆਏ ਬੁੱਠਾ ਗੋਵਿੰਦਾ, ਤੈਨੂੰ ਅਕਲ ਆ ਜਾਏਗੀ ਕਿ ਸਟੇਬਲ ਕਿਵੇਂ ਰਹਿੰਦਾ ਗੋਵਿੰਦਾ, ਕਿ ਉਹਦੇ ਨਾਲ ਸਟੇਬਲ ਅਵਸਥਾ ਬਣਦੀ ਹੈ। ਤੈਨੂੰ ਅਕਲ ਅੰਦਰੋਂ ਪ੍ਰਾਪਤ ਹੋ ਜਾਏਗੀ। ਮਾਨੋ ਤੂੰ ਰੱਬ ਜੀ ਨੂੰ ਅੰਦਰ, ਸਤਿਗੁਰੂ ਨੂੰ ਅੰਦਰ ਵਸਾ ਲਿਆ। ਜਿਹੜੇ ਨਹੀਂ ਵਸਾਉਂਦੇ ਨੇ ਉਹ ਐਬਸੈਂਟ ਕਰਦੇ ਨੇ, ਉਹ ਸਤਿਗੁਰੂ ਕੋਲ ਬਹਿਣਾ ਹੀ ਨਹੀਂ ਚਾਹੁੰਦੇ ਨੇ, ਉਹ ਅੰਦਰ ਵਾਲੇ ਰੱਬ ਨਾਲ ਜੁੜਨਾ ਹੀ ਨਹੀਂ ਚਾਹੁੰਦੇ ਨੇ, ਉਹ ਬਾਹਰ ਹੀ ਭਟਕਦੇ ਰਹਿ ਜਾਂਦੇ ਨੇ। ਸੋ ਸਹਿਜੇ ਭਗਤ ਕਰੇ ਦਿਨ ਰਾਤੀ, ਫਿਰ ਐਸੇ ਵਾਲਾ ਮਨ ਵਿਜ਼ਡਮ ਲੈ ਕੇ ਆਪਣੇ ਸਾਰੇ ਅੰਗਾਂ ਨੂੰ ਵੰਡਦਾ ਹੈ। ਸਹਿਜੀ ਭਗਤ ਕਰੇ ਦਿਨ ਰਾਤੀ, ਆਪੇ ਭਗਤ ਕਰਾਇੰਦਾ। ਫਿਰ ਇਹ ਉਹ ਆਪ ਵੀ
ਇਹਨੂੰ ਕਹਿੰਦੇ ਨੇ ਆਪ ਜਪੇ ਅਵਰਾ ਨਾਮ ਜਪ ਪਾਵੇ। ਆਪ ਵੀ ਵਿਜ਼ਡਮ ਨੂੰ ਫੋਲੋ ਕਰਦਾ ਹੈ, ਆਪਣੇ ਅੰਗਾਂ ਨੂੰ ਨਹੀਂ ਕਰਦਾ ਹੈ। ਹੁਣ ਸੁਚੇਤ ਕਰਾਉਣ ਵਾਸਤੇ ਫਿਰ ਹੁਣ ਕੰਟਰਾਸਟ ਸਮਝਾਉਂਦੇ ਨੇ, ਸਤਿਗੁਰ ਤੇ ਵਿਛੜੇ ਤੇ ਨਹੀਂ ਦੁੱਖ ਪਾਇਆ। ਜੇ ਅਸੀਂ ਵਿਜ਼ਡਮ ਤੋਂ ਆਪਣੇ ਆਪ ਨੂੰ ਡਿਟੈਚ ਕਰਾਂਗੇ ਤਾਂ ਸੁਰਤ ਮਤ ਬੁੱਧ ਅੰਦਰ ਦੇ ਸਾਰੇ ਅੰਗ ਜੀ ਜੰਤ ਸਾਰਾ ਕੁਝ ਗੜਬੜ ਹੋ ਜਾਏਗਾ। ਫਿਰ ਸੁੱਕਾ ਬਣ ਜਾਏਗਾ ਤੂੰ, तेरे सूखे नू हरियावल करना है, तू सूखा बन जाएगा। तू विजडम ले ले, सूखे हरे किए खिन माए, तेरे अंदर मन खिड़िया हरिया बाग बना देंगे। ये सारी गुरु साहब कमाल करते ने, कहते ने तू दुख आप भी पांदा है, सारियां नू भी दुखी रखदा है। ये गल समझ आ गई, ईवन यह भी गल समझ आ गई असी विछड़े दे विचकार इन्ना भी गल नू समझना, जेड़े जेड़े ख्याल मेरे इस मन नू रब तो विछोड़दे ने, जेड़े जेड़े मेरे सुरत मत बुद्ध, मेरे अंग रोम रोम, मेरे थॉट प्रोसेस जो कुछ भी मैनू विजडम तो तोड़ दे देना, उसी वेले कड़ी ना मिलते तक काजू बोता वाला दुख शुरू हो जाता है। वी आर अपसेट, सारे ऑर्गन्स दुखी हो जाते हैं। अनदिन मारियां दुख सभा आप ही मरदा है। कौन मारदा है? जम, जम मार करे, पल पल मार करदा है। जिन्हां ने बाहर दीयां गल्लां कीतियां ना, उन्होंने शरीर की गल करके शरीर के मरण तो बाद वाला जम, मरण तो बाद वाला स्वर्ग नरक दीयां गल्लां शुरू कर दित्तियां। उन्होंने मरण तो बाद वाला कोई हेल और हेवन बना लिया, उन्होंने मरण तो बाद वाला कोई पैराडाइज और हेवन बना लिया। उत्थे गॉड बैठा होया है, उत्थे धर्मराज बैठा है, उत्थे चित्रगुप्त बैठा है, उत्थे जंब बैठे ने, वो मारनगे नहीं। ए प्रेजेंट टेंस विच तेरे इसे जीवन विच सारा कुछ पल पल जम मारदा है। ਉਹਨੂੰ ਕਹਿੰਦੇ ਨੇ नानक जित वेला विसरै मेरा स्वामी, ते तू वेला मर जाए जियो मेरा। वो जियो की मरिया, सारी सृष्टि वड़ गई, सारी सृष्टि दे जी जंत दा खसम ही मर गया, सारा डिस्ट्रक्शन हो गई। मथे काले महल ना पावे। मथे काले की हुंदा? सिर्फ मन दे नेगेटिव थॉट्स जड़ियां सोचियां ना, बस इहदे नाल ना अपना भी मत्था काला, हनेरा, अवगुणी सोच। फिर एक एक रोम रोम अंग अंग, ए भी तो सारे साडे इन्हां च श्वास ने। ये सारियां दा एक एक दा शाह है। वो शाह व्यापारी व्यापार करन आए। जदों ये अंदर दे नूं पता लग जांदा है ना, ते इनू आके व्यापार करन आंदे ने ना, ये सारे सारे अंग रोम रोम, ते कहंदे ने शाह व्यापारी द्वारे आए, वखर काढो। भाई साहब आपके पास क्या है? मानू कह रहे ने सौदा कराए। मैं सूरत मत बुद्ध, असी रोम रोम तुहाडा सौदा लेना चाहते हैं। तुसी बाजार खोले है ना, व्यापार कर रहे हो ना, मूल गुणा दा व्यापार सानू दियो, वरना फरीदा जे तू अकल लतीफ, काले लिख ना लेख। मंदे ख्याल, कालख वाले ख्याल, हनेरे वाले ख्याल सानू जम दे सामने पत लुटा देंदे ने। मथे काले महल ना पावे। बुआ जी ने बड़ा सोहना कह दिता, वो अपने अंदर दा महल प्राप्त ही नहीं कर पाते ने। मीनस वो इंट्रोस्पेक्शन ही नहीं कर पाते ने। मेरा मुंह काला, मेरा मत्था काला, मेरे अवगुणी ख्याल, कालख वाले ख्याल, हनेरे वाले ख्याल, मैं अंदर जा ही नहीं पा रहा। अजी अगर मैं अंदर चला गया तो मेरे को ये कालख छोड़नी पड़ेगी। लाइट आ गई, कालख वाला अंधेरा गया। अंधेरे च रहना चाहता है, दीपक बालना पड़ेगा। दीवा बले, अंधेरा जाए, सारे मथे काले वाले ख्याल गए। उन्होंने कहते ने जिनी नाम ते आया गए मशक्कत काल, नानक ते वो खुजले। मथे काले ते मतलब उजले हो गए। वरना मथे काले महल ना पावे। कौन? सारे इंद्र, सारे जी सारी अंदर दुख ही विच, ऑलवेज दुखी दुखी च रहंदे ने। दुख पाइंदा आप भी मन दुखी हुंदा है और सारे नूं दुखी करदा है। ये मन नूं सुचेत कराया है। जेड़ा मन दे हिरदे विच रब जी आके बैठ चुके ने, वो नाल 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 कंट्रास्ट समझांदे ने। थैंक यू विजी। आप जी बहुत सौखी लैंग्वेज दे विच बड़ी खूबसूरती नाल डिटेलिंग दे देते हो। बिल्कुल सच्चाई है। बाहर दी शिष्य अपने नियमां विच चल रही है,
ਅਸੀਂ ਨਿਯਮਾਂ ਦਾ ਉਲੰਘਣ ਕਰ ਰਹੇ ਹਾਂ। ਕਿਉਂ ਕਰ ਰਹੇ ਹਾਂ? ਕਿਉਂਕਿ ਸਾਡੇ ਅੰਦਰੋਂ ਸਾਰੀ ਸ੍ਰਿਸ਼ਟੀ ਸਾਡੀ ਵਿਗੜੀ ਹੋਈ ਹੈ, ਔਰ ਅਸੀਂ ਅੰਦਰ ਦਾ ਜਿਹੋ ਜਿਹਾ ਸੰਸਾਰ ਬਣਾ ਲੈਂਦੇ ਹਾਂ, ਉਹੋ ਜਿਹਾ ਹੀ ਅਸੀਂ ਬਾਹਰ ਤੱਕਣ ਲੱਗ ਪੈਂਦੇ ਹਾਂ। ਅਗਰ ਅਸੀਂ ਸਾਡੇ ਅੰਦਰ ਡਰੇ, ਸਾਨੂੰ ਬਾਹਰ ਹਰ ਪੱਤੇ ਹਿਲਣ ਦੇ ਵਿੱਚ ਵੀ ਭੂਤ ਨਜ਼ਰ ਆਉਣ ਲੱਗ ਪੈਂਦੇ। ਸਾਡੇ ਅੰਦਰ ਅਗਰ ਮੈਲ ਹੈ, ਸਾਨੂੰ ਬਾਹਰ ਮੈਲ ਨਜ਼ਰ ਆਉਂਦੀ ਹੈ। ਸਾਡਾ ਅੰਦਰ ਜਦੋਂ ਸੱਚ ਵਸ ਜਾਏਗਾ, ਬਾਹਰ ਸਾਨੂੰ ਆਪੇ ਸੱਚ ਨਜ਼ਰ ਆਉਣ ਲੱਗ ਪਏਗਾ। ਬਹੁਤ ਖੂਬਸੂਰਤੀ ਨਾਲ ਆਪ ਜੀ ਨੇ ਸਮਝਾਣਾ ਕੀਤਾ ਜੀ। ਸੁਖਿੰਦਰ ਵੀ ਜੀ। ਹਾਂਜੀ ਵੀਰ ਜੀ, ਪਿਛਲੇ ਬੰਦ ਦੀ ਜਿਹੜੀ ਅਖੀਰਲੀ ਤੁਕ ਹੈ ਨਾ, ਅੱਧੀ ਤੁਕ ਅਖੀਰਲੀ, ਜਿੱਥੇ ਸਤਿਗੁਰੂ ਜੀ ਗੱਲ ਛੱਡ ਕੇ ਆਏ ਨੇ ਪਿਛਲੇ ਬੰਦ ਦੇ ਵਿੱਚ, ਉੱਥੇ ਹੁਣ ਗੱਲ ਕਰ ਰਹੇ ਨੇ ਕਿ ਜਿਹੜਾ ਮਨ ਦੇ ਵਿੱਚ ਤਾਂ ਗੋਬਿੰਦ ਆ ਕੇ ਵਸ ਗਿਆ ਹੈ। ਸਤਿਗੁਰੂ ਦੀ ਸੇਵਾ ਕੀਤੀ, ਅਸੀਂ ਮਨ ਨੇ ਸੇਵਾ ਕੀਤੀ, ਸਤਿਗੁਰੂ ਦੇ ਵਿਚਾਰਾਂ ਦੇ ਵਿੱਚ ਗੁਣ ਕੈ ਗੁਣੀ ਸਮਾਵਣਿਆ, ਗੋਬਿੰਦ ਮਨ ਦੇ ਵਿੱਚ ਆ ਕੇ ਵਸ ਚੁੱਕਾ ਹੈ। ਤੇ ਹੁਣ ਆਪ ਇਹ ਸਹਿਜੇ ਭਗਤ ਕਰੇ ਦਿਨ ਰਾਤੀ ਕਰ ਰਿਹਾ। ਲੇਕਿਨ ਹੁਣ ਅਗਲੀ ਜਿਹੜੀ ਜਿੱਥੇ ਸਤਿਗੁਰੂ ਛੋੜ ਰਹੇ ਸਨ, ਕਹਿੰਦੇ ਹੁਣ ਆਪੇ ਭਗਤ ਕਰਾਏਂਦਾ, ਉੱਥੇ ਗੱਲ ਛੋੜ ਕੇ ਅਗਲਾ ਸਤਿਗੁਰੂ ਪਤਾ ਸ਼ੁਰੂ ਕਰ ਰਹੇ ਨੇ। ਹੁਣ ਆਪੇ ਭਗਤ ਕਰਾਏਂਦਾ, ਮਨ ਨੇ ਇਹ ਕੰਮ ਕਿਉਂ ਕਰਨਾ ਹੈ? ਕਿਉਂਕਿ ਹੁਣ ਉਹਨੂੰ ਦਿਖ ਰਿਹਾ ਹੈ ਵੀ ਪਹਿਲਾਂ ਮੈਂ ਦੁਖੀ ਸੀ ਨਾਮ ਤੋਂ ਬਿਨਾਂ, ਮੈਂ ਸਤਿਗੁਰੂ ਜੀ ਦੀ ਸੇਵਾ ਤੋਂ ਬਿਨਾਂ ਮੈਂ ਖੁਦ ਦੁਖੀ ਸੀ। ਉਹ ਕਿਉਂ ਦੁਖੀ ਸੀ? ਹਰ ਕੇ ਨਾਮ ਬਿਨਾਂ ਦੁੱਖ ਪਾਵੈ। ਮੈਂ ਸਤਿਗੁਰੂ ਜੀ ਦੇ ਨਾਮ ਵੀ ਸਤਿਗੁਰੂ ਦੀ ਮੱਤ ਵਿੱਚ ਨਹੀਂ ਚੱਲਦਾ ਸੀ, ਮੈਨੂੰ ਸਤਿਗੁਰੂ ਦੇ ਨਾਮ ਨਹੀਂ ਸੀ, ਮੈਂ ਦੁਖੀ ਸੀ। ਹੁਣ ਉਹ ਮਨ ਤਾਂ ਸੁਖੀ ਹੋ ਗਿਆ, ਮਨ ਵਿੱਚ ਤਾਂ ਸਤਿਗੁਰੂ ਜੀ ਦੀ ਮੱਤ ਵਸ ਗਈ, ਗੋਬਿੰਦ ਵਸ ਗਿਆ। ਲੇਕਿਨ ਹੁਣ ਨਾ ਉਸਨੂੰ ਸਤਿਗੁਰੂ ਜੀ ਨੇ ਇਹ ਬੁਝਾਤਾ, ਤੇਰੇ ਅੰਦਰ ਹੁਣ ਤਨ ਵਿੱਚ ਜਿਹੜੇ ਉਹ ਕੀ ਕਹਿੰਦੇ ਇਸ ਦੇਹੀ ਅੰਦਰ ਪੰਜ ਚੋਰ ਵਸੇ ਨਾ, ਜਿਹੜੇ ਤੇਰੇ ਇੰਦਰੀ ਗਿਆਨ ਇੰਦਰੀਆਂ ਨੂੰ ਸਾਰੇ ਜੀਆ ਜਨਤਾ ਨੂੰ ਤਾਂ ਦੁਖੀ ਕਰ ਰਹੇ ਨੇ, ਇਹਨਾਂ ਨੂੰ ਉਹ ਵੀ ਦਿਖਣ ਲੱਗ ਗਿਆ। ਕਹਿੰਦਾ ਸਤਿਗੁਰੂ ਤੇ ਵਿਛੜੇ ਪਏ। ਉਹਨੂੰ ਇਹ ਵੀ ਪਤਾ ਲੱਗ ਜਾਂਦਾ ਵੀ ਇਹ ਵੀ ਅਜੇ ਸਤਿਗੁਰੂ ਤੋਂ ਵਿਛੜੇ ਨੇ, ਇਹਨਾਂ ਨੂੰ ਵੀ ਨਾਮ ਜਪਾਣਾ ਹੈ। ਇਹ ਸਾਰੇ ਸਤਿਗੁਰੂ ਤੋਂ ਵਿਛੜੇ ਪਏ ਨੇ, ਇਸੇ ਕਰਕੇ ਦੁੱਖ ਪਾ ਰਹੇ ਨੇ। ਮਨ ਨੂੰ ਪਹਿਲਾਂ ਖੁਦ ਸਮਝ ਆ ਜਾਂਦੀ ਹੈ ਕਿ ਪਹਿਲਾਂ ਮੈਂ ਦੁਖੀ ਸੀ, ਸਤਿਗੁਰੂ ਤੋਂ ਵਿਛੜਿਆ ਹੋਇਆ ਸੀ ਤਾਂ ਦੁੱਖ ਪਾ ਰਿਹਾ ਸੀ। ਹੁਣ ਸਾਡੇ ਇੰਦਰੀ ਗਿਆਨ ਇੰਦਰੀਆਂ ਨੂੰ ਦੇਖ ਰਿਹਾ, ਉਹ ਅੰਦਰ ਵਸਿਆ ਗੋਬਿੰਦ, ਕਿ ਇਹ ਵੀ ਸਾਰੇ ਇਹਨਾਂ ਤੇ ਵੀ ਪਰਉਪਕਾਰ ਕਰਨਾ ਹੈ। ਇਹ ਵੀ ਸਾਰੇ ਸਤਿਗੁਰੂ ਤੋਂ ਵਿਛੜੇ ਹੋਏ ਨੇ, ਇਹ ਦੁੱਖ ਪਾ ਰਹੇ ਨੇ, ਇਹਨਾਂ ਨੂੰ ਜਮ ਅਨ ਦਿਨ ਬੱਧੇ ਮਾਰੀਆਂ ਕਰ ਰਿਹਾ ਹੈ। ਔਰ ਇਹਨਾਂ ਨੇ ਆਪਣੇ ਲੇਖ ਕਾਲੇ ਮੱਥੇ ਦੇ ਲੇਖ ਲਿਖੇ ਨੇ, ਇਸੇ ਕਰਕੇ ਇਹਨਾਂ ਨੂੰ ਮਹਿਲ ਦੀ ਪ੍ਰਾਪਤੀ ਨਹੀਂ ਹੋਈ। ਸਤਿਗੁਰੂ ਤੋਂ ਵਿਛੜਨਾ ਹੀ ਮਹਿਲ ਨਾ ਪਾਉਣਾ ਹੈ, ਔਰ ਸਤਿਗੁਰੂ ਦੀ ਪ੍ਰਾਪਤੀ ਹੀ ਮਹਿਲ ਪਾਉਣਾ ਹੈ। ਇਹ ਜਿਨ੍ਹਾਂ ਦੇ ਨਾਮ ਤੇ ਸ਼ਬਦ ਸਾਰੇ ਆਪਾਂ ਨੂੰ ਸਾਂਝ ਕੀਤੇ ਨੇ, ਉੱਪਰ ਜਿਹੜਾ ਲਫ਼ਜ਼ ਆਉਂਦਾ ਮਹਿਲਾ ਤੀਜਾ, ਉਹ ਇਸੇ ਕਰਕੇ ਮਹਿਲ ਲਫ਼ਜ਼ ਕੀਤੇ ਕਿਉਂਕਿ ਇਹਨਾਂ ਸਾਰਿਆਂ ਨੇ ਮਹਿਲ ਪ੍ਰਾਪਤ ਕਰ ਲਿਆ ਸੀ। ਭਾਵ ਇਹ ਸਤਿਗੁਰੂ ਤੋਂ ਵਿਛੜੇ ਨਹੀਂ ਸਨ, ਇਹਨਾਂ ਸਾਰਿਆਂ ਨੇ ਸਤਿਗੁਰੂ ਨੂੰ ਪ੍ਰਾਪਤ ਕਰ ਲਿਆ ਹੋਇਆ ਸੀ, ਸਤਿਗੁਰੂ ਜੀ ਨੂੰ ਪਾਇਆ ਸੀ। ਇਸੇ ਲਈ ਇਹਨਾਂ ਨੇ ਕਿਹਾ ਮਹਿਲਾ ਪਹਿਲਾ, ਇਸੇ ਲਈ ਇਹਨਾਂ ਨੇ ਕਿਹਾ ਇਸ ਗੁਰ ਤੇ ਮਹਿਲ ਪ੍ਰਾਪਤ। ਇਹਨਾਂ ਸਾਰਿਆਂ ਨੇ ਇਹ ਕਲੇਮ ਕੀਤਾ ਸੀ ਮਹਿਲ ਪ੍ਰਾਪਤ ਕਰ ਲਿਆ, ਪਰ ਇਹਨਾਂ ਨੇ ਸਤਿਗੁਰੂ ਨੂੰ ਸੇਵਨ ਕਰਕੇ, ਸਤਿਗੁਰੂ ਨੂੰ ਪ੍ਰਾਪਤ ਕਰਕੇ ਮਹਿਲ ਪ੍ਰਾਪਤ ਕੀਤਾ ਸੀ। ਇਹ ਹੁਣ ਜਿਹੜੇ ਨੇ ਨਾ ਸਾਰੇ ਤਿੰਨ ਹੀ ਦੁੱਖ ਪਾਇਆ, ਇਹ ਅਨਦਿਨ ਮਾਰੀ ਹੈ। ਇੱਕ ਦੀ ਗੱਲ ਨਹੀਂ ਚੱਲੀ, ਸਾਰੇ ਜੀਆਂ ਜਨਤਾ ਦੀ ਗੱਲ ਚੱਲ ਰਹੀ ਹੈ। ਇਹ ਮਹਿਲ ਨਾ ਪਾਵੈ, ਇਹ ਸਾਰੇ ਜੀਆਂ ਜਨਤਾ ਦੇ ਜਿਹੜੇ ਮਹਿਲ ਨਹੀਂ ਪਾ ਰਹੇ ਨੇ। ਇੱਕ ਦੀ ਗੱਲ ਨਹੀਂ ਚੱਲੀ, ਸਾਰਿਆਂ ਦੀ ਗੱਲ ਚੱਲ ਰਹੀ ਹੈ। ਮਹਿਲ ਨਾ ਪਾਵੈ ਇਹ ਪਲੂਰਲ ਫਾਰਮ ਵਿੱਚ ਹੈ। ਉੱਪਰ ਵੀ ਹੈ ਅਨਦਿਨ ਮਾਰੀ ਹੈ ਦੁੱਖ ਸਵਾਇਆ। ਹੁਣ ਦੇਖ ਰਹੇ ਹੈ ਨਹੀਂ, ਅੰਦਰਲੇ ਸ੍ਰਿਸ਼ਟੀ ਦੇ ਜੀ ਜੰਤ ਸਾਰੇ ਮੇਰੇ ਪਰਿਵਾਰ ਦੇ ਮੈਂਬਰ ਉਹ ਸਾਰੇ ਦੁਖੀ ਨੇ, ਕਿਉਂਕਿ ਮਨ ਨੂੰ ਪਤਾ ਲੱਗ ਗਿਆ। ਮਨ ਹੁਣ ਪਹਿਲਾਂ ਸਤਿਗੁਰੂ ਤੋਂ ਵਿਛੜਾ ਸੀ, ਉਹ ਹੁਣ ਮਿਲ ਗਿਆ, ਉਹ ਹੁਣ ਇਹਨਾਂ ਦੇ ਦੁੱਖ ਦੇਖ ਰਿਹਾ ਹੈ। ਹੁਣ ਉਹਦੇ ਅੰਦਰ ਦਇਆ ਆ ਰਹੀ ਹੈ, ਉਹ ਹੁਣ ਇਹਨਾਂ ਤੇ ਦਇਆ ਕਰਨ ਬਾਰੇ ਸੋਚ ਰਿਹਾ। ਹੁਣ ਉਹ ਦਿਆਲੂ ਬਣ ਗਿਆ, ਇਹਨਾਂ ਤੇ ਦਇਆ ਕਰਨ ਬਾਰੇ ਸੋਚ ਰਿਹਾ ਵੀ ਇਹਨਾਂ ਨੂੰ ਵੀ ਹੁਣ ਭਗਤ ਕਰਾਉਣੀ ਹੈ। ਭਾਵ ਕਿ ਇਹ ਸਤਿਗੁਰੂ ਤੋਂ ਵਿਛੜੇ ਹੈ, ਇਹਨਾਂ ਨੂੰ ਵੀ ਹੁਣ ਸਤਿਗੁਰੂ ਜੀ ਦਾ ਮੈਸੇਜ ਦੇਣਾ ਹੈ। ਹੁਣ ਇਹ ਸਾਰਾ ਜਿਹੜਾ ਅੰਦਰਲਾ ਕੀ ਕਹਿੰਦੇ ਸਾਰਾ ਹੈ ਨਾ, ਹੁਣ ਕੀਤਾ ਪਸਾਓ ਏਕੋ ਕਵਾਓ ਕਰੇਗਾ ਮਨ। ਹੁਣ ਇੱਕ ਕੀ ਕਹਿੰਦੇ ਇਹ ਅੰਦਰਲੇ ਸੰਸਾਰ ਦੇ ਇੱਕ ਕੋਨੇ ਤੱਕ ਨਾਮ ਦਾ ਮੈਸੇਜ ਪਹੁੰਚਾਉਣਾ ਹੈ। ਹੁਣ ਕਹਿੰਦੇ ਨੇ ਵਿਣ ਨਾਵੈ ਨਾਹੀ ਕੋ ਥਾਂ। ਹੁਣ ਅੰਦਰਲੇ ਜਿਹੜੇ ਥਾਂ ਨੇ ਨਾ, ਸਾਰੇ ਅੰਦਰਲੇ ਜਿਹੜੇ ਭਵਨ ਨੇ, ਉਹ ਸਾਰਿਆਂ ਦੇ ਵਿੱਚ ਇਹ ਮਨ ਦੇਖ ਰਿਹਾ ਵੀ ਉੱਥੇ ਵੀ ਸਤਿਗੁਰੂ ਦਾ ਭਾਣਾ ਨਹੀਂ ਵਰਤ ਰਿਹਾ। ਇਹ ਸਾਰੇ ਨੇ ਨਾ ਜਿਹੜੇ ਅੰਦਰਲੇ ਨਵਾਂ ਖੰਡਾ ਵਿੱਚ ਜਾਣੀ ਹੈ, ਨਾਲ ਚੱਲਿਆ ਸਭ ਕੋਈ ਕਰਨਾ ਹੈ, ਇਹ ਸਾਰੇ ਨਾਲ ਨਹੀਂ ਚੱਲ ਰਹੇ ਨੇ। ਉਹ ਉਹਨਾਂ ਦੀ ਗੱਲ ਚੱਲ ਰਹੀ ਹੈ ਇੱਥੇ। ਇਹ ਸਾਰੇ ਮਹਿਲ, ਇਹਨਾਂ ਨੂੰ ਵੀ ਮਹਿਲ ਪ੍ਰਾਪਤੀ ਕਰਵਾਉਣੀ ਹੈ। ਇਹ ਦੁੱਖ ਵਿੱਚ ਦੁੱਖ ਪਾ ਰਹੇ ਨੇ, ਸਾਰੇ ਦੁੱਖਾਂ ਤੋਂ ਨਿਕਲ ਹੀ ਨਹੀਂ ਪਾ ਰਹੇ ਨੇ। ਹਾਂ, ਉਸੇ ਲਈ ਸਤਿਗੁਰੂ ਜੀ ਇਹ ਉਹ ਜਿਹੜੀ ਅਗਲੀ ਪਿਛਲੇ ਬੰਦ ਦੀ ਅਖੀਰਲੀ ਤੁਕ ਹੈ, ਆਪੇ ਭਗਤ ਕਰਾਏਂਦਾ,
ਉਹ ਦੱਸ ਰਹੇ ਵੀ ਭਗਤ ਕਿਵੇਂ ਕਰਾਏਗਾ ਇਹਨਾਂ ਨੂੰ, ਕਿਉਂਕਿ ਉਹ ਦੇਖ ਰਿਹਾ ਦੁਖੀ ਨੇ, ਅੰਨ ਦਿਨ ਮਾਰੀਏ ਜਾ ਰਹੇ ਨੇ। ਅੱਛਾ, ਇੱਕ ਸਤਿਗੁਰੂ ਨੇ ਹੋਰ ਸ਼ਬਦ ਦੱਸਿਆ ਗੁਰਬਾਣੀ। ਸਤਿਗੁਰੂ ਕਹਿੰਦੇ ਨੇ ਸਤਿਗੁਰ ਤੇ ਜੋ ਮੂੰਹ ਫੇਰੇ ਤੇ ਵੇ ਮੁਖ ਬੁਰੇ ਦਿਸਨ, ਅੰਨ ਦਿਨ ਬੱਦੇ ਮਾਰੀਏ ਫਿਰ ਵੇਲਾ ਨਾਲਾ। ਕਿਉਂਕਿ ਇਹਨਾਂ ਦਾ ਕਾਰਨ ਕੀ ਹੈ, ਇਹਨਾਂ ਨੇ ਆਪਣਾ ਮੂੰਹ ਅਜੇ ਸਤਿਗੁਰੂ ਤੋਂ ਫੇਰਿਆ ਹੋਇਆ ਹੈ, ਸਤਿਗੁਰੂ ਵੱਲ ਮੂੰਹ ਨਹੀਂ ਕੀਤਾ। ਇਹਨੂੰ ਕਹਿੰਦੇ ਨੇ ਸਤਿਗੁਰ ਤੇ ਜੋ ਮੂੰਹ ਫੇਰੇ ਤੇ ਬੇਮੁਖ ਫੇਰੇ ਬੁਰੇ ਦਿਸਨ। ਇਹ ਇਹਨਾਂ ਨੂੰ ਅੰਨ ਦਿਨ ਮਾਰ ਤਾਂ ਪੈਂਦੀ ਪਈ ਹੈ। ਹੁਣ ਮਨ ਨੇ ਤਾਂ ਸਤਿਗੁਰੂ ਦਾ ਮੂੰਹ ਕਰਕੇ ਸਤਿਗੁਰੂ ਨੂੰ ਪ੍ਰਾਪਤ ਕਰ ਲਈ, ਇਹਨਾਂ ਦਾ ਮੂੰਹ ਅਜੇ ਮਨ ਵੱਲ ਸਤਿਗੁਰੂ ਜੀ ਵੱਲ ਨਹੀਂ ਹੋਇਆ। ਜਿਹੜੇ ਮਨ ਵਿੱਚ ਸਤਿਗੁਰੂ ਜੀ ਵੱਲ ਬੈਠ ਗਏ ਨੇ, ਇਹਨਾਂ ਸਾਰਿਆਂ ਦਾ ਮੂੰਹ ਅਜੇ ਆਪਣੇ ਆਪਣੇ ਵੱਲ ਨਹੀਂ। ਇਹ ਸਾਰੇ ਇਹਨਾਂ ਨੇ ਅਜੇ ਦੁਸ਼ਟਾਂ ਨਾਲ ਹੀ ਪਿਆਰ ਕੀਤਾ ਹੋਇਆ, ਇਹਨਾਂ ਨੂੰ ਵੀ ਸਮਤ ਬਖਸ਼ਦੀ। ਇਹ ਕਾਲੇ ਲੇਖ ਲਿਖ ਰਹੇ ਨੇ, ਇਹਨਾਂ ਦੇ ਇਹ ਲੇਖ ਮਿਟਾਣੇ ਹਨ। ਇਹ ਸਤਿਗੁਰੂ ਜੀ ਦੇਖ ਰਹੇ ਹਨ ਮਨ ਵਿੱਚ ਬੈਠ ਕੇ, ਇਹਨਾਂ ਨੂੰ ਵੀ ਮਹਿਲ ਦੀ ਪ੍ਰਾਪਤੀ ਕਰਾਣੀ ਹੈ, ਇਹਨਾਂ ਨੂੰ ਦੁੱਖਾਂ ਤੋਂ ਨਿਕਾਲਣਾ ਹੈ। ਹਾਂਜੀ ਜੀ ਵੀਰ ਜੀ, ਧੰਨਵਾਦ ਆਪ ਜੀ ਦਾ। ਬੜੀ ਖੂਬਸੂਰਤੀ ਦੇ ਨਾਲ ਆਪ ਜੀ ਅੰਦਰ ਦੀ ਸ੍ਰਿਸ਼ਟੀ ਬਿਆਨ ਕਰਦੇ ਹੋ। ਧਿਆਨ ਦਈਏ ਨਾ, 2 ਪਦਿਆਂ ਵਿੱਚ ਅਸੀਂ ਕਿੱਥੇ ਰਹਿ ਰਹੇ ਹਾਂ, ਅੱਜ ਦੇ ਦੂਜੇ ਪਦੇ ਵਿੱਚ ਗੁਰੂ ਸਾਹਿਬ ਨੇ ਸਮਝਾਣਾ ਕੀਤਾ ਤੇ ਅਸੀਂ ਕਿੱਥੇ ਪਹੁੰਚਣਾ ਹੈ, ਕਿਸ ਤਰੀਕੇ ਦੇ ਨਾਲ ਪਹੁੰਚਣਾ ਹੈ। ਅੱਜ ਦੇ ਪਹਿਲੇ ਪਦੇ ਵਿੱਚ ਗੁਰੂ ਸਾਹਿਬ ਮਨ ਉੱਤੇ ਲੈ ਗਏ। ਬੜੀ ਖੂਬਸੂਰਤੀ ਨਾਲ ਗੁਰੂ ਸਾਹਿਬ ਸਾਨੂੰ ਮਹਿਲ ਵਾਲੇ ਜੀਵਨ ਤੋਂ ਸੱਚ ਵਾਲੇ ਜੀਵਨ ਵਿੱਚ ਕਿਸ ਤਰ੍ਹਾਂ ਪਹੁੰਚਣਾ ਹੈ, ਬੜੀ ਖੂਬਸੂਰਤੀ ਨਾਲ ਅੱਜ ਦੇ 2 ਪਦਿਆਂ ਵਿੱਚ ਗੁਰੂ ਸਾਹਿਬ ਨੇ ਸਾਨੂੰ ਸਮਝਾਣਾ ਕੀਤਾ। ਗੁਰੂ ਦੀ ਗੱਲ ਨੂੰ ਸਮਝ ਬੁੱਝ ਕੇ ਜੀਵਨ ਵਿੱਚ ਅਪਣਾਈਏ ਕਿ ਸਾਡਾ ਵੀ ਜੀਵਨ ਬਦਲ ਸਕੇ। ਆਓ ਪਾਠ ਕਰ ਲਈਏ, ਫਿਰ ਪਾਠ ਸੈਸ਼ਨ ਦੀ ਸਮਾਪਤੀ ਹੈ। ਸਤਿਗੁਰ ਸੇਵਿਐ ਸਹਿਜ ਆਨੰਦਾ, ਹਿਰਦੈ ਆਏ ਉਠਾ ਗੋਵਿੰਦਾ। ਸਹਿਜੇ ਭਗਤ ਕਰੇ ਦਿਨ ਰਾਤੀ, ਆਪੇ ਭਗਤ ਕਰਾਇੰਦਾ। ਸਤਿਗੁਰ ਤੇ ਵਿਛੜੇ ਤਿਨੀ ਦੁਖ ਪਾਇਆ, ਅੰਦਿਨ ਮਾਰੀਏ ਦੁਖ ਸਬਾਇਆ। ਮੱਥੇ ਕਾਲੇ ਮਹਿਲ ਨਾ ਪਾਵੇ, ਦੁਖੀ ਵਿੱਚ ਦੁਖ ਪਾਇੰਦਾ। ਮੱਥੇ ਕਾਲੇ ਮਹਿਲ ਨਾ ਪਾਵੇ, ਦੁਖੀ ਵਿੱਚ ਦੁੱਖ ਪਾਇੰਦਾ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਤਜਿੰਦਰ ਵੀਰ ਜੀ, ਵਾਹਿਗੁਰੂ ਜੀ ਵੀਰ ਜੀ। ਪ੍ਰਭਜੀਤ ਵੀਰ ਜੀ ਦਾ ਲਾਸਟ ਵੀਕ ਦਾ ਇੱਕ ਸ਼ਬਦ ਦੀ ਵਿਚਾਰ ਸੀਗੀ, ਜਾ ਤੂੰ ਮੇਰੇ, ਇੱਕ ਮਿੰਟ ਸਕਰੀਨ ਤੇ ਆ ਰਿਹਾ ਵੀਰ ਜੀ, ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮਚੰਦਾ। ਪ੍ਰਭਜੀਤ ਵੀਰ ਜੀ, ਆਪ ਜੀ ਦੀ ਆਡੀਓ ਔਨ ਹੈ, ਕਿਸ ਬਾਬਤ ਵਿਚਾਰ ਆਪ ਜੀ ਚਾਹੁੰਦੇ ਹੋ ਪ੍ਰਭਜੀਤ ਵੀਰ ਜੀ? ਵੀਰ ਜੀ, ਆਪ ਜੀ ਨੂੰ ਆਡੀਓ ਔਨ ਕਰਨੀ ਪਏਗੀ। तो जी पूरे शब्द ही विचार चाहिए दिए। अच्छा जी, कर लेंगे। ओके ਵੀਰ ਜੀ, ਓਕੇ ਜੀ। ਹਰਵਿੰਦਰ ਵੀਰ ਜੀ, ਵੈਸੇ ਇਸ ਪਦੇ ਦੀ ਵਿਚਾਰਨਾ ਪਹਿਲੇ ਪਦੇ ਵਿੱਚ ਜਾਂ ਗੁਰੂ ਸਾਹਿਬ ਨੇ ਪਹਿਲੇ 2 ਪਦਿਆਂ ਵਿੱਚ ਇਸ ਪਦੇ ਦੀ ਵਿਚਾਰ ਕੀਤੀ, ਅਸੀਂ ਧਿਆਨ ਦਈਏ ਤੇ। ਹਰਵਿੰਦਰ ਵੀਰ ਜੀ, ਆਪ ਜੀ ਆਰੰਭ ਕਰਿਓ ਸੀ ਪਲੀਜ਼। ਅਸੀਂ ਨਾ ਕੁਝ ਦਿਨ ਪਹਿਲਾਂ ਵੀ ਕੁਝ ਸ਼ਬਦ ਵਿਚਾਰੇ ਸਨ ਬਈ ਇੱਕੋ ਸੀ ਕੁਚੱਜੀ, ਸੁਚੱਜੀ ਤੇ ਗੁਣਵੰਤੀ। ਵੀ ਗੁਰੂ ਕੁਚੱਜਾ ਜੀਵਨ ਕਿਹਨੂੰ ਕਹਿੰਦਾ ਪਿਆ, ਇੱਕ ਭੈੜਾ ਜੀਵਨ ਜਿਹੜਾ ਹੈ ਨਾ ਉਹ ਕਿਹਨੂੰ ਕਹਿੰਦਾ ਪਿਆ। ਉਹ ਜਿਹੜਾ ਸਾਰਾ ਸ਼ਬਦ ਸੀ, ਮੰਝ ਕੁਚੱਜੀ ਅਮਾਵਨ ਡੋਸੜੇ, ਉਹ ਕਿਉਂ ਸ਼ੋਹਰਾਵਨ ਜਾਉ ਜੀਓ। ਉਹਦੇ ਅੰਦਰ ਵੀ ਨਾ ਜਿਹੜਾ ਸਾਰਾ ਜਿਹੜਾ ਕੁਚੱਜਾ ਜੀਵਨ ਕਿਸ ਮਾਈਂਡ ਸੈਟ ਨੂੰ ਕਿਹਾ ਜਾ ਰਿਹਾ ਹੈ ਨਾ, ਉਹ ਅੰਦਰ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਪਏ ਸਨ। ਉਹ ਕਹਿੰਦੇ ਨੇ ਵੀ ਉਹ ਸੋਇਨਾ ਰੂਪਾ ਰੰਗਲਾ, ਮੋਤੀ ਤੈ ਮਾਨਕ ਜੀਓ, ਸੇ ਵਸਤੂ ਸ਼ਹਿ ਦਿੱਤੀਆਂ। ਮੈਂ ਤਿੰਨ ਸਿਓ ਲਾਇਆ ਚਿਤ ਜੀਓ, ਮੰਦਰ ਮਿੱਟੀ ਸੰਦੜੇ, ਪੱਥਰ ਕੀਤੇ ਰਾਸ ਜੀਓ। ਹੋਂ ਐਨੀ ਟੋਲੀ ਭੁਲੀਸ, ਤਿਸ ਕੰਤ ਨਾ ਬੈਠੀ ਪਾਸ। ਇਹ ਕੁਚੱਜਾ ਜੀਵਨ, ਜਿਹੜਾ ਨਾ ਸ਼ੁਕਰਾ ਜੀਵਨ ਜਿਹੜਾ ਹੈ ਨਾ, ਜਿਹਦੇ ਵਿੱਚ ਉਸ ਦਾਤਾਂ ਤੇ ਮਿਲਦੀਆਂ ਪਈਆਂ ਨੇ, ਲੇਕਿਨ ਜੋ ਉਹ ਕਹਿੰਦੇ ਦਾਤ ਪਿਆਰੀ ਵਿਸਰਿਆ ਦਾਤਾਰਾ। ਵੀ ਸੋਇਨਾ ਰੂਪਾ ਰੰਗਲਾ, ਮੋਤੀ ਤੇ ਮਾਨ, ਕਹਿੰਦਾ ਸੇ ਵਸਤੂ ਸ਼ਹਿ ਦਿੱਤੀਆਂ। ਕਿ ਮੈਂ ਕਹਿੰਦਾ ਮੈਂ ਤਿੰਨ ਸਿਓ ਲਾਇਆ ਚਿਤ ਜੀਓ, ਮੰਦਰ ਮਿੱਟੀ ਸੰਦੜੇ, ਜਿਹੜੇ ਮਹਿਲ ਮਾੜੀਆਂ ਅਸੀਂ ਬਣਾਈਆਂ ਨੇ, ਹੈਨ ਕੀ ਮਿੱਟੀ ਹੈ। ਪੱਥਰ ਕੀਤੇ ਰਾਸ ਜੀਓ, ਇਹ ਪੱਥਰ ਜਿਹੜੇ ਬੜੇ ਬਣੇ ਹੋਏ ਘਰ ਨੇ, ਇਹਨਾਂ ਨੂੰ ਮੈਂ ਮੇਰੀ ਰਾਸ ਪੂੰਜੀ ਬਣਾ ਲਿੱਤਾ ਹੋਇਆ। ਇਸ ਤੋਂ ਉਲਟ ਜਿਹੜਾ ਸੀ ਇੱਕ ਸ਼ਬਦ ਸੀ ਬਈ ਸੁਚੱਜਾ ਜੀਵਨ, ਪ੍ਰਮਾਨ ਜੀਵਨ ਜਿਹੜਾ ਉਹ ਕਿਹੜਾ ਹੈ। ਕਹਿੰਦੇ ਜਾਂ ਤੂੰ ਤਾਂ ਮੈਂ ਸਭ ਕੋ, ਜੇ ਤੂੰ ਮੇਰੇ ਵੱਲ ਹੈ ਨਾ, ਇਹ ਸ਼ਬਦ ਉਹ ਕਹਿੰਦੇ ਜਾਂ ਤੂੰ ਮੇਰੇ ਵੱਲ ਹੈ। ਇੱਕ ਸੁਚੱਜਾ ਜੀਵਨ ਕਹਿੰਦਾ ਜਾਂ ਤੂੰ ਤਬ ਮੈਂ ਸਭ ਕੋ, ਤੂੰ ਸਾਹਿਬ ਮੇਰੀ ਰਾਸ ਜੀਓ। ਮੇਰੀ ਰਾਸ ਪੂੰਜੀ ਕੌਣ ਹੈ? ਤੂੰ ਹੈ।
ਇਹ ਮੰਦਰ ਮਿੱਟੀ ਸੰਦੜੇ, ਇਹ ਮੇਰੀ ਰਾਸ ਪੂੰਜੀ, ਪੱਥਰ ਕੀਤੇ ਰਾਸ ਜਿਉ ਨਹੀਂ ਨੇ, ਇਹ ਮਹਿਲ ਮਾੜੀਆਂ ਇਹ ਮੇਰੀ ਰਾਸ ਪੂੰਜੀ ਨਹੀਂ ਨੇ। ਕਹਿੰਦੇ ਜਾਂ ਤੂੰ ਤਾਂ ਮੈਂ ਸਭ ਕੋ, ਤੂੰ ਸਾਹਿਬ ਮੇਰੀ ਰਾਸ ਜਿਉ, ਤੁਧ ਅੰਤਰ ਹੋ ਸੁਖ ਵਸਾ, ਤੂੰ ਅੰਤਰ ਸ਼ਾਬਾਸ਼ ਜੀ। ਜਦ ਤੱਕ ਤੂੰ ਮੇਰੇ ਅੰਦਰ ਵਸਦਾ ਹੈ ਨਾ, ਮੇਰਾ ਜੀਵਨ ਇਹ ਜਿਹੜਾ ਸੁਚੱਜਾ ਜੀਵਨ ਜਿਹੜਾ ਹੈ ਨਾ। ਇੱਕ ਹੋਰ ਸ਼ਬਦ ਕਹਿੰਦੇ ਵੀ ਧਣੀ ਵੀ ਹੋਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ। ਜੇ ਉਹ ਰੱਬ ਸਾਡੇ ਜੀਵਨ ਵਿੱਚ ਨਹੀਂ ਆ ਰਿਹਾ ਨਾ, ਫਿਰ ਇਹ ਪਾਟ ਪਟੰਬਰ ਪਾਓ, ਰੇਸ਼ਮੀ ਕੱਪੜੇ, ਮਹਿੰਗੇ ਕੱਪੜੇ। ਉਹਦੇ ਉਲਟ ਕਹਿੰਦੇ ਧੂੜੀ ਵਿੱਚ ਲੁੜੰਦੜੀ ਸੋਹਾ, ਨਾਨਕ ਤੈ ਸ਼ੈ ਨਾਲੇ। ਜੇ ਮੈਨੂੰ ਧੂੜੀ ਵਿੱਚ ਲੁੜੰਦੜੀ ਪਾਓ, ਮੈਨੂੰ ਜੇ ਉਹ ਵਾਲਾ ਜੀਵਨ ਵੀ ਜਿਉਣਾ ਪਵੇ ਨਾ, ਲੇਕਿਨ ਜੇ ਤੂੰ ਮੇਰੇ ਨਾਲ ਹੋਵੇਂ ਤੇ ਉਹ ਵੀ ਉਹਨੂੰ ਗੁਰੂ ਇਹਨਾਂ ਨੂੰ ਸੁਚੱਜਾ ਜੀਵਨ ਜਿਹੜਾ ਹੈ ਨਾ ਵੀ ਉਹਨੂੰ ਕਹਿੰਦੇ ਪਏ। ਇੱਥੇ ਵੀ ਜਿਹੜਾ ਇੱਕ ਸੁਚੱਜੇ ਜੀਵਨ ਵਾਲੀ ਜਿਹੜੀ ਗੱਲ ਹੈ ਨਾ, ਉਹ ਕਹਿ ਲਓ ਮਾਨੋ ਇੱਕ ਉਹ ਜਿਹੜਾ ਸੁਚੱਜਾ ਜੀਵਨ ਵਾਲਾ ਜਿਹੜਾ ਜੋ ਹੈ ਉਹ ਮਾਨੋ ਬੇਨਤੀ ਕਰਦਾ ਪਿਆ ਹੋਵੇ। ਕਹਿੰਦੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਤਾ, ਜਦੋਂ ਹੈ ਪਰਮਾਤਮਾ ਤੂੰ ਮੇਰੇ ਵੱਲ, ਮੈਨੂੰ ਹੋਰ ਕਹਿੰਦਾ ਜਾਂ ਕਰਤਾ ਵੱਲ ਤਾਂ ਸਭ ਕੋ ਵੱਲ। ਇਹ ਭਰੋਸਾ ਜਿਹਦੇ ਅੰਦਰ ਹੈ ਨਾ, ਬੱਚੇ ਰੱਬ ਮੇਰੇ ਨਾਲ ਹੈ ਨਾ, ਕਹਿੰਦੇ ਵੀ ਉਹ ਇੱਕ ਆਂਦਾ ਵੀ ਉਹ ਵਿੱਚ ਕਰਤਾ ਪੁਰਖ ਖਲੋਵਾ, ਵਾਲ ਨਾ ਵਿੰਗਾ ਹੋਵਾ। ਵੀ ਜੇ ਤੂੰ ਮੇਰੇ ਨਾਲ ਹੈ, ਮੈਨੂੰ ਇਹ ਦੁਨਿਆਵੀ ਧਨ ਦੌਲਤ ਐਸ਼ ਇਸ਼ਰਤ ਮਹਿਲ ਮਾੜੀਆਂ ਇਹ ਨਹੀਂ, ਗੁਰੂ ਨਹੀਂ ਕਹਿੰਦਾ ਵੀ ਛੱਡ ਦੇ, ਲੇਕਿਨ ਤੇਰੀ ਜ਼ਿੰਦਗੀ ਅੰਦਰ ਇਹਨਾਂ ਦੀ ਇੰਪੋਰਟੈਂਸ, ਉੱਚਾ ਅਹੁਦਾ, ਅਸੀਂ ਉੱਚਾ ਅਹੁਦਾ ਮਿਲਣ ਵਾਸਤੇ ਵੀ ਝੂਠ ਬੋਲਨੇ ਆ, ਅਸੀਂ ਜਿਹੜੇ ਉਹ ਲੌਬਿੰਗ ਕਰਨੇ ਆ ਸਾਰੀ ਜਿਹੜੀ ਹੈ ਉਹ ਕਰਨੇ ਆ। ਤੇ ਗੁਰੂ ਕਹਿੰਦੇ ਵੀ ਤੇਰੇ ਮਨ ਇਹ ਜਿਹੜਾ ਸ਼ਬਦ ਹੈ ਨਾ, ਉਹ ਇੱਕ ਸੁਚੱਜੇ ਮਨ ਦੀ ਬੇਨਤੀਆਂ ਨੇ ਕਹਿ ਲਓ। ਕਹਿੰਦੇ ਜਾਂ ਤੂੰ ਮੇਰੇ ਵੱਲ ਹੈ, ਕਹਿੰਦੇ ਜੇ ਤੂੰ ਮੇਰੇ ਵੱਲ ਹੈ ਨਾ, ਕਹਿੰਦੇ ਮੈਨੂੰ ਇੱਕ ਹੋਰ ਸ਼ਬਦ ਆਂਦਾ ਬਈ ਕਿ ਨਹੀਂ ਧੜਾ ਕੀਆ ਮਿੱਤਰ ਸੱਕੇ ਨਾਲ ਜਵਾਈ, ਕਹਿੰਦੇ ਹਮਰਾ ਧੜਾ ਹਰ ਰਿਹਾ ਸਮਾਂ। ਉਹਨੇ ਵੱਖ-ਵੱਖ ਬੰਦਿਆਂ ਨੇ ਨਾ ਆਪਣੇ ਵੱਖ-ਵੱਖ ਧੜੇ ਬਣਾਏ ਹੋਏ ਨੇ। ਕੋਈ ਉਹ ਆਪਣੇ ਕਿੰਨੀ ਧੜਾ ਕੀਆ ਕੁੜਮ ਸੱਕੇ ਨਾਲ ਜਵਾਈ, ਉਹਨੇ ਸਾਰਾ ਸ਼ਬਦ ਰੋਕਣ ਜਾਈਏ। ਕਹਿੰਦਾ ਹਮਰਾ ਧੜਾ ਮੈਂ ਕਿਹਦੇ ਨਾਲ, ਕਹਿੰਦੇ ਜੇ ਤੂੰ ਮੇਰੇ ਵੱਲ ਹੈ ਨਾ, ਕਹਿੰਦੇ ਮੈਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ। ਇਹ ਇੱਕ ਸੁਚੱਜਾ ਜੀਵਨ ਜਿਹੜਾ ਹੈ ਨਾ, ਉਹ ਮਨ ਨੂੰ ਬੇਨਤੀ ਕਰਦਾ ਪਿਆ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਮੈਨੂੰ ਹੋਰ ਕਿਸੇ ਚੀਜ਼ ਦੀ ਮੈਨੂੰ ਲੋੜ ਨਹੀਂ ਰਹਿ ਜਾਂਦੀ। ਕਹਿੰਦਾ ਤੂੰ ਸਭ ਕੁਝ ਮੈਨੂੰ ਸੌਂਪ ਪਿਆ, ਜਾਂ ਤੇਰਾ ਬੰਦਾ ਮੈਂ ਹਾਂ, ਤੇਰਾ ਬੰਦਾ ਜੋ ਕੁਝ ਦਿੱਤਾ ਹੋਇਆ ਨਾ, ਇਹ ਮੰਨ ਲੈਣਾ ਕਿ ਜੋ ਮਿਲਿਆ ਉਸ ਪ੍ਰਮਾਤਮਾ ਦੀ ਦਿੱਤੀ ਹੋਈ ਦਾਤ ਹੈ। ਕਹਿੰਦਾ ਲక్ష్ਮੀ ਤੋੜ ਨਾ ਆਵਈ ਖਾਏ ਖਰਚ, ਤੂੰ ਮੇਰੇ ਵੱਲ ਹੈ। ਮੈਨੂੰ ਜ਼ਰੂਰੀ ਨਹੀਂ ਕਿ ਬੰਦੇ ਕੋਲ ਬਹੁਤ ਹੋਵੇ, ਲੇਕਿਨ ਸਟੇਟ ਆਫ ਮਾਈਂਡ ਕੀ ਹੈ, ਕਹਿੰਦਾ ਨਹੀਂ ਰੱਜ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ। ਉਹਦੇ ਜੀਵਨ ਵਿੱਚੋਂ ਜੈ ਪ੍ਰਸਾਦ ਨਹੀਂ ਜਾਂਦਾ, ਉਹਦੇ ਜੀਵਨ ਜੈ ਪ੍ਰਸਾਦ ਬਸੇ ਸੁਖ ਮੰਦਰ, ਜੈ ਪ੍ਰਸਾਦ 36 ਅੰਮ੍ਰਿਤ 36 ਜੈ ਪ੍ਰਸਾਦ ਸੁਖ ਸੇਜ ਸੁਵੀ, ਜੇ ਸਾਰਾ ਜਿਹੜਾ ਸ਼ਬਦ ਆਉਂਦਾ ਪਿਆ ਨਾ, ਵੀ ਉਹ ਐਸਾ ਨਹੀਂ ਕੋਈ ਛੱਡ ਦੇਵੇ ਉਹ, ਲੇਕਿਨ ਉਹਦੇ ਅੰਦਰ ਰੱਬ ਦਾ ਸ਼ੁਕਰਾਨਾ ਜਿਹੜਾ ਹੈ ਨਾ, ਕਹਿੰਦੇ ਮੈਨੂੰ ਕੋਈ ਤੋੜ ਨਹੀਂ ਆਉਂਦੀ। ਜੇ ਤੂੰ ਮੇਰੇ ਵੱਲ ਹੈ ਨਾ, ਮੈਂ ਖਾਣਾ ਵੀ ਆ ਖਰਚਣਾ ਵੀ ਆ, ਮੈਨੂੰ ਪੈਸੇ ਦੀ ਕੋਈ ਤੋੜ ਨਹੀਂ ਆਉਂਦੀ। 1,84 ਮੇਦਨੀ 84 ਲੱਖ ਜਿਹੜੇ ਜੂਨੀਆਂ ਨੇ, ਸਾਰੀ ਸ੍ਰਿਸ਼ਟੀ ਜਿਹੜੀ ਹੈ ਨਾ, ਉਹ ਮਾਨੋ ਉਹ ਮੇਰੀ ਸੇਵਾ ਭੈ ਵਿੱਚ ਅਗਨ ਕੱਢੇ ਵੇਗਾਰ, ਰੱਬ ਦੇ ਡਰ ਵਿੱਚ ਅੱਗ ਮੇਰੀ ਸੇਵਾ ਪਈ ਕਰਦੀ ਹੈ। ਮਾਨੋ ਸਾਰੀ ਸ੍ਰਿਸ਼ਟੀ ਜਿਹੜੀ ਹੈ ਨਾ, 1,84 ਮੇਦਨੀ ਸ੍ਰਿਸ਼ਟੀ ਕਹਿ ਲੋ, ਉਹ ਸਾਰੀ ਮਾਨੋ ਇੱਕ ਹਿਸਾਬ ਨਾਲ, ਕਿਉਂਕਿ ਸਾਰਾ ਸ਼ਬਦ ਹੈ ਨਾ ਵੀ ਇਹ ਵੈਰੀ ਮਿੱਤਰ ਸਭ ਕੀਤੇ ਆ। ਜਦੋਂ ਕਹਿੰਦਾ ਨਾ ਜਿਹੜੇ ਮੇਰੇ ਦੁਸ਼ਮਣ ਸੁਚੱਜੀ ਜੀਵਨ ਜਾਜ ਦੇਗਾ, ਵੀ ਉਹ ਜੇ ਲਾਇਤਬਾਰੀ ਵਾਲਾ ਜੀਵਨ ਸੀ, ਉਹਦੇ ਨਾਲ ਦੁਸ਼ਮਣ ਇਕੱਠੇ ਹੋਣੇ ਨੇ, ਤੇ ਜੇ ਅੱਛਾ ਜੀਵਨ ਹੋ ਗਿਆ, ਮਿੱਠ ਬੋਲੜਾ ਜੀਵਨ ਹੋ ਗਿਆ, ਜੇ ਕਿਸੇ ਦੀ ਮਦਦ ਕਰਨ ਵਾਲਾ ਜੀਵਨ ਹੋ ਗਿਆ, ਵੀ ਹੱਕ ਪਰਾਇਆ ਨਹੀਂ ਲੈਂਦਾ, ਪਰਤਰਿਆ ਰੂਪ ਨਹੀਂ ਵੇਖਦਾ, ਜੇ ਇਹ ਵਾਲਾ ਮਿਲ ਜਾਵੇ, ਕਹਿੰਦਾ ਜਿਹੜੇ ਮੇਰੇ ਵੈਰੀ ਬੰਨੇ ਹੋਏ ਸਨ, ਉਹ ਕਹਿੰਦਾ ਮੇਰੇ ਦੋਸਤ ਬਣ ਜਾਣਗੇ। ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗ, ਹੁਣ ਕੋਈ ਮੇਰਾ ਮਾੜਾ ਨਹੀਂ ਚਿਤਵਦਾ, ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸ਼ਣ ਦਾ, ਜਿਸ ਨੂੰ ਉਹ ਮਾਲਕ ਬਖਸ਼ ਦੇਵੇ ਨਾ, ਉਹਦਾ ਕਹਿੰਦਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ, ਵੀ ਉਹ ਆਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਬਿੰਦਾ। ਜਦੋਂ ਮੈਂ ਉਹ ਪਰਮਾਤਮਾ ਗੁਰੂ ਨੂੰ ਗੋਬਿੰਦ ਨੂੰ ਮਿਲ ਲੈਣਾ ਵਾ, ਮੇਰਾ ਜੀਵਨ ਜਿਹੜਾ ਅੱਜ ਜਿਹੜਾ ਸ਼ਬਦ ਸੀ ਵੀ ਸਹਿਜ ਆਨੰਦਾ, ਜਿਹਨੂੰ ਸਤਿਗੁਰੂ ਮਿਲ ਜਾਂਦਾ ਹੈ, ਵੀ ਸਭੇ ਕਾਜ ਸਵਾਰੀ ਹੈ ਜਾਂ ਤੁਧ ਭਾਵੰਦਾ। ਜਦੋਂ ਤੈਨੂੰ ਭਾ ਜਾਂਦਾ ਨਾ, ਮੇਰੀ ਜ਼ਿੰਦਗੀ ਦਾ ਹਰ ਕਾਰਜ ਜਿਹੜਾ ਨਾ ਸਵਰ ਜਾਂਦਾ। ਹਾਂਜੀ ਵੀਰ ਜੀ, ਥੈਂਕ ਯੂ ਵੀਰ ਜੀ, ਬੜੀ ਖੂਬਸੂਰਤੀ ਨਾਲ ਆਪ ਜੀ ਨੇ ਡਿਟੇਲ ਵਿੱਚ ਸਮਝਾਣਾ ਕੀਤਾ। ਭੁਪਿੰਦਰ ਵੀਰ ਜੀ, ਆਪ ਜੀ ਵਿਚਾਰ ਦੇ ਦਿਓ ਇਸ ਬਾਬਤ। ਭੁਪਿੰਦਰ ਵੀਰ ਜੀ।
ਸੁਖਵਿੰਦਰ ਜੀ ਨੂੰ ਕਹੋ ਮੈਂ ਆਂਦਾ 2 ਮਿੰਟਾਂ ਚ जी ਤੁਸੀਂ। जी सुखविंदर वीर जी आप जी आरंभ करें जी। हाँ जी वीर जी। ਵੀਰ ਜੀ ਦੇਖੋ ਇਹ ਸ਼ਬਦ ਨਾ ਜਿਵੇਂ ਤੁਸੀਂ ਸ਼ੁਰੂ ਚ ਕਿਹਾ ਨਾ ਬਿਲਕੁਲ ਅੱਜ ਵਾਲੇ 2 ਬੰਦਾ ਦੇ ਨਾਲ ਚੱਲ ਰਿਹਾ ਉਹੀ ਸ਼ਬਦ ਜੋ ਆਪਾਂ ਗੱਲ ਉੱਥੇ ਕਰਕੇ ਆ ਰਹੇ ਹਾਂ ਨਾ। ਇੱਥੇ ਦੇਖੋ ਜਿਹੜੀ ਸਭ ਤੋਂ ਇਹਦੀ ਅਖੀਰਲੀ ਤੁਕ ਹੈ ਨਾ, ਕਿਉਂਕਿ ਜਿਹੜੀ ਪੌੜੀ ਹੁੰਦੀ ਹੈ ਨਾ ਵੀਰ ਜੀ, ਪੌੜੀ ਹੈ ਨਾ, ਪੌੜੀ ਦਾ ਅਖੀਰ ਵਾਲੀ ਤੁਕ ਨਾ ਜਿਹੜਾ ਉਹ ਉਹਦਾ ਭਾਵਸਾਰ ਹੁੰਦਾ। ਆਪਾਂ ਨੂੰ ਉੱਥੋਂ ਪੌੜੀ ਸਾਨੂੰ ਥੱਲੇ ਤੋਂ ਅਖੀਰਲੀ ਤੁਕ ਤੋਂ ਸਟਾਰਟ ਕਰਨੀ ਚਾਹੀਦੀ। ਪੌੜੀ ਦਾ ਜਿਹੜਾ ਭਾਵ ਅਖੀਰਲੀ ਤੁਕ ਵਿੱਚ ਸਮਾਇਆ ਹੁੰਦਾ। ਸਤਿਗੁਰੂ ਇੱਥੇ ਕੀ ਗੱਲ ਕਰ ਰਹੇ ਨੇ, ਕਹਿੰਦੇ ਨੇ ਸਭੇ ਕਾਜ ਸਵਾਰੇ ਜਾਂ ਤੁਧ ਪਾਵੰਦਾ। ਦੇਖੋ ਤੁਧ ਪਾਵੰਦਾ ਪਹਿਲਾਂ ਗੱਲ ਕਿੱਥੋਂ ਸ਼ੁਰੂ ਹੋਈ ਸੀ? ਮਨ ਸਤ ਭਾਏ। ਪਹਿਲਾਂ ਮਨ ਸਤ ਨੂੰ ਪਸੰਦ ਕਰਦਾ ਹੈ, ਉਸ ਨੂੰ ਕੀ ਪ੍ਰਾਪਤ ਹੁੰਦਾ ਹੈ? ਭਗਤ ਪ੍ਰਾਪਤ ਹੁੰਦਾ ਹੈ, ਗੋਬਿੰਦ ਪ੍ਰਾਪਤ ਹੁੰਦਾ। ਇਸਨੂੰ ਕਹਿੰਦੇ ਨੇ ਭਗਤ ਗੋਬਿੰਦਾ, ਜਿਸ ਨੂੰ ਉੱਪਰ ਕਹਿ ਰਹੇ ਨੇ ਨਾ ਮਿਲ ਗੁਰ ਗੋਬਿੰਦਾ, ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਬਿੰਦਾ। ਮਨ ਸਤ ਨੂੰ ਭਾਉਂਦਾ ਹੈ, ਪਸੰਦ ਕਰਦਾ ਹੈ। ਮਨ ਸਤਿਗੁਰੂ ਦੀ ਸੇਵਾ ਕਰਦਾ ਹੈ। ਸਤਿਗੁਰ ਸੇਵਿਆ ਸਹਿਜ ਆਨੰਦਾ। ਪਹਿਲਾਂ ਮਨ ਨੂੰ ਸਹਿਜ ਪ੍ਰਾਪਤ ਹੁੰਦਾ ਹੈ, ਆਨੰਦ ਪ੍ਰਾਪਤ ਹੁੰਦਾ ਹੈ। ਔਰ ਇਸੇ ਨੂੰ ਕਹਿੰਦੇ ਨੇ ਹਿਰਦੈ ਆਏ ਉਠਾ ਗੋਵਿੰਦਾ, ਜਿਸ ਨੂੰ ਇਹ ਕਹਿ ਰਹੇ ਨੇ ਆਨੰਦ ਭਇਆ ਸੁਖ ਪਾਇਆ ਮਿਲ ਗੁਰੂ ਗੋਬਿੰਦਾ। ਇਹ ਸਭ ਤੋਂ ਪਹਿਲਾਂ ਮਨ ਦਾ ਕਾਰਜ ਸਵਾਰਦੇ ਆ ਸਤਿਗੁਰੂ। ਸਭ ਤੋਂ ਪਹਿਲਾਂ ਮਨ ਸਤਿਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਤਾਂ ਸਤਿਗੁਰੂ ਜੀ ਉਹਦਾ ਕਾਰਜ ਸਵਾਰ ਦਿੰਦੇ ਨੇ। ਪਹਿਲਾਂ ਮਨ ਦਾ ਕਾਰਜ ਸਵਾਰਦਾ। ਮਨ ਦਾ ਕਾਰਜ ਕਿਵੇਂ ਸਵਰਦਾ? ਕਹਿੰਦੇ ਨੇ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਿਹੜੇ ਉਹਨੇ ਕਹਿੰਦੇ ਸਭੇ ਕਾਜ ਸਵਾਰੇ ਹੈ। ਪਹਿਲਾਂ ਸਾਡਾ ਕਾਰਜ ਕਿਵੇਂ ਸਵਰਦੇ? ਮਿਲ ਸਾਧ ਸੰਗਤ, ਸਾਧ ਗੁਰੂ ਜੀ ਨੂੰ, ਸਾਧੂ ਸਤਿਗੁਰ ਜੇ ਮਿਲੇ ਤਾਂ ਪਾਈਏ ਗੁਣੀ ਨਿਧਾਨ। ਸਾਧੂ ਸਤਿਗੁਰੂ ਜੀ ਦੀ ਸੰਗਤ ਵਿੱਚ ਜਾ ਕੇ ਉੱਥੋਂ ਮਿਲ ਸਾਧ ਸੰਗਤ ਭਜ ਕੇਵਲ ਨਾਮ, ਨਾਮ ਦੀ ਪ੍ਰਾਪਤੀ ਕਰਨੀ ਹੈ, ਨਾਮ ਵਿੱਚ ਲੀਨ ਹੋਣਾ ਹੈ। ਇਹ ਮਨ ਕਰਦਾ ਪਹਿਲਾਂ। ਸਤਿਗੁਰੂ ਜੀ ਪਹਿਲਾਂ ਮਨ ਦਾ ਕਾਰਜ ਸਵਾਰਦੇ ਨੇ। ਫਿਰ ਇੱਥੇ ਕਹਿੰਦੇ ਨੇ ਸਭੇ ਕਾਜ ਸਵਾਰਿਆ। ਫਿਰ ਸਾਰਿਆਂ ਦੇ ਅੰਦਰਲੇ ਜੀਆਂ ਜਨਤਾ ਦੇ ਕਾਜ, ਜਿਹਨੂੰ ਉੱਪਰ ਆਖ ਰਹੇ ਨੇ 184 ਮੇਦਨੀ। ਫਿਰ ਥੱਲੇ ਕਹਿੰਦੇ ਨੇ ਇਹ ਵੈਰੀ, ਜਿਹੜੇ ਵੈਰੀ ਸਨ, ਪਹਿਲਾਂ ਕਹਿਣਾ ਹੀ ਨਹੀਂ ਮੰਨਦੇ ਸਨ, ਇਹਨਾਂ ਨੂੰ ਵੈਰੀ ਵੀ ਆਖਿਆ ਗਿਆ। ਦੇਖੋ 184 ਮੇਦਨੀ ਵੀ ਆਖਿਆ ਗਿਆ ਅੰਦਰਲੇ ਸਾਰੇ ਸ੍ਰਿਸ਼ਟੀ ਨੂੰ। ਉਸ ਨੂੰ ਕਹਿੰਦੇ ਨੇ ਹੁਣ ਇਹ ਸਾਰੇ ਸੇਵ ਕਰਨ ਦੇ ਨੇ, ਸਭ ਸੇਵ ਕਰਨ ਦਾ 184 ਮੇਦਨੀ। ਕਦੋਂ? ਕਿਉਂਕਿ ਇਹਨਾਂ ਸਾਰਿਆਂ ਦਾ ਕਾਜ ਸਵਾਰਿਆ ਗਿਆ ਨਾ। ਹੁਣ ਕਾਜ ਕੀ ਸਵਾਰਿਆ? ਸਤਿਗੁਰੂ ਤੋਂ ਨਾਮ ਦੀ ਪ੍ਰਾਪਤੀ ਹੋ ਜਾਣੀ, ਨਾਮ ਦੇ ਅਨੁਸਾਰ ਕਰਮ ਕਰਨੇ, ਹੁਕਮ ਵਿੱਚ ਚੱਲਣਾ, ਇਹ ਕਾਰਜ ਸਵਾਰਨਾ ਹੁੰਦਾ। ਪਹਿਲਾਂ ਇਹ ਮਨ ਦਾ ਕਾਰਜ ਸਵਾਰ। ਮਨ ਸਤਿਗੁਰੂ ਕੇ ਭਾਣੇ ਚੱਲਣਾ ਸ਼ੁਰੂ ਕੀਤਾ। ਫਿਰ ਮਨ ਨੇ ਹੌਲੀ ਹੌਲੀ ਆਪੇ ਭਗਤ ਘਰਾਇੰਦਾ ਦੇ ਮੁਤਾਬਕ ਇਹਨਾਂ ਸਾਰਿਆਂ ਨੂੰ ਵੀ ਸਤਿਗੁਰੂ ਜੀ ਦੇ ਨਾਮ ਨਾਲ ਜੋੜਿਆ, ਇਹਨਾਂ ਸਾਰਿਆਂ ਦਾ ਕਾਜ ਸਵਾਰਿਆ। ਉਸੇ ਗੱਲ ਨੂੰ ਕਹਿੰਦੇ ਨੇ, ਕਹਿੰਦੇ ਫਿਰ ਕੀ ਹੁੰਦਾ ਹੈ? ਇਹ ਜਿਹੜੇ ਸਾਰੇ ਜੀ ਜਿਨ੍ਹਾਂ ਦਾ ਸਾਰਿਆਂ ਦਾ ਕਾਜ ਸਵਾਰਿਆ ਨਾ, ਉੱਥੇ ਦੇਖੋ ਕਹਿ ਰਹੇ ਸਭੇ ਕਾਜ ਸਵਾਰਿਆ। ਸਾਰਿਆਂ ਦਾ ਕਾਜ ਜਦੋਂ ਸਵਰ ਜਾਂਦਾ ਹੈ, ਇਹ ਸਾਰੇ ਮਿਲ ਕੇ ਨਾ ਫਿਰ ਉੱਪਰ, ਜਿਹਨੂੰ ਥੱਲੇ ਸਭੇ ਕਾਜ ਬੋਲਿਆ, ਉੱਪਰ ਕਹਿ ਰਹੇ ਨੇ ਸਭ ਸੇਵ ਕਰਨ ਦਾ ਭਾਵ ਸਾਰੇ ਸੇਵਾ ਕਰਨ ਲੱਗ ਜਾਂਦੇ ਨੇ। ਫਿਰ ਸਾਰੇ ਸੇਵਾ ਕਰਨ ਲੱਗ ਜਾਂਦੇ। ਅੱਜ ਵਾਲੇ ਬੰਦ ਦੇ ਮੁਤਾਬਕ ਸਤਿਗੁਰ ਸੇਵਿਆ ਸਹਿਜ ਆਨੰਦਾ। ਸਾਰੇ ਸੇਵਾ ਦੇ ਨਾਲ ਸਹਿਜ ਪ੍ਰਾਪਤ ਹੁੰਦਾ, ਆਨੰਦ ਪ੍ਰਾਪਤ ਹੁੰਦਾ। ਹੁਣ ਇਹ ਸਭ ਸੇਵ ਕਰਨ ਲੱਗ ਗਏ। ਥੱਲੇ ਫਿਰ ਕੀ ਕਹਿੰਦੇ? ਆਨੰਦ ਭਇਆ ਸੁਖ ਪਾਇਆ ਮਿਲ ਗੁਰੂ ਗੋਬਿੰਦਾ। ਇਹਨਾਂ ਨੂੰ ਵੀ ਆਨੰਦ ਪ੍ਰਾਪਤ ਹੋ ਗਿਆ, ਸਹਿਜ ਸੁਖ ਪ੍ਰਾਪਤ ਹੋ ਗਿਆ। ਇਹਨਾਂ ਦੇ ਹਰੇਕ ਦੇ ਅੰਦਰ ਗੋਬਿੰਦ, ਉਹ ਪਹਿਲਾਂ ਹਿਰਦੇ ਵਿੱਚ ਉੱਠਾ ਸੀ ਗੋਬਿੰਦ, ਹੁਣ ਇਹਨਾਂ ਹਰੇਕ ਦੇ ਅੰਦਰ ਗੋਬਿੰਦ ਉੱਠ ਕੇ ਵਸ ਗਿਆ। ਕਿਉਂ? ਕਿਉਂਕਿ ਸਾਰੇ ਸੇਵ ਕਰਨ ਲੱਗ ਗਏ, ਸਭ ਸੇਵ ਕਰਨ ਦਾ। ਹੁਣ ਇਹ ਕੋਈ ਵੀ ਮੰਦਾ ਨਹੀਂ ਮੰਗਦਾ। ਪਹਿਲਾਂ ਕੀ ਹੁੰਦਾ ਸੀ? ਪਹਿਲਾਂ ਕੀ ਕਰਦਾ ਸੀ? ਪਹਿਲਾਂ ਨਾ ਇਹ ਸਾਰੇ ਆਪਣੇ ਵਿਚਾਰ ਮਨ ਨੂੰ ਦਿੰਦੇ ਸਨ, ਜਿਸ ਨੂੰ ਕਹਿੰਦੇ ਨੇ ਕਾਮ ਨੇਮ ਸਦ ਪੁੱਛੀਐ ਬਹਿ ਬਹਿ ਕਰੇ ਵਿਚਾਰ। ਇਹ ਸਾਰੇ ਦੁਸ਼ਟ ਮਤ ਉਹਨੂੰ ਦਿੰਦੇ ਸਨ, ਮਨ ਨੂੰ। ਉਹਨੂੰ ਇਹ ਭੈੜੀ ਮਤ ਦਿੰਦੇ ਸਨ। ਉਹ ਲੈ ਵੀ ਲੈਂਦਾ ਸੀ, ਇਹਨਾਂ ਦੇ ਨਾਲ ਰਲ ਜਾਂਦਾ ਹੁੰਦਾ ਸੀ। ਉਹਦਾ ਨੁਕਸਾਨ ਕੀ ਹੁੰਦਾ ਸੀ? ਕਹਿੰਦੇ ਸੀ ਰਾਜਾ ਬਾਲਕ ਨਗਰੀ ਕਾਚੀ, ਦੁਸ਼ਟਾਂ ਨਾਲ ਪਿਆਰੋ। ਇਹਨਾਂ ਸਾਰਿਆਂ ਦਾ ਦੁਸ਼ਟ ਵਿਚਾਰਾਂ ਨਾਲ ਪਿਆਰ ਸੀ ਇਹਨਾਂ ਦਾ। ਹੁਣ ਇਹ ਸਾਰੇ ਸੇਵ ਕਰਨ ਲੱਗ ਗਏ। ਸੇਵ ਕਰਨ ਨਾਲ ਇਹਨਾਂ ਦਾ ਕੀ ਹੋਇਆ? ਇਹ ਹੁਣ ਨੈ ਮੰਗੈ ਮੰਦਾ, ਕੋਈ ਵੀ ਮੰਦਾ ਖਿਆਲ ਨਾ ਤਾਂ ਆਪ ਲੈਂਦੇ ਨੇ, ਨਾ ਕਿਸੇ ਨੂੰ ਦਿੰਦੇ ਨੇ ਮੰਦਾ ਖਿਆਲ, ਨਾ ਕਿਸੇ ਦਾ ਮੰਦਾ ਮੰਗਦੇ ਨੇ। ਮੰਦਾ ਮੰਗਣ ਦਾ ਭਾਵ ਕਿਸੇ ਨੂੰ ਮੰਦਾ ਖਿਆਲ ਦੇ ਕੇ ਹੀ ਉਹਦਾ ਮੰਦਾ ਹੋ ਸਕਦਾ। ਦਿੰਦੇ ਹੀ ਨਹੀਂ, ਮੰਦਾ ਖਿਆਲ ਆਉਂਦੇ ਹੀ ਨਹੀਂ ਕਿਸੇ ਨੂੰ, ਕਿਉਂਕਿ ਸਾਰੇ ਸੇਵ ਕਰਨ ਲੱਗ ਜਾਂਦੇ ਨੇ। 184 ਮੇਦਨੀ ਅੰਦਰਲੀ ਗੱਲ ਚੱਲ ਰਹੀ ਹੈ। ਕਹਿੰਦੇ ਸਭ ਸੇਵ ਕਰਨ ਦਾ, ਸਾਰੇ ਸੇਵ ਕਰ ਰਹੇ ਨੇ।
ਇਹਨਾਂ ਨੂੰ ਇਸੇ ਲਈ ਕਹਿੰਦੇ ਜਿਹੜੇ ਪਹਿਲਾਂ ਇਹਨਾਂ ਦੇ ਮੱਥੇ ਕਾਲੇ ਸਨ ਨਾ, ਕਾਲੇ ਲੇਖ ਇਹਨਾਂ ਨੇ ਆਪਣੇ ਆਪਣੇ ਸਾਰੇ ਲਿਖੇ ਸਨ। ਫਰੀਦਾ ਜੇਤੂ ਅਕਲ ਲਤੀਫ ਕਾਲੇ ਲਿਖਣ ਵਾਲੇ, ਕਹਿੰਦੇ ਉਹ ਸਾਰਾ ਲੇਖਾ ਇਹਨਾਂ ਦਾ ਹੁਣ ਕੋਈ ਪੁੱਛ ਹੀ ਨਹੀਂ ਰਿਹਾ, ਲੇਖਾ ਖਤਮ। ਧਰਮ ਰਾਏ ਦਾ ਲੇਖਾ ਫਾੜਿਆ, ਲੇਖਾ ਇਹਨਾਂ ਦੇ ਖਤਮ ਹੋ ਜਾਂਦਾ, ਇਹਨਾਂ ਦਾ ਲੇਖਾ ਫਟ ਜਾਂਦਾ। ਕਦੋਂ? ਜਾ ਹਰ ਬਖਸ਼ਣ ਦਾ, ਜਦੋਂ ਸਤਿਗੁਰੂ ਜੀ ਅੰਦਰ ਵਸ ਕੇ ਇਹਨਾਂ ਸਾਰਿਆਂ ਨੂੰ ਵੀ ਆਪੇ ਭਗਤ ਕਰਾਉਂਦਾ ਹੈ, ਇਹਨਾਂ ਸਾਰਿਆਂ ਨੂੰ ਵੀ ਨਾਮ ਦਿੰਦਾ ਤੇ ਇਹਨਾਂ ਦਾ ਲੇਖਾ ਖਤਮ ਹੋ ਜਾਂਦਾ, ਲੇਖਾ ਫਟ ਜਾਂਦਾ, ਇਹਨਾਂ ਦਾ ਲੇਖਾ ਰਹਿੰਦਾ ਹੀ ਨਹੀਂ ਹੈ। ਕਿਉਂਕਿ ਇਹ ਸਾਰੇ ਸੇਵ ਕਰਨ ਲੱਗ, ਸੇਵਾ ਕਰਨ ਦਾ ਫਲ ਇਹ ਹੁੰਦਾ ਹੈ, ਸਾਡਾ ਬੁਰੇ ਕਰਮਾਂ ਦਾ ਲੇਖਾ, ਮੱਥੇ ਜਿਹੜੇ ਕਾਲੇ ਲਿਖੇ ਹੁੰਦੇ ਨੇ ਉਹ ਲੇਖ ਫਟ ਜਾਂਦੇ ਨੇ, ਲੇਖ ਖਤਮ ਹੋ ਜਾਂਦੇ ਨੇ। ਉਹ ਸਤਿਗੁਰੂ ਜੀ ਦੇ ਮਿਲਾਪ ਦਾ ਸਾਡਾ ਲੇਖਾ ਲਿਖਿਆ ਜਾਂਦਾ ਹੈ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਤੁਰ ਮਸਤਕ ਲਿਖਿਆ ਲਿਖਾਸ। ਮਿਲਾਪ ਦਾ ਲੇਖਾ ਲਿਖਿਆ ਜਾਂਦਾ ਹੈ, ਵਿਛੋੜੇ ਦਾ ਲੇਖਾ, ਕਾਲੇ ਵਿਚਾਰਾਂ ਦਾ ਲੇਖਾ ਖਤਮ ਹੋ ਜਾਂਦਾ ਹੈ ਤੇ ਮਿਲਾਪ ਦਾ ਲੇਖਾ ਲਿਖਿਆ ਜਾਂਦਾ ਹੈ। ਫਿਰ ਇਹਨਾਂ ਨੂੰ ਉਹ ਮਿਲਾਪ ਹੁੰਦਾ ਹੈ। ਮਿਲ ਗੁਰੂ ਗੋਬਿੰਦਾ, ਪਹਿਲਾਂ ਮਨ ਵਿੱਚ ਗੋਬਿੰਦ ਉੱਠ ਆ ਕੇ ਵਸਦਾ, ਫਿਰ ਇਹਨਾਂ ਸਾਰਿਆਂ ਦੇ ਵਿੱਚ ਵੀ ਗੋਬਿੰਦ ਆ ਕੇ ਵਸਦਾ। ਇਹਨਾਂ ਨੂੰ ਉਹ ਗੋਬਿੰਦ ਮਨ ਦੇ ਵਿੱਚ ਬੈਠ ਕੇ ਹੀ ਮਿਲਾਉਂਦਾ ਹੈ। ਇਸ ਤਰ੍ਹਾਂ ਸਭੇ ਕਾਜ ਸਵਾਰਿਆ ਕਰਦਾ। ਪਰ ਇਹ ਹੁੰਦਾ ਕਦੋਂ ਹੈ? ਜਾਤ ਉਦ ਪਾਵਨ ਦਾ। ਪਹਿਲਾਂ ਮਨ ਵੀ ਅੰਦਰ ਵਸਦੇ ਗੋਬਿੰਦ ਜੀ ਨੂੰ ਪਸੰਦ ਕਰੇਗਾ, ਫਿਰ ਇੱਕ ਇੱਕ ਇੰਦਰੇ ਗਿਆਨ ਇੰਦਰੇ ਵੀ ਗੋਬਿੰਦ ਜੀ ਨੂੰ ਪਸੰਦ ਕਰਨਗੇ। ਪਸੰਦ ਤੋਂ ਬਿਨਾਂ ਇਹ ਕੰਮ ਨਹੀਂ ਹੋਏਗਾ, ਇਹ ਖੇਡ ਨਹੀਂ ਖੇਡੀ ਜਾਏਗੀ। ਜਦੋਂ ਇਹ ਸਾਰੇ ਉਹਦਾ ਬੰਦਾ ਬਣਨਗੇ, ਬੰਦਾ ਬਣਨ ਦਾ ਵੀ ਗੁਰਬਾਣੀ ਵਿੱਚ ਡੈਫੀਨੇਸ਼ਨ ਹੈ। ਬੰਦਾ ਕਦੋਂ ਬਣਿਆ ਜਾਂਦਾ? ਕਹਿੰਦੇ ਨੇ ਹੁਕਮ ਪਛਾਣੈ ਸੋ ਇੱਕੋ ਜਾਣੈ, ਬੰਦਾ ਕਹੀਐ ਸੋਈ। ਇੱਕੋ ਅੰਦਰਲੇ ਵਸਦੇ ਰੱਬ ਜੀ ਦੇ ਹੁਕਮ ਨੂੰ ਜਾਣ ਕੇ ਪਛਾਣ ਕੇ ਉਸ ਨੂੰ ਮੰਨਦੇ ਨੇ, ਤਾਂ ਹੀ ਉਸੇ ਨੂੰ ਬੰਦਾ ਕਹਿੰਦੇ ਨੇ। ਪਹਿਲਾਂ ਮਾਨੇ ਬੰਦਾ ਬੰਦਾ, ਫਿਰ ਅੰਦਰਲਾ ਇੱਕ ਇਹ ਅੰਦਰਲੀ 184 ਮੇਦਨੀ ਦਾ ਇੱਕ ਇੱਕ ਜੀ ਜੰਤ ਵੀ ਉਹ ਬੰਦਾ ਬਣਦਾ ਹੈ ਅੰਦਰਲੇ ਵਸਦੇ ਰੱਬ ਜੀ ਦਾ ਹੁਕਮ ਦਾ। ਤਾਂ ਇਹ ਖੇਡ ਵਾਪਰ, ਤਾਂ ਸਾਰਿਆਂ ਦੇ ਕਾਜ ਸਵਾਰੇ ਜਾਂਦੇ ਨੇ। ਪਰ ਇਹ ਹੁੰਦਾ ਸਾਰਾ ਕੁਝ ਕਦੋਂ ਹੈ? ਜਾਤ ਉਦ ਪਾਵਨ ਦਾ। ਜਦੋਂ ਅਸੀਂ ਸੱਤ ਨੂੰ ਪਸੰਦ ਕਰਾਂਗੇ ਤੇ ਸੱਤ ਦੀ ਸੇਵਾ ਕਰਾਂਗੇ, ਜਿਹਨੂੰ ਕਹਿੰਦੇ ਸਤਿਗੁਰ ਸੇਵਿਆ, ਤਾਂ ਕੀ ਹੁੰਦਾ? ਸਹਿਜ ਆਨੰਦ ਸ਼ਾਂਤ ਸੁਖ ਪ੍ਰਾਪਤ ਹੋਏਗਾ। ਇਸੇ ਨੂੰ ਕਹਿੰਦੇ ਆਨੰਦ ਭਇਆ ਸੁਖ ਪਾਇਆ ਮਿਲ ਗੁਰੂ ਗੋਬਿੰਦਾ। ਹਾਂਜੀ, ਥੈਂਕ ਯੂ ਵੀਰ ਜੀ, ਬੜੇ अच्छे ਨਾਲ खूबसूरती ਨਾਲ ਆਪ ਜੀ ਨੇ डिटेलिंग ਦਿੱਤੀ है। ਭੁਪਿੰਦਰ ਵੀਰ ਜੀ, ਆਪ ਜੀ ਵਿਚਾਰ ਦੇਣਾ ਚਾਹੋਗੇ? ਅਗਰ ਜॉइन ਜੀ। ਜਿਹੜਾ ਇਹ ਮਨ ਸਤਿਗੁਰ ਦੀ ਮਾਤ ਲੈ ਲੈਂਦਾ ਹੈ ਨਾ, ਨਹੀਂ ਅਸੀਂ ਇਸ ਤੋਂ ਪਿੱਛੇ ਸ਼ੁਰੂ ਕਰਦੇ ਹਾਂ। ਸਾਨੂੰ ਸਭ ਨੂੰ ਪਤਾ ਹੈ ਕਿ ਸਾਡੇ ਸਰੀਰ ਦਾ ਖਸਮ, ਰਾਜਾ, ਮਾਲਕ, ਸਾਈਂ ਮਨ ਹੈ। ਇਹਨੂੰ ਜੇ ਅਕਲ ਨਾ ਹੋਵੇ, ਸਤਿਗੁਰ ਦੀ ਮੱਤ ਦੇ ਕੋਲ ਨਾ ਹੋਵੇ, ਗਿਆਨ ਰਾਬ ਜਬ ਸੀਜੈ ਆਵੈ ਤੂੰ ਨਾਨਕ ਹੋ ਕਰੀ, ਇਹਦੀ ਸੁਰਤ ਮਤ ਗਿਆਨ ਦੇ ਨਾਲ ਬਿਆਨਦੀ ਨਹੀਂ ਹੈ। ਇਹ ਸੁਰਤ ਮਤ ਬੁੱਧ ਜਿਹੜੇ ਵੀ ਅਸੀਂ ਅੱਖਰ ਵਰਤਦੇ ਹਾਂ, ਇਹਨਾਂ ਸਾਰੇ ਦਾ ਸ਼ੋ ਹੈ ਮਨ। तो मन जब ਅਸੀਂ ਇਹਦੇ ਪਿਛਲਾ ਸ਼ਲੋਕ ਵੀ ਵੇਖੀਏ ਨਾ, ਪਿਛਲਾ ਸ਼ਲੋਕ ਕੀ ਹੈ? ਸੱਜਣ ਮਹਿੰਡਾ ਚਾਹੀਆ ਹਬ ਕਹੀ ਦਾ ਮਿੱਤ। ਫਿਰ ਇਹ ਗਿਆਨ ਲੈ ਚੁੱਕਾ ਮਨ ਸਭ ਦਾ ਮਿੱਤਰ ਬਣ ਜਾਂਦਾ ਹੈ। ਵਰਨਾ ਸਾਰਿਆਂ ਨੂੰ ਜਾਮ ਸਤਾਉਂਦਾ ਸੀ, ਵਿਕਾਰ ਸਤਾਉਂਦੇ ਸੀ। ਹੱਬੇ ਜਾਣਨ ਆਪਣਾ ਕਹੀਂ ਨਾ ਠਾਈ ਚਿੱਤ। ਸਾਰੇ ਜੋ ਜੋ ਇਹਦੇ ਕੋਲੋਂ ਵਿਜ਼ਡਮ ਮੰਗਦੇ ਨੇ ਇਹ ਉਹਨਾਂ ਨੂੰ ਦਿੰਦਾ, ਕਿਉਂਕਿ ਹੁਣ ਇਹ ਆਪ ਵਿਜ਼ਡਮ ਲੈ ਚੁੱਕਾ ਹੈ। ਇਹਦੇ ਕਾਰਨ ਹੁਣ ਸਾਰੇ ਸਰੀਰ ਨੂੰ, ਸਾਰੇ ਸੁਰਤ ਬੁੱਧ ਨੂੰ ਪੂਰੇ ਗੁਜੜਾ ਲੱਦਮ ਲਾਲ ਮੱਥਾ ਹੀ ਪ੍ਰਗਟ ਕੀਆ। ਇਹਨੂੰ ਸੁਮਤ ਪ੍ਰਾਪਤ ਹੋ ਚੁੱਕੀ ਹੋਈ ਹੈ ਸਤਿਗੁਰ ਦੀ ਮੱਤ। ਸੋਈ ਸੁਹਾਵਾ ਥਾਂ ਜਿੱਥੇ ਤੇਰੀਏ ਨਾਨਕ ਜੀ ਤੂੰ ਉੱਠਿਆ। ਸੋ ਜਿਸ ਹਿਰਦੇ ਦੇ ਉੱਤੇ ਇਹ ਗਿਆਨ ਆ ਕੇ ਬੈਠ ਜਾਂਦਾ ਹੈ ਨਾ, ਗਿਆਨ ਸ਼ੋ ਵਾਲਾ ਮਨ, ਐਵੇਂ ਕੁੜਿਆਰ ਸੀ, ਹੁਣ ਇਹ ਸਚਿਆਰ ਹੋ ਗਿਆ। ਜਦੋਂ ਇਹ ਸਚਿਆਰ ਹੋ ਗਿਆ ਨਾ, ਤਾਂ ਇਸ ਦੇ ਬਾਰੇ ਸਾਰੀ ਗੱਲ ਕੀਤੀ ਜਾ ਰਹੀ ਹੈ ਕਿ ਫਿਰ ਜਮਾ ਦੀ, ਵਾਈਸਿਸ ਦੀ, ਨੈਗੇਟਿਵ ਦੀ ਸ਼ਰਨ ਨਹੀਂ ਲੈਣੀ ਪੈਂਦੀ, ਉਹਨਾਂ ਦੀ ਮੁਛੰਦਗੀ ਨਹੀਂ ਰਹਿੰਦੀ। ਮੈਂ ਜਾਵਾਂ ਬਾਜ਼ਾਰ ਵਿੱਚ ਔਰ ਮੈਨੂੰ ਕਿਸੇ ਨੇ ਗਾਲ ਕੱਢੀ ਹੈ ਤੇ ਮੈਂ ਛੇਤੀ ਨਾਲ ਜਮ ਦੀ ਸ਼ਰਮ ਲੈ ਲਈ, ਮੈਂ ਵੀ ਦੋ ਗਾਲਾਂ ਕੱਢ ਦਿੱਤੀਆਂ। ਕਿਸੇ ਨੇ ਮੈਨੂੰ ਥੱਪੜਾ, ਕਿਸੇ ਨੇ ਮੈਨੂੰ ਮੇਰੀ ਜ਼ਾਤ ਨਾਲ ਨਹੀਂ ਬੁਲਾਇਆ, ਕਿਸੇ ਨੇ ਮੈਨੂੰ ਭੈੜਾ ਕਹਿ ਦਿੱਤਾ। ਇਸ ਤਰੀਕੇ ਦੇ ਨਾਲ ਦੁਨੀਆ ਭਰ ਦੇ ਜਿਹੜੇ ਮਰਜ਼ੀ, ਜਿਸ ਮਰਜ਼ੀ ਰਿਲੇਸ਼ਨਸ਼ਿਪ ਦੇ ਐਗਜ਼ਾਮਪਲਸ ਤੁਸੀਂ ਬਣਾ ਲਓ, ਛੇਤੀ ਨਾਲ ਜਦੋਂ ਅਸੀਂ ਜੰਮ ਦੀ ਕਾਣ ਕੱਢਣ ਲੱਗਦੇ ਹਾਂ ਨਾ, ਤਾਂ ਬਸ ਫਸ ਜਾਂਦੇ ਆ।
सो कोई मुछंदगी नहीं रही जमा दी, तो सब किस मैंने सौंपया जा तेरा बंदा। ये हुने सुखविंदर जी ने जेड़ा बोलिया ना, ये बंदा लफज जेड़ा है ना, ये बंदा कंप्लीट बनता है। सिर्फ मन ही बंदा नहीं बनया, मन ने सतगुर दी मत ले ली है, मन दी सुरत मत बुद्ध एवरीथिंग जो विजडम नाल ट्यून्ड हो जाती है ना, तां उस कंप्लीट पैकेज नूं बंदा कहंदे ने। लक्ष्मी तोट ना भी खाए खर्च रहंदा, ओनू हुण चंगे गुणा दे खजाने दी तोट आंदी नहीं है, ओनू वो वाली मत प्राप्त हो जाती है जिहदे नाल विकारा तो गुर ईश्वर गुर गोरख मां गुर पार बती माई वो सुहागवती वाली मत प्राप्त हो जाती है, विकारां तो पार चले जाइए, चंगे चंगे गुणा दी मत प्राप्त हो जाती है, खजाना प्राप्त हो जाता है। ओनू आप ही खांदा है, सारे अंगां नूं वरतदा है और बाकी बाहरली सारी दुनिया नूं भी वंडदा है ना। 184 मेदनी सब सेव करें दा मेदनी होंदा है अंदर, अंदर दी धरती, एक है बाहरली धरती है, एक अंदर दी धरती। ये मेदनी असी मन अपनी सतगुर दी मत लैके बनांदा है, और इहदे जेहड़े जी जंत ने उन्हां 84 कहंदे ने, ये सारे भी ना फिर कंप्लीटली नेगेटिविटी छड्ड के सेवा च हाजिर हो जाते हैं। कोई भी लैग पुलिंग नहीं करता, कोई भी नेगेटिव थॉट्स की टेम्पटिंग होंदी नहीं है। लेखा कोई ना पूछी जहाज बख्शन का, ये वैरी मित्र सब कीते ना मंगा मंदा। हुण ये जेडे कामपुर ओंकार सी ना, ये भी सारे मित्र बन गए, क्योंकि इन्हां दा जेड़ा मालक है उसने जम की सिरकार दे बदले एक ओंकार दी कार ले ली है। वो हुण उसकी कार ते चलते ने, जिस कार उन्होंने भला समझिया मन्निया, जो तू भावे साई भली कार, मन नूं पा गई कार, माने लई सारे हुणे सारे ये मंदा नहीं मंगदे ने। लेखा कोई ना पूछी जहार बख्शन दा, हुण जम दा लेखा पैंदा ही नहीं। क्यों? क्योंकि विजडम प्राप्त हो चुकी हुई है, आनंद पिया दिन रात सुखी। जदों आनंद होएगा ना साध संगत जी, असी गल पल्ले बननी है, जे मेरे अंदर आनंद है, मैं इन्हां अखां नाल किसी नूं लेट डाउन नहीं करांगा, अखां नाल कूरी नहीं वटांगा, अखां नाल मैं डिस्क्रिमिनेट नहीं करांगा। जे मैं आनंद चाह, इस जुबान दे नाल किसी नूं गाल नहीं कड्डांगा, इस जुबान नाल फिक्के बोली बोलांगा, इस जुबान नाल निंदा नहीं करांगा। जे मैं आनंद चाह तां निंदा नहीं सुनांगा। इस तरह आनंद दा एक कंप्लीट पैकेज है कि मैं आनंद चाह, बस मेरा शब्द सवार दिता गया है, मेरी अखां दी बोली भी सवार दी गई है, मेरे कन्ना दी भी, मेरी फुल बॉडी लैंग्वेज सवार दी गई है। आनंद पिया सुख पाया मिल गुर गोविंदा, स्टेबिलिटी वाली मत द मेथड पूरा समझ आ चुका है, और लिया जा चुका है। सभे काज सवारे हैं जहां तुद पावंदा। ये तुद पावंदा किनू? मन नू पाया, उन्हें विजडम लई, वो इस सारे दा शरीर दा सच्चा साई बनया सुरत मधुदा, और इन्हें अपने सारे घर दे काज सवार ले, सारे काज संवर गए। जदों काज संवर जाता है ना, उन्होंने कहते ने कीता लोड़िए काम, सो हर पे आखिए कारज दे सवार। सतगुर सच साखिए, सतगुर दी मत लई, अपने घर दा कारज सगल आरंभ्यो घर का किने? मन ने। मन ने अपने घर का कार्य सवारना शुरू किया। पहला कार्य की किया? सुरत मत बुद्ध कढ़नी शुरू करा ले, बड़े आराम दे नाल जत पहारा च लाया। जत पहारा, धीरज सुनियार, ऐरण मत, वेद हथियार। सुनियारा बन गया, बड़े धीरज दे नाल आस्ता आस्ता अपनी सुरत नू, मत नू, बुद्ध नू एक कारज सवार रहा है सारे घर दा। सभे काज सवार सारियां नू विजडम दे नाल विआह दिता। सभे काज सवारे जद तुद पावंदा। मन नू जदों विजडम पाई, ओ बस जमा दी कान छुट गई। हम काहू की कान न कढ़ते, अपने गुर प्रसादे। क्यों हुण की हो गया? मन गुर दे नाल मर्ज हो गया सी। एदी किरपा, एदी बख्शिश, एदी धारण कीती हुई विजडम दे नाल जमा दी मार हुण पैंदी ही नहीं। ये बड़ा अच्छा सानू अपने उत्ते टुका के समझ आंदा है शब्द। जे अंदर दा थान सुहावा कर लिए, अंदर दा शो ज्ञान वाला प्राप्त कर लिए ता। हाँ जी, थैंक यू
थैंक यू वीर जी, बहुत सोहने तरीके नाल आप जी ने अंदरों किस तरह बदलाव लिया जा सकता है, बड़े सोहने तरीके नाल आप जी ने समझाना किया। तजिंदर वीर जी, अगे दी